ਰਾਮ ਸਰੂਪ ਅਣਖੀ ਦਾ ਨਾਵਲ ਜਿਨ ਸਿਰ ਸੋਹਣ ਪੱਟੀਆਂ ਦਾ 13ਵਾਂ ਅੰਕ। 1984 ਦੀ ਜਨਵਰੀ ਦਾ ਮਹੀਨਾ ਸੀ। ਨੀਰੂ ਦਾ ਮੁੰਡਾ 6 ਮਹੀਨੇ ਦਾ ਹੋ ਗਿਆ ਸੀ। ਉਹਦਾ ਨਾਂ ਸਰਗੀ ਨੇ ਰੱਖਿਆ ਦਲਬੀਰ। ਅਵਤਾਰ ਸਿੰਘ ਉਹਨੂੰ ਬੀਰੂ ਆਖਦਾ। ਨੀਰੂ ਉਹਦਾ ਪੂਰਾ ਨਾਂ ਲੈ ਕੇ ਬੁਲਾਉਂਦੀ, ਦਲਬੀਰ ਸਿੰਘ। ਉਹਦੀ ਸ਼ਕਲ ਸੂਰਤ ਨੀਰੂ ਜਿਹੀ ਸੀ, ਪਰ ਰੰਗ ਗੋਰਾ ਅਵਤਾਰ ਵਰਗਾ। ਨੀਰੂ ਨੇ ਆਪ ਗੁਰੂ ਗ੍ਰੰਥ ਸਾਹਿਬ ਚੋਂ ਵਾਕ ਲੈ ਕੇ ਉਹਦਾ ਨਾਂ ਦਾ ਅੱਖਰ ਦੱਦਾ ਕੱਢਿਆ ਸੀ। ਸਰਗੀ ਨੇ ਦੱਦੇ ਤੋਂ ਦਲਬੀਰ ਬਣਾ ਲਿਆ। ਘਰ ਚੋਂ ਨਾਂ ਸਭ ਨੂੰ ਪਸੰਦ ਸੀ, ਸਰਬਜੀਤ ਨੂੰ ਵੀ। ਅਵਤਾਰ ਦੇ ਬਾਪ ਬਖਤੌਰ ਸਿੰਘ ਵੇਲੇ ਤੋਂ ਹੀ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ, ਪਰ ਜਦੋਂ ਪਟਵਾਰੀ ਸਾਹਿਬ ਨਾ ਰਹੇ ਇਹ ਕਮਰਾ ਬੰਦ ਪਿਆ ਰਹਿੰਦਾ। ਕਦੇ ਕਦੇ ਸਰਬਜੀਤ ਕਮਰੇ ਦੀ ਸਫਾਈ ਕਰਦਾ, ਰੁਮਾਲੇ ਝਾੜ ਦਿੰਦਾ, ਧੂਪ ਬੱਤੀ ਲਾ ਦਿੰਦਾ। ਅਵਤਾਰ ਨੂੰ ਲਗਭਗ ਸਾਰੀ ਗੁਰਬਾਣੀ ਮੂੰਹ ਜ਼ਬਾਨੀ ਯਾਦ ਸੀ। ਉਹ ਇਕੱਲੀ ਇਕੱਲੀ ਤੁਕ ਦੇ ਅਰਥ ਸਮਝਾ ਸਕਦਾ, ਪਰ ਪਾਠ ਕਰਨਾ ਉਹਨੇ ਆਪਣਾ ਨਿਤਨੇਮ ਨਾ ਬਣਾਇਆ। ਹੁਣ ਜਦੋਂ ਨੀਰੂ ਪੰਜਾਬੀ ਚੰਗੀ ਬੋਲਣ ਲੱਗ ਪਈ, ਚੰਗੀ ਤਰ੍ਹਾਂ ਪੜ੍ਹਨ ਲੱਗ ਪਈ, ਉਹਨੇ ਪਹਿਲਾਂ ਬਾਜ਼ਾਰ 'ਚੋਂ ਕਿਤਾਬਾਂ ਦੀ ਦੁਕਾਨ ਤੋਂ ਜਪਜੀ ਸਾਹਿਬ ਮੰਗਾਇਆ। ਨਾਗਪੁਰ ਉਹਨੇ ਇਹਨੂੰ ਹਿੰਦੀ ਅੱਖਰਾਂ 'ਚ ਅਰਥਾਂ ਸਮੇਤ ਪੜ੍ਹਿਆ ਸੀ। ਫਿਰ ਉਹਨੇ 5 ਗ੍ਰੰਥੀ ਮੰਗਾ ਲਈ, ਜਿਸ 'ਚ 5 ਬਾਣੀਆਂ ਸੀ। ਵਿਹਲੇ ਸਮੇਂ 'ਚ ਅਵਤਾਰ ਕੋਲ ਬੈਠ ਕੇ ਉਹ ਪੜ੍ਹਦੀ। ਕੋਈ ਸ਼ਬਦ ਉਹਨੂੰ ਬੋਲਣਾ ਨਾ ਆਉਂਦਾ ਤਾਂ ਅਵਤਾਰ ਬੋਲ ਕੇ ਦੱਸ ਦਿੰਦਾ। ਫਿਰ ਬਾਬੇ ਦੇ ਕਮਰੇ ਦੀ ਸਾਂਭ ਸੰਭਾਲ ਸਾਰੀ ਉਹ ਖੁਦ ਕਰਨ ਲੱਗੀ। 1.25 ਮਹੀਨਾ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਕੀਤਾ। ਫਿਰ ਤਾਂ ਉਹਨੇ ਆਪਣਾ ਨਿਤਨੇਮ ਬਣਾ ਲਿਆ। ਸਵੇਰੇ 4 ਵਜੇ ਉੱਠਦੀ, ਪਹਿਲਾਂ ਇਸ਼ਨਾਨ ਕਰਦੀ, ਫਿਰ ਬਾਬੇ ਦਾ ਕਮਰਾ ਖੋਲ੍ਹ ਕੇ ਧੂਪ ਬੱਤੀ ਜਗਾਉਂਦੀ, ਮੱਥਾ ਟੇਕ ਕੇ ਘਰ ਦੇ ਕੰਮਾਂ 'ਚ ਰੁੱਝ ਜਾਂਦੀ। ਇਸ ਸਾਲ ਸਰਬਜੀਤ 10ਵੀਂ 'ਚ ਸੀ ਤੇ ਸਰਗੀ 8ਵੀਂ 'ਚ। ਦੋਵਾਂ ਦਾ ਸਕੂਲ ਬੋਰਡ ਦਾ ਇਮਤਿਹਾਨ ਸੀ। ਦੋਵਾਂ ਨੂੰ ਸੰਧਿਆ ਜਗਾ ਕੇ ਚਾਹ ਪਿਆ ਦਿੰਦੀ, ਪੜ੍ਹਨ ਬੈਠ ਜਾਂਦੇ। ਫਿਰ ਅਵਤਾਰ ਨੂੰ ਚਾਹ ਦਿੰਦੀ। ਕਾਲਜ ਜਾਣ ਲਈ ਉਹ ਆਪਣੀ ਤਿਆਰੀ ਕਰਨ ਲੱਗਦਾ। ਤਿਆਰ ਹੋ ਰਿਹਾ ਹੁੰਦਾ, ਅਖਬਾਰ ਆ ਜਾਂਦੇ। ਸਭ ਛੱਡ ਕੇ ਉਹ ਪਹਿਲਾਂ ਅਖਬਾਰ ਪੜ੍ਹਦਾ। ਅੰਗਰੇਜ਼ੀ ਤੇ ਪੰਜਾਬੀ ਦੋਵਾਂ ਅਖਬਾਰਾਂ ਦਾ ਨਾਸ ਮਾਰ ਦਿੰਦਾ। ਘੰਟਾ ਘੰਟਾ ਬੈਠਾ ਰਹਿੰਦਾ। ਉਹਦਾ ਨਾਸ਼ਤਾ ਤਿਆਰ ਪਿਆ ਹੁੰਦਾ, ਪਰ ਉਹਨੇ ਤਾਂ ਅਜੇ ਨਹਾਉਣਾ ਹੁੰਦਾ। ਨੀਰੂ ਦੇ ਬਾਰ-ਬਾਰ ਕਹਿਣ ਤੇ ਅਖੀਰ ਉੱਠਦਾ, ਬਰਸ਼ ਕਰਕੇ ਨਾਸ਼ਤਾ ਖਾ ਲੈਂਦਾ। ਨਾਸ਼ਤੇ ਤੋਂ ਬਾਅਦ ਫਿਰ ਅਖਬਾਰ, ਕਦੇ ਕਦੇ ਤਾਂ ਬਿਨਾਂ ਨਹਾਤੇ ਹੀ ਸਿਰਫ ਹੱਥ ਮੂੰਹ ਧੋ ਕੇ ਕਾਲਜ ਨੂੰ ਤੁਰ ਪੈਂਦਾ। ਉਹਨੂੰ ਸਵੇਰੇ ਸਿੱਧਿਆਂ ਉੱਠਣ ਦੀ ਆਦਤ ਨਹੀਂ ਸੀ ਤੇ ਨਾ ਹੀ ਰਾਤ ਨੂੰ ਸਿੱਧਿਆਂ ਸੌਣ ਦੀ। ਦੇਰ ਰਾਤ ਤੱਕ ਪੜ੍ਹਦਾ ਰਹਿੰਦਾ। ਨਾਵਲ ਜਾਂ ਹੋਰ ਕਿਤਾਬਾਂ, ਰੂਸੀ ਸਾਹਿਤ, ਜਿੰਨਾ ਵੀ ਪੰਜਾਬੀ 'ਚ ਅਨੁਵਾਦ ਹੋ ਕੇ ਉਹਨੂੰ ਮਿਲਦਾ ਉਹ ਹਜ਼ਮ ਕਰ ਲੈਂਦਾ। ਫਿਰ ਘਰ 'ਚ 10-12 ਮੈਗਜ਼ੀਨ ਆਉਂਦੇ, ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੇ। ਇਕੱਲੇ ਇਕੱਲੇ ਮੈਗਜ਼ੀਨ ਨੂੰ ਪੜ੍ਹਦਾ, ਹਜ਼ਮ ਕਰਦਾ, ਤੁਰਿਆ ਜਾਂਦਾ। ਇੱਕ ਸਵੇਰ ਗੁਰਪਾਲ ਆਇਆ ਆਉਂਦਾ ਹੀ ਆਖਣ ਲੱਗਾ, ਲੈ ਵੀ ਪ੍ਰੋਫੈਸਰ ਭਿੰਡਰਾਂ ਵਾਲਾ ਅਕਾਲ ਤਖਤ 'ਚ ਆ ਗਿਆ। ਛੱਡਤਾ ਉਹਨੇ ਗੁਰੂ ਨਾਨਕ ਨਿਵਾਸ। ਹੋਰ ਫਿਰ ਕੀ ਕਰਦਾ ਉਹ? ਇੰਦਰਾ ਗਾਂਧੀ ਲੱਖ ਕਹੀ ਜਾਵੇ ਵੀ ਗੋਲਡਨ ਟੈਂਪਲ 'ਚ ਪੁਲਿਸ ਦਾਖਲ ਨਹੀਂ ਹੋਊਗੀ, ਇਹ ਤਾਂ ਇੱਕ ਦਿਨ ਹੋਊਗੀ। ਨਾਲੇ ਭਿੰਡਰਾਂ ਵਾਲੇ ਨੇ ਆਪਣੀ ਕਿਲਾਬੰਦੀ ਵੀ ਤਾਂ ਕਰਨੀ ਹੈ। ਕੀ ਪਤਾ ਆਰਪੀ ਕਦੋਂ ਦਬਸ਼ ਮਾਰ ਲਵੇ। ਫਿਰ ਅਵਤਾਰ ਕਹਿਣ ਲੱਗਾ, ਨਾਲੇ ਤੂੰ ਤਾਂ ਕਮਲਾ ਹੈ ਯਾਰ, ਕਾਂਗਰਸ ਨੇ ਉਹਨੂੰ ਹੀਰੋ ਵੀ ਤਾਂ ਬਣਾਉਣਾ। ਦੇਖ ਲਈ ਇੱਕ ਦਿਨ ਇਸੇ ਭਿੰਡਰਾਂ ਵਾਲੇ ਨੇ ਸਾਰੇ ਅਕਾਲੀ ਲੀਡਰਸ਼ਿਪ ਖੂੰਜੇ ਲਾ ਦੇਣੀ ਹੈ। ਇੱਕ ਹੋਰ ਦੇਖ ਯਾਰ, ਹਰ ਕੋਈ ਕਹੀ ਜਾਂਦਾ ਕਿ ਤੂੰ ਕਾਂਗਰਸ ਦਾ ਏਜੰਟ ਹੈ। ਸਾਲਾ ਇਹ ਪਤਾ ਨਹੀਂ ਲੱਗਦਾ ਕਿਹੜਾ ਅਸਲੀ ਏਜੰਟ ਹੈ ਕਿਹੜਾ ਨਹੀਂ। ਚੱਲ ਇਹ ਤਾਂ ਜਿਹੜੀ ਖੇਡ ਖੇਡੀ ਜਾ ਰਹੀ ਹੈ ਅਕਲੋਂ ਬਾਹਰ ਹੈ। ਤੂੰ ਅੱਜ ਕਿਵੇਂ ਤੜਕੇ ਅਕਲੋਂ ਬਾਹਰ ਕਿਵੇਂ? ਇਹ ਤਾਂ ਸਾਫ਼ ਹੈ ਯਾਰ। ਗੁਰਪਾਲ ਹਰਕਿਆ ਬੈਠਾ ਸੀ। ਤੂੰ ਆਇਆ ਕਿੱਥੋਂ ਹੈ? ਅਵਤਾਰ ਨੇ ਧੀਰਜ ਨਾਲ ਪੁੱਛਿਆ। ਧੜਾ ਧੜ ਕਤਲ ਹੋ ਰਹੇ ਆ, ਧੜਾ ਧੜ ਹਥਿਆਰ ਜਮ੍ਹਾਂ ਹੋ ਰਹੇ ਆ। ਵੱਡਾ ਲੀਡਰ ਕਿਸੇ ਵੀ ਪਾਰਟੀ ਦਾ ਜਿਹੜਾ ਉੱਥੇ ਜਾਂਦਾ, ਬਾਹਰ ਆ ਕੇ ਬਸ ਇੱਕੋ ਬਿਆਨ, ਉੱਥੇ ਕੋਈ ਅਜਿਹਾ ਆਦਮੀ ਨਹੀਂ ਜਿਹਦੀ ਪੁਲਿਸ ਨੂੰ ਲੋੜ ਹੋਵੇ। ਓਏ ਗਰੇਵਾਲਾ, ਤੈਨੂੰ ਕੀ ਦਸੀਏ ਹੁਣ? ਇੱਥੇ ਕੋਈ ਕਿਸੇ ਦੀ ਨਹੀਂ ਸੁਣਦਾ। ਕਿਉਂ ਭਕਾਈ ਮਾਰੀ ਆ ਯਾਰ? ਤੂੰ ਚਾਹ ਦਾ ਕੱਪ ਚੱਕ, ਪਹਿਲਾਂ ਮੱਖੀ ਪੈ ਜੂ। ਮੁੰਡਾ ਕੁੜੀ ਸਕੂਲ ਜਾ ਚੁੱਕੇ ਸੀ। ਅਵਤਾਰ ਨੂੰ ਅੱਜ ਕਾਲਜੋਂ ਛੁੱਟੀ ਸੀ, ਇਸ ਲਈ ਉਹ ਘਰ ਹੀ ਸੀ। 10 ਵੱਜ ਚੁੱਕੇ ਸੀ। ਹਾਲੇ ਤੱਕ ਉਹਦਾ ਅਖਬਾਰ ਨਹੀਂ ਮੁੱਕਿਆ ਸੀ। ਨੀਰੂ ਸਵੇਰ ਦਾ ਕੰਮ ਨਿਬੇੜ ਕੇ ਬਾਬੇ ਦੇ ਕਮਰੇ 'ਚ ਜਾ ਚੁੱਕੀ ਸੀ। ਮੁੰਡਾ ਦੁੱਧ ਚੁੰਘ ਕੇ ਸੌਂ ਗਿਆ ਸੀ। ਉਹਨੂੰ ਨਿੱਘੀ ਨਿੱਘੀ ਧੁੱਪ 'ਚ ਮੰਜੀ ਤੇ ਸ਼ਾਲ ਲਪੇਟ ਕੇ ਪਾਇਆ ਸੀ। ਉਹ ਚਾਹੁੰਦੀ ਸੀ ਘਰ 'ਚ ਹੁਣ ਸ਼ਾਂਤੀ ਹੈ। 1 ਘੰਟਾ ਪਾਠ ਕਰ ਲਏ। ਸਵੇਰੇ ਦੇ ਹੱਥ ਨੇ, ਜਦੋਂ ਵੀ ਉਹਨੂੰ ਸਮਾਂ ਲੱਗਦਾ, ਮੁੰਡਾ ਸੁੱਤਾ ਪਿਆ ਹੁੰਦਾ, ਬਸ ਪਾਠ ਹੀ ਕਰਦੀ। ਪਾਠ ਕਰਨ ਨਾਲ ਉਹਨੂੰ ਨਾਗਪੁਰ ਭੁੱਲਿਆ ਰਹਿੰਦਾ। ਪਾਠ ਕਰਨ ਨਾਲ ਹੀ ਉਹਨੂੰ ਆਪਣਾ ਜੀਵਨ ਕਲਿਆਣ ਦਾ ਵਿਸ਼ਵਾਸ ਮਿਲਦਾ। ਉਹ ਸਰਬਜੀਤ ਤੇ ਸਰਗੀ ਨੂੰ ਵੀ ਪਾਠ ਦਾ ਮਹੱਤਵ ਸਮਝਾਉਂਦੀ। ਨਿੱਤ ਕਮਰੇ 'ਚ ਜਾ ਕੇ ਬਾਬੇ ਦੀ ਹਾਜ਼ਰੀ ਭਰਨ ਲਈ ਆਖਦੀ। ਦਿਨ 'ਚ ਇੱਕ ਵਾਰ ਜ਼ਰੂਰ ਉਹ ਦਲਬੀਰ ਦਾ ਵੀ ਮੱਥਾ ਟਿਕਾਉਂਦੀ। ਅਵਤਾਰ ਉੱਤੇ ਉਹਨੂੰ ਜ਼ੋਰ ਨਾ ਚੱਲਦਾ। ਉਹ ਤਾਂ ਮਰਜ਼ੀ ਦਾ ਮਾਲਕ ਸੀ। ਉਹ ਆਖਦੀ, ਉਹ ਤਾਂ ਮੇਰੇ ਹੱਥਾਂ 'ਚੋਂ ਨਿਕਲ ਗਏ। ਕਦੇ ਬਹੁਤਾ ਹੀ ਖਿਝ ਉੱਠਦੀ ਤਾਂ ਗਾਲ ਕੱਢਦੀ, ਕੈਮਿਨਿਸਟ ਨਾ ਹੋਣ ਕਿਤੋਂ ਦੇ। ਇੱਕ ਗੱਲ ਉਹ ਹਮੇਸ਼ਾ ਹੀ ਚਿਤਾਰਦੀ, ਮੈਂ ਤਾਂ ਸਿੱਖ ਹੋਣ ਕਰਕੇ ਤੁਹਾਡੇ ਨਾਲ ਸ਼ਾਦੀ ਕੀਤੀ ਸੀ। ਮੈਨੂੰ ਕੀ ਪਤਾ ਸੀ ਸਿੱਖ ਹੋ ਕੇ ਤੁਸੀਂ ਸਿੱਖ ਨਹੀਂ। ਕਦੇ ਕਦੇ ਉਹ ਮਿੱਠੀਆਂ ਮਾਰਦੀ।
ਫੇਰ ਵੀ ਚੰਗੇ ਹੋ ਜੀ ਤੁਸੀਂ, ਮੇਰੇ ਕਹਿਣ ਤੇ ਨਿੱਤ ਬਾਬੇ ਨੂੰ ਮੱਥਾ ਟੇਕਦੇ ਹੋ। ਗੁਰਪੁਰਬ ਵਾਲੇ ਦਿਨ ਮੈਨੂੰ ਸਿੰਘ ਸਭਾ ਗੁਰਦੁਆਰੇ ਲੈ ਜਾਂਦੇ ਹੋ। ਇਹ ਮੇਰੀ ਕਲਚਰ ਹੈ। ਨਿਰੂਪਮ ਕੌਰ ਇਹ ਗੁਰਦੁਆਰੇ ਤਾਂ ਹਿੰਦੂ ਵੀ ਜਾਂਦੇ ਆ, ਸਭਾ ਜਾਂਦੇ ਆ। ਗੁਰੂ ਗ੍ਰੰਥ ਸਾਹਿਬ ਸਾਹਮਣੇ ਆ ਜਾਏ ਤਾਂ ਕਿਹੜਾ ਨਹੀਂ ਮੱਥਾ ਟੇਕਦਾ। ਗੁਰੂ ਗ੍ਰੰਥ ਸਾਹਿਬ ਤਾਂ ਸਾਰੇ ਪੰਜਾਬੀਆਂ ਦਾ ਸਾਂਝਾ ਧਰਮ ਗ੍ਰੰਥ ਹੈ। ਚੱਲ ਬਾਬਾ, ਮੇਰੇ ਗੁਰੂ ਤਾਂ ਹੋਏ ਤੁਸੀਂ, ਮੈਨੂੰ ਗੁਰਬਾਣੀ ਪੜ੍ਹਾਈ ਤੁਸੀਂ, ਤੁਹਾਨੂੰ ਦੇਖ ਕੇ ਤੁਹਾਡੀ ਪ੍ਰੇਰਨਾ ਨਾਲ ਹੀ ਮੈਂ ਗੁਰਸਿੱਖ ਬਣੀ, ਇਹ ਤਾਂ ਮੰਨੂਗੀ। ਗੁਰੂ ਹੈ ਤੇਰਾ ਗੁਰੂ ਗ੍ਰੰਥ ਸਾਹਿਬ, ਉਸੇ ਨੂੰ ਮੰਨ ਬਸ। ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਦੀ ਦੇ। ਅਜਿਹੀਆਂ ਗੱਲਾਂ ਕਰਨ ਉਪਰੰਤ ਉਹ ਦੋਵੇਂ ਇੱਕ ਦੂਜੇ ਵੱਲ ਝਾਕਦੇ। ਝਾਕਣੀ 'ਚ ਇੱਕ ਭਰਪੂਰ ਤਸੱਲੀ ਹੁੰਦੀ, ਮਨ ਦੀ ਸ਼ਾਂਤੀ, ਸਵੈ ਵਿਸ਼ਵਾਸ ਤੇ ਪਰਸਪਰ ਸਦੀਵੀ ਪਿਆਰ ਦੀ ਤਸੱਲੀ। ਗੁਰਪਾਲ ਦੱਸਣ ਲੱਗਿਆ ਕਿ ਉਹ ਕੱਲ ਸ਼ਾਮ ਲਹਿਰੇ ਗਾਗੇ ਗਿਆ ਸੀ। ਉੱਥੋਂ ਦੇ ਕਾਰੀਗਰ ਟਰਾਲੀ ਵਧੀਆ ਬਣਾਉਂਦੇ ਆ। ਲਹਿਰੇ ਗਾਗੇ ਉਹਦਾ ਮੁੰਡਾ ਵਿਆਹਿਆ ਹੋਣ ਕਰਕੇ ਉਹ ਕਾਰੀਗਰ ਨੂੰ ਜਾਣਦੇ ਆ। ਉਹਨਾਂ ਨਾਲ ਉਹਦੀ ਕੁੜਮ ਦੀ ਪੱਕੀ ਲਿਹਾਜ਼ ਆ। ਉਹ ਨਵੀਂ ਟਰਾਲੀ ਦੀ ਸਾਈ ਫੜਾਉਣ ਗਿਆ ਸੀ, ਪੁਰਾਣੀ ਟੁੱਟ ਗਈ। ਉੱਥੇ ਉਹਨੂੰ ਬਹੁਤ ਆਥਣ ਹੋ ਗਿਆ, ਨਹੀਂ ਤਾਂ ਉਹਦੀ ਸਲਾਹ ਸੰਗਰੂਰ ਆ ਕੇ ਰਹਿਣ ਦੀ ਸੀ। ਕੁੜਮ ਨੇ ਆਉਣ ਨਹੀਂ ਦਿੱਤਾ। ਕੁੜਮ ਨੇ ਨਹੀਂ ਆਉਣ ਦਿੱਤਾ ਕਿ ਕੁੜਮਣੀ ਨੇ ਨਹੀਂ ਆਉਣ ਦਿੱਤਾ। ਅਵਤਾਰ ਨੇ ਮਸ਼ਕਰੀ ਕੀਤੀ। ਚੱਲ ਇਉਂ ਲਾ ਲੈ, ਕੁੜਮਣੀ ਮੇਰੀ ਬਹੁਤ ਚੰਗੀ ਬਹੁਤ ਹੈ, ਐਸੀ ਗੱਲ ਨਹੀਂ, ਹੱਥੀ ਛਾਵਾਂ ਕਰਦੀ ਹੈ। ਫਿਰ ਕੁੜਮਣੀ ਚੰਗੀ ਹੋਈ, ਕੁੜਮ ਦਾ ਨਾਂ ਕਿਉਂ ਲੈਣਾ ਹੈ? ਓਏ ਚੱਲ ਤੂੰ ਰਾਜੀ ਰਹਿ, ਤੂੰ ਜਿਵੇਂ ਮਰਜ਼ੀ ਢਾਲ ਲੈ। ਫਿਰ ਕਹਿਣ ਲੱਗਿਆ, ਚੱਲ ਛੱਡ, ਮੈਂ ਤਾਂ ਕੱਲ੍ਹ ਆਥਣੇ ਆਉਣਾ ਸੀ ਤੇਰੇ ਕੋਲ। ਜਲਕੁਰ ਕਿੱਦਾਂ ਦੀ ਕਹੀ ਜਾਂਦੀ ਹੈ ਰੋਟੀ ਨੂੰ। ਆਖੇ ਜਿੱਦਣ ਦੀ ਨੀਰੂ ਆਈ ਹੈ ਇੱਕ ਵਾਰ ਵੀ ਨਹੀਂ ਲੈ ਕੇ ਆਇਆ ਅਵਤਾਰ ਉਹਨੂੰ। ਹੁਣ ਸੁੱਖ ਨਾਲ ਮੁੰਡਾ ਵੀ ਹੋ ਗਿਆ, ਹੁਣ ਰੋਟੀ ਕਰ ਉਹਨਾਂ ਨੂੰ। ਸਾਰੇ ਟੱਬਰ ਨੂੰ ਬੁਲਾਓ, ਸਣੇ ਵੱਡਾ ਮੁੰਡਾ ਕੁੜੀ। ਇਹ ਤਾਂ ਆਪ ਕਈ ਵਾਰੀ ਕਹਿ ਚੁੱਕੀ ਹੈ, ਕਹਿੰਦੀ ਆਪਾਂ ਨੂੰ ਜਾਣਾ ਚਾਹੀਦਾ ਬੜਬਰ। ਜਦੋਂ ਤੁਹਾਡੇ ਇੰਨੇ ਸੰਬੰਧ ਨਹੀਂ, ਆਪਾਂ ਚੱਲੀਏ ਜ਼ਰੂਰ ਇੱਕ ਦਿਨ, ਅਸੀਂ ਆਪ ਹੀ ਆਉਣਾ ਸੀ। ਹੁਣ ਤੂੰ ਕਹਿਤਾ ਕੀ ਕਰੀਏ ਯਾਰ, ਪਹਿਲਾਂ ਤਾਂ ਤੂੰ ਸਿਆਣਾ। ਅਸੀਂ ਆਪਦਾ ਘਰ ਜਾਈ ਸਾਂਭਣ ਤੇ ਰਹੇ, ਫਿਰ ਨਾਗਪੁਰ ਜਾਣਾ ਪੈ ਗਿਆ, ਵਿਆਹ ਵਰਗੀ ਤਿਆਰੀ ਸੀ ਉਹ ਵੀ, ਤੇ ਫਿਰ ਇਹਦਾ ਘਰੋਂ ਬਾਹਰ ਜਾਣਾ ਬੰਦ, ਲੇਡੀ ਡਾਕਟਰ ਦੀਆਂ ਅਜੀਬ ਹਦਾਇਤਾਂ। ਬਸ ਹੁਣ ਆਊਂ ਕਰਦੇ ਸੀ, ਆਵਾਂਗੇ ਯਾਰ, ਸਾਰੇ ਜਣੇ ਆਵਾਂਗੇ। ਤੂੰ ਦਿਨ ਦੱਸ ਕਿਹੜਾ, ਰਾਤ ਨਹੀਂ ਰਹਿ ਸਕਦੇ? ਰਾਤ ਨੂੰ ਕੀ ਬੜਬਰ ਪ੍ਰਦੇਸ਼ ਹੈ? ਆਹ ਖੜਾ ਅੱਧੇ ਘੰਟੇ ਦੀ ਵਾਟ, ਜਾਵਾਂਗੇ ਰੋਟੀ ਖਾਵਾਂਗੇ, ਘੰਟਾ 2 ਘੰਟੇ ਗੱਲਾਂ, ਬਸ ਮੁੜ ਆਵਾਂਗੇ। ਨਹੀਂ, ਮੈਂ ਕਹਿੰਦਾ ਜੀ ਮੀਟ ਮੂਟ ਬਣਿਆ ਹੋਊ, ਛਿੱਟ ਵੀ ਲਾ ਲਾਂਗੇ। ਵਰੇ ਹੋ ਗਏ ਯਾਰ, ਕਦੇ ਬੈਠੇ ਹੀ ਨਹੀਂ। ਕਿਉਂ ਦਿਨੇ ਕੀ ਛੜ ਮਾਰਦੀ ਹੈ ਛਿੱਟ? ਆਪਾਂ ਨੂੰ ਕੀ ਚੋਰੀ ਆ ਕੋਈ? ਵਿਆਹਾਂ ਸ਼ਾਦੀਆਂ 'ਚ ਨਹੀਂ ਪੀਂਦੇ ਲੋਕ ਦਿਨ ਵੇਲੇ। ਫਿਰ ਵੀ ਯਾਰ ਲੋਕ ਕੀ ਆਖਣਗੇ, ਦਿਨੇ ਚੰਗਾ ਨਹੀਂ ਲੱਗਦਾ। ਤੇਰੀ ਮਰਜ਼ੀ, ਨੀਰੂ ਨਾਲ ਗੱਲ ਕਰ ਲੈਂਦੇ ਆ। ਰਾਤ ਨੂੰ ਵੀ ਕੀ ਹੈ, ਰਾਤ ਰਹਿ ਪਾਂਗੇ, ਆਪਦਾ ਘਰ ਹੈ। ਕਿੱਥੇ ਆ ਹੁਣ? ਪਾਠ ਕਰਦੀ ਹੈ, ਬਸ ਉੱਠਣ ਵਾਲੀ ਹੋਣੀ ਆ। ਨਾ ਉੱਠੀ ਤਾਂ ਮੁੰਡਾ ਰਵਾ ਦਿਆਂਗੇ, ਆਪੇ ਆਊ ਭੱਜੀ। ਅਵਤਾਰ ਹੱਸਿਆ। ਇਹ ਤਾਂ ਯਾਰ ਮੇਰੇ ਨਾਲੋਂ ਵੀ ਉੱਤੋਂ ਦੀ ਗਈ। ਮੈਂ ਤਾਂ ਆਪਣੇ ਆਪ ਨੂੰ ਹੀ ਵੱਡਾ ਗੁਰਸਿੱਖ ਸਮਝਦਾ ਸੀ। ਗੁਰਪਾਲ ਬੋਲ ਹੀ ਰਿਹਾ ਸੀ, ਨੀਰੂ ਉਹਨਾਂ ਕੋਲ ਆ ਖੜੀ, ਦੋਵੇਂ ਹੱਥ ਜੋੜ ਕੇ ਉਹਨੇ ਸਤਿ ਸ਼੍ਰੀ ਅਕਾਲ ਆਖੀ। ਫਿਰ ਘਰ ਦਾ ਹਾਲ ਚਾਲ ਪੁੱਛਣ ਲੱਗੀ। ਗੁਰਪਾਲ ਕਾਹਲ 'ਚ ਲੱਗਦਾ ਸੀ, ਕਹਿੰਦਾ ਅੱਛਾ ਜੀ ਭਰਜਾਈ ਸਾਹਿਬ, ਕਦੋਂ ਲੋਟ ਲੱਗੂ ਤੁਹਾਨੂੰ? ਨਿਉਂਦਾ ਹੈ ਸਾਰੇ ਟੱਬਰ ਨੂੰ ਜਲਕੁਰ ਦਾ, ਪਰਸੋਂ ਆ ਜਾਓ। ਨਹੀਂ ਆਉਣਾ ਅਸੀਂ, ਨੀਰੂ ਨੇ ਮੂੰਹ ਬਣਾਇਆ। ਕਿਉਂ, ਕੀ ਗੱਲ? ਗੁਰਪਾਲ ਦਾ ਚਿਹਰਾ ਚਿੰਤਾ ਫੜਨ ਲੱਗਿਆ। ਪਹਿਲਾਂ ਜਲਕੌਰ ਜੀ ਕਿਉਂ ਨਹੀਂ ਆਏ ਇੱਥੇ? ਬਈ ਵਾਹ, ਅਸੀਂ ਵੀ ਆਵਾਂਗੇ, ਪਹਿਲਾਂ ਤੁਹਾਡਾ ਆਉਣ ਦਾ ਹੱਕ ਬਣਦਾ ਹੈ। ਪਰਸੋਂ ਠੀਕ ਹੈ ਨਾ? ਆਥਣੇ ਜੇ ਆ ਜਿਓ, ਰਾਤ ਰਹਿਣਾ। ਰਾਤ ਕਿਉਂ? ਹੁਣ ਨੀਰੂ ਦੇ ਚਿਹਰੇ ਨੇ ਚਿੰਤਾ ਫੜੀ। ਹਾਂ ਠੀਕ ਹੈ, ਰਾਤ ਰਹਾਂਗੇ। ਚੰਗੀ ਜੀ ਮੰਗਾ ਕੇ ਰੱਖੀ ਬੂਟੀ। ਅਵਤਾਰ ਨੇ ਉੱਠਣ ਲੱਗੇ ਗੁਰਪਾਲ ਨਾਲ ਹੱਥ ਮਿਲਾਇਆ। ਇੱਥੇ ਘਰ ਫੇਰ ਰਾਤ ਨੂੰ ਚੋਰੀ ਹੋ ਸਕਦੀ ਹੈ। ਨੀਰੂ ਦੀ ਚਿੰਤਾ ਸੀ। ਉਹ ਇੱਥੇ ਤਾਈ ਨੂੰ ਪਾ ਦਿਆਂਗੇ, ਨਾਲ ਉਹਦਾ ਹੌਲਦਾਰ ਪੈ ਜੂ। ਕਿੱਧਰ ਭੱਜਿਆ ਜਾਂਦਾ ਤੇਰਾ ਘਰ? ਗੁਰਪਾਲ ਗਏ ਤੋਂ ਅਵਤਾਰ ਸੋਚਾਂ 'ਚ ਪੈ ਗਿਆ। ਉਹ ਆਪਣੇ ਸਾਲੇ ਮੱਖਣ ਸਿੰਘ ਬਾਰੇ ਸੋਚਣ ਲੱਗਿਆ। ਉਹ ਆਪਣੀ ਭੈਣ ਮਰੀ ਤੋਂ ਭੋਗ ਤੇ ਆਇਆ ਸੀ, ਬਸ ਇੱਕ ਵਾਰੀ, ਮੁੜ ਕੇ ਨਹੀਂ ਆਇਆ ਕਦੇ। ਮੇਰਾ ਨਹੀਂ ਤਾਂ ਆਪਣੇ ਭਾਣਜੀ ਦਾ ਤਾਂ ਪਤਾ ਲੈ ਜਾਂਦਾ ਵੀ ਕਿਵੇਂ ਪਲ ਰਹੇ ਆ। ਉਹਨੂੰ ਦੂਜੇ ਵਿਆਹ ਦਾ ਪਤਾ ਵੀ ਤਾਂ ਲੱਗ ਹੀ ਗਿਆ। ਉਹ ਚਾਹੀਦਾ ਤਾਂ ਉਹਨੂੰ ਇਹ ਸੀ ਵੀ ਸੰਗਰੂਰ ਆਉਂਦਾ, ਨੀਰੂ ਨੂੰ 2-4 ਦਿਨਾਂ ਵਾਸਤੇ ਨਾਲ ਲੈ ਜਾਂਦਾ, ਇਹਦੇ ਨਾਲ ਆਪਣੀ ਭੈਣ ਦੀ ਥਾਂ ਵਰਤਦਾ। ਪਰ ਕੀ ਪਤਾ ਉਹ ਇਹਨੂੰ ਕਿਵੇਂ ਸਮਝਦਾ ਹੋਊਗਾ। ਸ਼ਾਇਦ ਹਸਦ ਕਰਦਾ ਹੋਵੇ ਵੀ ਇਹ ਕੌਣ ਆ, ਉਹਦੀ ਭੈਣ ਦਾ ਘਰ ਸਾਂਭ ਬੈਠੀ। ਅਵਤਾਰ ਸੋਚ ਰਿਹਾ ਸੀ ਮੱਖਣ ਚੰਗਾ ਤਾਂ ਬਹੁਤ ਸੀ, ਪਰ ਹੁਣ ਸਹੁਰੇ ਨੂੰ ਕੀ ਹੋ ਗਿਆ? ਇੱਕ ਵਾਰ ਉਹ ਆਉਂਦਾ, ਸਾਨੂੰ ਹਿਸਾਰ ਲੈ ਜਾਂਦਾ, ਫਿਰ ਆਪੇ ਆਉਣ ਜਾਣ ਹੋ ਜਾਂਦਾ। ਇੱਕ ਇਹ ਗੁਰਪਾਲ ਹੈ, ਕਿੰਨਾ ਮੋਹ ਰੱਖਦਾ, ਕਿੰਨੇ ਪਿਆਰ ਨਾਲ ਰੋਟੀ ਖਾਤਰ ਕਹਿ ਕੇ ਗਿਆ। ਫਿਰ ਆਪਣੇ ਆਪ ਨੂੰ ਕਸੂਰਵਾਰ ਜਿਹਾ ਸਮਝਣ ਲੱਗ ਪਿਆ ਵੀ ਉਹ ਨਹੀਂ ਆਇਆ ਤਾਂ ਕਿ ਉਹ ਖੁਦ ਵੀ ਤਾਂ ਹਿਸਾਰ ਜਾ ਸਕਦੇ ਸੀ। ਕਿੰਨੀ ਕੁ ਦੂਰ ਹੈ ਹਿਸਾਰ? ਉਹ ਲੁਧਿਆਣੇ ਮਨਜੀਤ ਕੋਲ ਵੀ ਤਾਂ 2 ਵਾਰ ਜਾ ਕੇ ਆਈ ਹੈ। ਇੱਕ ਵਾਰ ਫਿਰ ਉਹ ਵੀ ਆਈ ਸੀ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ, ਉਹਦਾ ਹਸਬੈਂਡ ਨਹੀਂ ਆਇਆ। ਦੁਕਾਨਦਾਰ ਹੈ ਸਾਲਾ, ਐਤਵਾਰ ਨੂੰ ਵੀ ਦੁਕਾਨ
ਦੁਕਾਨਦਾਰ ਹੀ ਰਹਿੰਦਾ ਹੈ। ਉਹ ਆਪਣੇ ਸਾਲੇ ਬਾਰੇ ਫਿਰ ਸੋਚਣ ਲੱਗਿਆ। ਮੱਖਣ ਵੀ ਕੀ ਕਰੇ ਵਿਚਾਰਾ, 5 ਕੁੜੀਆਂ ਪਿੱਛੋਂ ਮੁੰਡਾ ਹੋਇਆ ਸੀ, ਮਰ ਗਿਆ। ਵੱਡੀਆਂ 2 ਕੁੜੀਆਂ ਵਿਆਹਣ ਵਾਲੀਆਂ। ਪਿਓ ਦਾ ਕੱਲਾ ਪੁੱਤ ਹੈ। ਮੱਖਣ ਇਹੋ ਹੀ ਤਾਂ ਭੈਣ ਸੀ ਉਹਦੀ, ਕੱਪੜੇ ਦੀ ਦੁਕਾਨ ਕਰਦਾ। ਜਾਨ ਤਾਂ ਬਹੁਤ ਵੇਲਦਾ, ਬਥੇਰੀ ਕਮਾਈ ਹੈ, ਪਰ ਕੀ ਕਰੂਗਾ, ਸਾਰਾ ਘਰ 5 ਕੁੜੀਆਂ ਨੂੰ ਵਿਆਹਣ ਤੇ ਲੱਗ ਜੂ। ਮੁੰਡਾ ਜਿਉਂਦਾ ਰਹਿੰਦਾ ਫਿਰ ਵੀ ਨਸ਼ਾ ਸੀ ਕੋਈ, ਹੁਣ ਕੀ ਪਤਾ ਰੱਬ ਦੇ ਘਰ ਦਾ। ਇਹਨਾਂ ਸੋਚਾਂ 'ਚ ਉਹਨੇ ਨੀਰੂ ਨੂੰ ਹਾਕ ਮਾਰੀ, ਕਿਹਾ ਇੱਕ ਦਿਨ ਹਿਸਾਰ ਵੀ ਜਾ ਆਈਏ ਮੱਖਣ ਕੋਲ। ਉਹ ਨਹੀਂ ਆਇਆ ਤਾਂ ਆਪਾਂ ਹੀ ਜਾ ਆਉਂਦੇ ਹਾਂ। ਅੰਗ 14। ਬੜਬਰ ਜਾ ਕੇ ਰਾਤ ਨੂੰ ਉਹ ਖਾਣ ਪੀਣ 'ਚ ਹੀ ਰਹੇ। ਔਰਤਾਂ ਗੱਲਾਂ ਮਾਰਦੀਆਂ, ਬੱਚੇ ਚਾਂਬੜਾ ਪਾਉਂਦੇ। ਉਹ ਦੋਵੇਂ ਬੈਠਕ 'ਚ ਪੀਣ ਲੱਗੇ। ਕਾਲਜ ਵੇਲੇ ਦੀਆਂ ਕਹਾਣੀਆਂ ਛੇੜ ਲਈਆਂ, ਇੱਕ ਇੱਕ ਕਰਕੇ ਸਭ ਜਮਾਤੀ ਯਾਦ ਕੀਤੇ, ਆਪਣੇ ਪ੍ਰੋਫੈਸਰਾਂ ਦੀਆਂ ਗੱਲਾਂ, ਉਹਨਾਂ ਦੀਆਂ ਨਕਲਾਂ। ਇੱਕ ਸੁੰਦਰ ਸਡੌਲ ਕੰਚਨ ਦੇਹੀ ਪਰੀ ਰੂਪ ਲੇਡੀ ਲੈਕਚਰਾਰ ਦੀ ਗੱਲ ਛਿੜੀ। ਇੱਕ ਬਿੰਦ ਦੋਵੇਂ ਚੁੱਪ ਬੈਠੇ ਰਹੇ। ਮੁੰਡੇ ਉਹਦਾ ਲੈਕਚਰ ਘੱਟ ਸੁਣਦੇ, ਉਹਦੇ ਵੱਲ ਅੱਖਾਂ ਗੱਡ ਕੇ ਦੇਖਦੇ ਬਹੁਤਾ। ਕਾਲੀਦਾਸ ਦੇ ਡਰਾਮੇ ਦੀ ਸ਼ਕੁੰਤਲਾ ਜਿਹੀ ਔਰਤ ਉਸੇ ਕਾਲਜ ਦੇ ਫਿਜ਼ੀਕਲ ਐਜੂਕੇਸ਼ਨ ਦੇ ਪ੍ਰੋਫੈਸਰ ਦੀ ਪਤਨੀ ਸੀ। ਸਵੇਰੇ ਤਿਆਰ ਹੋ ਕੇ ਪਰੌਂਠਿਆਂ ਦੀ ਉਡੀਕ ਸੀ। ਰਸੋਈ 'ਚ ਆ ਰਹੀ ਸਲੂਣੀ ਖੁਸ਼ਬੂ ਠਰੇ ਠਰੇ ਵਾਤਾਵਰਨ 'ਚ ਫੈਲ ਰਹੀ ਸੀ। ਖੱਟੀ ਲੱਸੀ ਦੇ 2 ਜੱਗ ਮੇਜ਼ 'ਤੇ ਆ ਟਿਕੇ ਤੇ ਕਾਂਸੀ ਦੇ ਕਟੋਰੇ 'ਚ ਤਾਜ਼ਾ ਮੱਖਣ ਦਾ ਵੱਡਾ ਰੁੱਗ। ਕੱਦੂਕਸ ਕੀਤੀ ਗੋਭੀ ਵਾਲੇ ਪਰੌਂਠੇ 36 ਪਦਾਰਥ ਨਾਲੋਂ ਘੱਟ ਨਹੀਂ ਸੀ। ਗੁਰਪਾਲ ਨੇੜੇ ਬੈਠਾ ਸੀ, ਪਾਣੀ ਧਾਣੀ ਲਿਆਉਣ ਲਈ ਪੋਤਰੇ ਨੂੰ ਹਾਕਾ ਮਾਰਦਾ। ਜਲਕੁਰ ਨੂੰ ਬਿੰਦੇ ਝੱਟੇ ਆਖਦਾ, ਹੋਰ ਕੋਈ ਚੀਜ਼ ਪੁੱਛਾ, ਪਰੌਂਠੇ ਹੋਰ ਲਿਆ, ਲੱਸੀ ਦੇ ਹੈਗੀ ਜੱਗ 'ਚ। ਹੋਰ ਕੋਈ ਗੱਲ ਨਾ ਹੁੰਦੀ ਦੇਖ ਕੇ ਨੀਰੂ ਕਹਿਣ ਲੱਗੀ, ਗੁਰਪਾਲ ਸਿੰਘ ਤਾਂ ਫਿਰ ਚੱਲੀਏ ਹੁਣ ਕਦੇ ਅੰਮ੍ਰਿਤਸਰ। ਗੁਰਪਾਲ ਨੂੰ ਜਿਵੇਂ ਬਿਜਲੀ ਦਾ ਕਰੰਟ ਲੱਗਿਆ ਹੋਵੇ। ਉਹਦਾ ਸਰੀਰ ਧੰਦਕਿਆ। ਇੱਕ ਬਿੰਦ ਸੋਚ ਕੇ ਬੋਲਿਆ, ਵਾਹ ਜੀ, ਕੋਈ ਮੱਤ ਮਾਰੀ ਹੋਈ ਆ ਆਪਣੀ। ਮੌਤ ਨੂੰ ਮਾਸੀ ਆਖਣ ਵਾਲੀ ਗੱਲ ਹੈ। ਉੱਥੇ ਤਾਂ ਮੱਚਦੀ ਅੱਗ 'ਚ ਕੌਣ ਜਾਂਦਾ। ਉੱਥੇ ਹੁਣ ਕੋਈ ਨਹੀਂ ਜਾਂਦਾ। ਤੁਸੀਂ ਵੀ ਕਮਾਲ ਕਰਤੀ ਨਿਰੂਪਮ ਕੌਰ ਜੀ, ਅਖਬਾਰ ਪੜ੍ਹਦੇ ਹੋ ਕਿ ਨਹੀਂ? ਰੇਡੀਓ ਟੈਲੀਵਿਜ਼ਨ ਦੀ ਆਵਾਜ਼ ਕਦੇ ਕੰਨੀ ਪੈਂਦੀ ਹੋਊ। ਪਤਾ ਨਹੀਂ ਉੱਥੇ ਕੀ ਹੋ ਰਿਹਾ। ਅੰਮ੍ਰਿਤਸਰ ਜਾਵਾਂਗੇ, ਪਰ ਉਦੋਂ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਲੈ ਕੇ ਜਾਊ ਆਪਾਂ ਨੂੰ। ਫਿਰ ਹੌਕਾ ਜਿਹਾ ਲੈ ਕੇ ਕਹਿਣ ਲੱਗਾ, ਮੇਰੇ ਸਭ ਯਾਦ ਹੈ, ਕਰੀਏ ਕੀ, ਕੋਈ ਵਾਹ ਨਹੀਂ ਜਾਂਦੀ। ਹੁਣ ਤਾਂ ਉਹੀ ਸੱਚਾ ਪਾਤਸ਼ਾਹ ਬਾਜਾਂ ਵਾਲਾ ਸ਼ਾਂਤੀ ਵਰਤਾਵੇ ਕਦੇ, ਫਿਰ ਚੱਲਾਂਗੇ। ਕਿਉਂ ਨਹੀਂ ਜਾਵਾਂਗੇ? ਮਨ ਦਾ ਸੰਕਲਪ ਤਾਂ ਪੂਰਾ ਕਰਾਂਗੇ। ਕਿਉਂ ਵੀ ਗੁਰਪਾਲ, ਇਹ ਮਹਾਭਾਰਤ ਛਿੜਿਆ ਕਿੱਥੋਂ? ਨਾ ਇਹ ਰਾਜਨੀਤੀ ਕੋਈ, ਨਾ ਧਰਮ। ਮੈਨੂੰ ਤਾਂ ਇਸ ਲੜਾਈ ਦਾ ਪਤਾ ਨਹੀਂ ਲੱਗਦਾ। ਅਵਤਾਰ ਨੇ ਗੁਰਪਾਲ ਨੂੰ ਛੇੜ ਲਿਆ। ਉਹ ਅੱਗ ਭਬੂਕੇ ਵਾਂਗ ਉੱਠਿਆ। ਹੱਥ 'ਚ ਲਿਆ ਤੂਤ ਦਾ ਡੱਕਾ ਜਿਹਦੀ ਉਹ ਬਿਲਕ ਲਾ ਰਿਹਾ ਸੀ, ਤੋੜ ਕੇ ਪਰਾਂ ਸੁੱਟਤਾ। ਬੋਲਣ ਲੱਗਿਆ, ਮੈਂ ਦੱਸਾਂ ਇਹ ਸਿੰਗੜੀ ਛਿੜੀ ਕਿੱਥੋਂ? 78 ਦੀ ਗੱਲ ਆ। ਨਿਰੰਕਾਰੀਆਂ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਆਪਣਾ ਸੰਤ ਸਮਾਗਮ ਕੀਤਾ। ਉਸੇ ਦਿਨ ਉੱਥੇ ਖੰਡ ਕੀਰਤਨੀ ਜਥੇ ਦਾ ਪ੍ਰੋਗਰਾਮ ਸੀ। ਕਿਸੇ ਗੱਲ ਤੇ ਦੋਵੇਂ ਝੜਪ ਹੋ ਗਈ। ਮੁਕਾ ਗੱਲ, ਉੱਥੇ 16 ਸਿੱਖ ਮਾਰੇ ਗਏ। ਬਸ ਫੇਰ ਪੰਜਾਬ ਦੀ ਸਿੱਖ ਜਨਤਾ 'ਚ ਗੁੱਸੇ ਦੀ ਲਹਿਰ ਫੈਲ ਗਈ। ਗਜਬ ਸਾਈਂ ਦਾ ਮੁੱਖ ਮੰਤਰੀ ਸਿੱਖ ਹੋਵੇ, ਭਾਣਾ ਵਰਤੇ। ਬਾਬਾ ਗੁਰਬਚਨ ਸਿੰਘ ਨੂੰ ਫੜ ਲਿਆ। ਭਾਈ ਨਿਰੰਕਾਰੀਆਂ ਵਿਰੁੱਧ ਹੁਕਮਨਾਮਾ ਜਾਰੀ ਹੋ ਗਿਆ। ਇਹ ਸਭ ਉੱਥੋਂ ਸ਼ੁਰੂ ਹੋਇਆ। ਨਿਰੰਕਾਰੀ ਸੀ ਕਾਂਗਰਸ ਦੇ ਚਹੇਤੇ। ਪੁੱਛਣ ਵਾਲਾ ਹੋਵੇ ਵੀ ਅੰਮ੍ਰਿਤਸਰ ਸਿੱਖਾਂ ਦਾ ਗੜ੍ਹ, ਉੱਥੇ ਨਿਰੰਕਾਰੀਆਂ ਨੇ ਆਪਣਾ ਸਮਾਗਮ ਰੱਖ ਕੇ ਭਲਾ ਪੰਗਾ ਹੀ ਲਿਆ ਨਾ। ਕਮਾਲ ਦੀ ਗੱਲ, ਜਿਸ ਦਿਨ ਅੰਮ੍ਰਿਤਸਰ ਝੜਪ ਹੋਈ ਉਸੇ ਦਿਨ ਦਲ ਖਾਲਸਾ ਦੀ ਨੀਂਹ ਰੱਖੀ ਗਈ। ਦਲ ਖਾਲਸਾ ਦੀ ਸਥਾਪਨਾ ਵੀ ਕਾਂਗਰਸ ਨੇ ਕਰਾਈ। ਅੱਗੇ ਕਾਲੀਆਂ ਦੇ ਨਾਸੀ ਧੂਆਂ ਦੇਣਾ। ਇਹੀ ਦਲ ਖਾਲਸਾ ਅੱਗੇ ਜਾ ਕੇ ਸਾਰੀਆਂ ਕਲਾ ਦਾ ਮੂਲ ਬਣਿਆ। ਇੱਕ ਅਨੰਦਪੁਰ ਸਾਹਿਬ ਦਾ ਮਤਾ ਖਾਲਸੇ ਦਾ ਬੋਲਬਾਲਾ ਅਵਤਾਰ ਬੋਲਣ ਹੀ ਲੱਗਿਆ ਸੀ। ਗੁਰਪਾਲ ਵਿੱਚੋਂ ਕੱਟ ਕੇ ਕਹਿੰਦਾ, ਹਾਂ ਉਹ ਮਤਾ ਕਿਹੜਾ ਇੱਕ ਰਿਹਾ, ਸਮੇਂ ਸਮੇਂ ਉਹਦਾ ਰੂਪ ਬਦਲ ਕੇ ਪੇਸ਼ ਹੁੰਦਾ ਰਿਹਾ। ਇੱਕ ਵਕਤ ਇਹ ਮੰਗ ਉੱਭਰ ਕੇ ਸਾਹਮਣੇ ਆਈ ਵੀ ਸੈਂਟਰ ਕੋਲ ਸਿਰਫ 4 ਮਹਿਕਮੇ ਰਹਿਣ, ਵਿਦੇਸ਼ੀ, ਕਰੰਸੀ, ਰੱਖਿਆ ਤੇ ਡਾਕਘਰ, ਜਿਸ 'ਚ ਰੇਲਾਂ ਵੀ ਸ਼ਾਮਲ ਹੋਣ। ਬਾਕੀ ਸਾਰਾ ਪ੍ਰਬੰਧ ਪੰਜਾਬ ਦਾ ਆਪਣਾ। ਇਹ ਤਾਂ ਸੂਬਿਆਂ ਦੇ ਵੱਧ ਅਧਿਕਾਰ ਵਾਲੀ ਗੱਲ ਹੋਈ ਨਾ। ਸੂਬਿਆਂ ਨੂੰ ਵੱਧ ਅਧਿਕਾਰ ਦੇ ਦਿੱਤੇ ਜਾਣ ਤਾਂ ਸਾਰੇ ਮਸਲੇ ਹੱਲ ਹੋ ਸਕਦੇ ਆ। ਸਾਰੇ ਇੰਡੀਆ 'ਚ ਜਿਹੜੀਆਂ ਗੜਬੜਾਂ ਉੱਠਦੀਆਂ ਇੱਕਦਮ ਮੁੱਕ ਜਾਣ। ਹੁਣ ਸੈਂਟਰ ਜੱਫਾ ਮਾਰੀ ਬੈਠਾ ਸਾਰੇ ਹਿੰਦੁਸਤਾਨ ਨੂੰ, ਅਖੇ ਸਾਰੇ ਜਹਾਂ ਕਾ ਦਰਦ ਹਮਾਰੇ ਜਿਗਰ ਮੇਂ ਹੈ। ਦੇਸ਼ ਨੂੰ ਇਕਮੁੱਠ ਰੱਖਣ ਦਾ ਇਲਾਜ ਬਸ ਇੱਕ ਹੋ ਸਕਦਾ ਹੈ, ਵਿਕੇਂਦਰੀਕਰਨ। ਜੇ ਇਹੀ ਹਾਲ ਰਿਹਾ ਤਾਂ ਅੱਜ ਨਹੀਂ ਕੱਲ੍ਹ ਦੇਸ਼ ਦੇ ਟੁਕੜੇ ਹੋਣਗੇ। ਆਪਣੇ ਇੱਕ ਟੱਬਰ 'ਚ 4 ਮੁੰਡੇ ਹੋਣ, ਚਾਰੇ ਵਿਆਹੇ ਜਾਣ, ਗਾਂ ਉਹਨਾਂ ਦੇ 4-4 ਜਵਾਕ ਹੋ ਜਾਣ, ਉਹ ਅੱਡ ਹੋਣਗੇ। ਉਹਨਾਂ ਦਾ ਇਕੱਠ ਕਿਸੇ ਪ੍ਰਕਾਰ ਨਿਭ ਹੀ ਨਹੀਂ ਸਕਦਾ। ਬੁੜੇ ਨੂੰ ਆਪਦੀ ਸਰਦਾਰੀ ਛੱਡ ਕੇ ਇਕੱਲੇ ਪੁੱਤ ਨੂੰ ਸਰਦਾਰੀ ਦੇਣੀ ਪਊ। ਅਵਤਾਰ ਦੱਸਣ ਲੱਗਿਆ, ਤੂੰ ਰੂਸ ਨੂੰ ਦੇਖ, ਅਮਰੀਕਾ, ਕੈਨੇਡਾ, ਹੋਰ ਵੀ ਦੇਸ਼ ਨੇ,
ਉੱਥੇ ਵੱਖ-ਵੱਖ ਸਟੇਟਾਂ ਨੇ ਪਰ ਦੇਸ਼ ਫੇਰ ਵੀ ਇੱਕ ਹੈ। ਰੂਸ ਦਾ ਅਸਲੀ ਨਾਂ USSR ਮਤਲਬ ਸਮਾਜਵਾਦੀ ਸੋਵੀਅਤ ਰਿਪਬਲਿਕ ਦੀ ਯੂਨੀਅਨ। 15 ਯੂਨੀਅਨ ਰਿਪਬਲਿਕਾਂ ਨੇ। ਇਹ ਅਗਾਂਹ ਵੀ ਖੁਦ ਮੁਖਤਿਆਰ ਰਿਪਬਲਿਕਾਂ 'ਚ ਵੰਡੀਆਂ ਹੋਈਆਂ ਨੇ। ਹਰ ਇੱਕ ਦਾ ਆਪਣਾ ਸੰਵਿਧਾਨ ਹੈ, ਆਪਣੀ ਸੁਪਰੀਮ ਸੋਵੀਅਤ ਸਰਕਾਰ, ਆਪਣੀ ਸੁਪਰੀਮ ਕੋਰਟ ਆਪਣੀ। ਅਨੇਕਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਉੱਥੇ। ਇੱਕੋ ਰਿਪਬਲਿਕ 'ਚ ਕਈ ਭਾਸ਼ਾਵਾਂ। ਸਟੇਟ 'ਚ ਧਰਮ ਦਾ ਕੋਈ ਦਖਲ ਨਹੀਂ। ਸਾਰਾ ਦੇਸ਼ ਖੁਦ ਮੁਖਤਿਆਰ ਖੇਤਰਾਂ 'ਚ ਵੰਡਿਆ ਹੈ। ਹਰ ਯੂਨੀਅਨ ਰਿਪਬਲਿਕ ਦੀ ਰਾਜਧਾਨੀ, ਅਲੱਗ ਝੰਡਾ। ਅਲੱਗ ਝੰਡਿਆਂ 'ਚ ਬਸ ਇੱਕ ਚੀਜ਼ ਸਾਂਝੀ ਹੈ, ਦਾਤੀ ਥੋੜਾ ਤੇ ਤਾਰੇ ਦਾ ਨਿਸ਼ਾਨ। ਭਾਰਤ ਵਿੱਚ ਇਹ ਸਭ ਨਹੀਂ ਹੋ ਸਕਦਾ। ਹੋ ਸਕਦਾ ਪਰ ਇੱਥੇ ਭਾਸ਼ਾ, ਧਰਮ ਤੇ ਕੌਮਾਂ ਦੇ ਝਗੜੇ ਇੱਕ ਦੂਜੇ ਨੂੰ ਨੇੜੇ ਨਹੀਂ ਲੱਗਣ ਦਿੰਦੇ। ਮੈਂ ਉਹ ਆਨੰਦਪੁਰ ਦੇ ਮਤੇ ਦੀ ਗੱਲ ਕਰਦਾ ਸੀ। ਉਹ ਆਨੰਦਪੁਰ ਦਾ ਮਤਾ ਠੀਕ ਹੈ ਪਰ ਉਹ ਸਾਰੇ ਪੰਜਾਬੀਆਂ ਲਈ ਹੁੰਦਾ। ਗੱਲ ਤਾਂ ਫੇਰ ਬਣਦੀ। ਇਸ 'ਚ ਵਾਦ ਵਿਵਾਦ ਬਹੁਤ ਹੈ। ਤੂੰ ਉਹ ਗੱਲ ਪੁੱਛੀ ਸੀ ਨਾ ਮਹਾਭਾਰਤ ਛਿੜਨ ਵਾਲੀ। 1980 ਦੀਆਂ ਲੋਕ ਸਭਾ ਚੋਣਾਂ ਕਾਂਗਰਸ ਨੇ ਫੇਰ ਜਿੱਤ ਲਈਆਂ। ਪੰਜਾਬ 'ਚ ਕਾਂਗਰਸ 13 ਚੋਂ 12 ਸੀਟਾਂ ਲੈ ਗਈ। ਫਿਰ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, ਕਾਂਗਰਸ ਉੱਥੇ ਵੀ ਲੈ ਗਈ। ਲੋਕ ਸਭਾ ਚੋਣਾਂ ਦੇ ਦੌਰਾਨ ਫੌਰਨ ਪਿੱਛੋਂ ਬਾਬਾ ਗੁਰਬਚਨ ਸਿੰਘ ਨੂੰ ਬਰੀ ਕਰਤਾ। ਉਹਦੇ 61 ਬੰਦਿਆਂ ਨੂੰ ਵੀ। ਅਕਾਲੀਆਂ ਦੀ ਬਹੁਤ ਹੱਦ ਤੱਕ ਹੋਈ। ਮਈ 'ਚ ਹੀ ਬਾਬੇ ਨੂੰ ਕਤਲ ਕਰਤਾ ਗਿਆ। ਹੁਣ ਭਿੰਡਰਾਂ ਵਾਲੇ ਦਾ ਨਾਂ ਇਸ ਕਤਲ ਕੇਸ 'ਚ ਆ ਗਿਆ। ਉਹਨੇ ਜਾ ਕੇ ਗੁਰੂ ਨਾਨਕ ਨਿਵਾਸ ਤੇ ਡੇਰਾ ਲਾ ਲਿਆ। ਹਾਂ, ਉਹ ਤਾਂ ਅਵਤਾਰ ਨੇ ਉੱਠਣਾ ਚਾਹਿਆ। ਨਹੀਂ ਹੋਰ ਸੁਣ, ਖਾੜਾ ਭਖਿਆ ਕਿਵੇਂ। ਅਕਾਲੀਆਂ ਦੀ 4 ਚੁਫੇਰਿਓਂ ਹਾਰ ਹੋ ਰਹੀ ਸੀ। ਅਸਲ 'ਚ ਕੇਂਦਰ ਉਹਨਾਂ ਨੂੰ ਠਿੱਠ ਕਰ ਰਿਹਾ ਸੀ। ਅਕਾਲੀਆਂ ਨੇ ਪੰਜਾਬੀ ਸੂਬਾ ਲੈ ਕੇ ਵੀ ਕੁਛ ਨਾ ਖੱਟਿਆ। ਜਨਤਾ ਰਾਜ ਵੇਲੇ ਉਹਨਾਂ ਦੇ ਪੰਜਾਬ ਸਰਕਾਰ 'ਚ ਹਿੰਦੂਆਂ ਨੂੰ ਭਾਈਵਾਲ ਬਣਾਈ ਰੱਖਿਆ। ਅਖੇ ਸੈਕੂਲਰ ਹਾਂ ਅਸੀਂ। 80 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਉਹ ਹਾਰੇ। ਸਿੱਖ ਵੋਟਰਾਂ ਨੇ ਵੀ ਉਹਨਾਂ ਦਾ ਸਾਥ ਨਾ ਦਿੱਤਾ। ਓਏ ਆਹੋ, ਨਹੀਂ ਅਕਾਲੀਆਂ ਨੇ ਮਜਬੂਰ ਹੋ ਕੇ ਤਿੱਖਾ ਨਾਅਰਾ ਇਹ ਦਿੱਤਾ, ਆਹੀ ਅਨੰਦਪੁਰ ਮਤਾ, ਵੀ ਨਿਰੋਲ ਸਿੱਖਾਂ ਦੀ ਗੱਲ ਕਰੋ ਤਾਂ ਹੀ ਮਗਰ ਲੱਗਣਗੇ ਇਹ ਲੋਕ। ਫੇਰ ਤਾਂ ਤਿੱਖੇ ਨਾਅਰਿਆਂ ਦਾ ਹੀ ਮੁਕਾਬਲਾ ਹੋਣ ਲੱਗ ਪਿਆ। ਤੁਰੀ ਗਈ ਅੱਗ ਦੀ ਲਾਟ ਕੇਂਦਰ ਅੰਦਰ ਖਾਤੇ ਕੱਛਾਂ ਵਜਾਉਂਦਾ। ਉਹਨੂੰ ਕੀ ਹਿੰਦੂ ਸਿੱਖ ਖਤਮ ਹੋਈ ਜਾਂਦੇ ਨੇ, ਹੋਈ ਜਾਣ, ਆਪੇ ਹੰਭ ਕੇ ਇੱਕ ਦਿਨ ਬੈਠ ਜਾਣਗੇ। ਅਵਤਾਰ ਉੱਠ ਖੜਾ ਤੇ ਤੋੜਾ ਝਾੜਿਆ। ਇਹ ਸਾਰੀ ਖੇਡ 'ਚ ਇੰਦਰਾ ਗਾਂਧੀ ਖੱਟ ਜੂ। ਪਤਾ ਕੀ, ਪੰਜਾਬ ਦੀ ਸਾਰੀ ਹਿੰਦੂ ਵੋਟ ਉਹਦੀ ਝੋਲੀ ਜਾ ਪਊ। ਇਹੀ ਚਾਹੁੰਦੀ ਹੈ ਇੰਦਰਾ। ਇੱਕ ਲਾਠੀ ਨਾਲ 2 ਸੱਪ ਮਰਨਗੇ। ਅਕਾਲੀ ਵੀ ਗਏ, ਜਨਸੰਘੀ ਵੀ ਗਏ। ਪੰਜਾਬ ਦਾ ਹਿੰਦੂ 48% ਹੈ। ਫਿਰ ਸਿੱਖਾਂ ਦੇ ਹੋਰ ਫਿਰਕੇ ਵੀ ਕਾਂਗਰਸ ਦੇ ਨਾਮਧਾਰੀ ਰਾਧਾ ਸਵਾਮੀ, ਨਿਰੰਕਾਰੀ, ਸੱਚੇ ਸੌਦੇ ਵਾਲੇ ਸਭ ਕਾਂਗਰਸ ਨੂੰ ਭੁਗਤਦੇ ਆ। ਇਹ ਕੁਰਸੀ ਯੁੱਧ ਹੈ ਮਹਾਰਾਜ। ਸਰਬਜੀਤ ਤੇ ਸਰਗੀ ਘਰ ਦੇ ਬੱਚਿਆਂ ਨਾਲ ਦੁਬਾਰਾ ਖੇਡਣ ਲੱਗ ਪਏ। ਨੀਰੂ ਦਲਬੀਰ ਨੂੰ ਦੁੱਧ ਚੰਗਾ ਰਹੀ ਸੀ। ਜਲਕੁਰ ਉਹਦੇ ਕੋਲ ਬੈਠੀ ਹੋਈ ਸੀ। ਦੋਵੇਂ ਕੋਈ ਗੱਲਾਂ ਕਰ ਰਹੀਆਂ ਸੀ। ਅਵਤਾਰ ਨੇ ਜਾਣ ਲਈ ਕਿਹਾ ਤਾਂ ਜਲਕੁਰ ਬੋਲੀ, ਪਰੌਂਠੇ ਤਾਂ ਤੁਸੀਂ ਗੱਲਾਂ ਕਰਕੇ ਹਜਮ ਕਰ ਲਏ ਆਪਣੇ, ਹੁਣ ਬਹਿ ਜਾਓ, ਹੋਰ ਕਰ ਲਓ ਗੱਲਾਂ, ਚਾਹ ਧਰੀ ਹੋਈ ਆ। ਫਿਰ ਕਹਿੰਦੀ, ਮੈਂ ਆਨੀ ਆ ਤੁਹਾਡੀ ਇਸ ਮਗਜਾਲੀ 'ਚੋਂ ਨਿਕਲਦਾ ਵੀ ਹੈ ਕੁਛ, ਜਿਹੜਾ ਹੋਈ ਜਾਂਦਾ ਸਾਹਮਣੇ। ਆ ਗੱਲਾਂ ਤਾਂ ਅਖਬਾਰਾਂ 'ਚ ਨਿੱਤ ਆਉਂਦੀਆਂ। ਜਲਕੁਰ ਦੀ ਗੱਲ ਸੁਣ ਕੇ ਦੋਵੇਂ ਮੁਸਕਰਾਉਣ ਲੱਗੇ। ਬੜਬੜੋਂ ਮੁੜ ਕੇ ਨੀਰੂ ਨੇ ਗੱਲ ਛੇੜੀ, ਹੁਣ ਤੁਹਾਡੀ ਸਸੁਰਾਲ ਵੀ ਜਾ ਆਈਏ ਹਿਸਾਰ? ਹਾਂ, ਉਹ ਨਹੀਂ ਆਏ ਤਾਂ ਕੀ, ਆਪਾਂ ਜਾ ਆਉਂਦੇ, ਫਿਰ ਆਉਂਦੇ ਜਾਂਦੇ ਰਹਾਂਗੇ। ਦੇਖਾਂ ਭਲਾ ਉਹ ਮੈਨੂੰ ਕਿੰਨਾ ਚਾਹੁੰਦੇ ਹੈ। ਅਵਤਾਰ ਹਿਸਾਰ ਜਾਣ ਦਾ ਪ੍ਰੋਗਰਾਮ ਬਣਾ ਹੀ ਰਿਹਾ ਸੀ। ਅਖਬਾਰਾਂ ਰਾਹੀਂ ਪਤਾ ਲੱਗਿਆ 8 ਫਰਵਰੀ ਨੂੰ ਪੰਜਾਬ ਬੰਦ ਹੈ। ਇਹ ਅਕਾਲੀ ਦਲ ਦੀ ਕਾਲ ਸੀ। ਹਿੰਦੂਆਂ ਵਿੱਚ ਦਹਿਸ਼ਤ ਸੀ ਕਿ ਉਸ ਦਿਨ ਜ਼ਰੂਰ ਗੜਬੜ ਹੋਏਗੀ। ਆਮ ਸਿੱਖ ਜਨਤਾ ਵੀ ਘਬਰਾਈ ਹੋਈ ਸੀ। ਅਵਤਾਰ ਨੇ ਸੋਚਿਆ 8 ਫਰਵਰੀ ਲੰਘ ਲਵੇ, ਉਹ ਫੇਰ ਹੀ ਹਿਸਾਰ ਜਾਣਗੇ। ਚਾਹੇ ਇਹ ਕੋਈ ਪਤਾ ਨਹੀਂ ਸੀ ਕਿ 8ਵੀਂ 10ਵੀਂ ਦੇ ਇਮਤਿਹਾਨ ਕਦੋਂ ਹੋਣਗੇ ਵੀ ਕਿ ਨਹੀਂ। ਪੰਜਾਬ ਦੇ ਹਰ ਖੇਤਰ 'ਚ ਇੱਕ ਅਨਿਸ਼ਚਿਤਤਾ ਛਾਈ ਹੋਈ ਸੀ। ਫਿਰ ਵੀ ਉਹ ਸੋਚ ਰਿਹਾ ਸੀ ਕਿ ਫਰਵਰੀ ਖਤਮ ਹੋਣ ਤੋਂ ਪਹਿਲਾਂ ਉਹ ਹਿਸਾਰ ਜਾ ਆਉਣ। ਹੋ ਸਕਦਾ ਸਰਗੀ ਦੇ 8ਵੀਂ ਦੇ ਪੇਪਰ ਮਾਰਚ ਵਿੱਚ ਸ਼ੁਰੂ ਹੋ ਜਾਣ। ਉਹਦੇ ਪੜ੍ਹਾਈ ਦੇ ਦਿਨ ਹੈ, ਮੁੰਡੇ ਕੁੜੀ ਦੋਵਾਂ ਨੂੰ ਨਾਲ ਲਿਜਾਣਾ ਜ਼ਰੂਰੀ ਹੈ। ਉਹਨੇ ਸਾਰੇ ਹਫ਼ਤੇ ਦੀ ਛੁੱਟੀ ਲੈ ਲਈ। ਉਹ ਜਾਣਗੇ ਤਾਂ ਘੱਟੋ ਘੱਟ 4 ਦਿਨ ਤਾਂ ਰਹਿਣਗੇ। ਕਿੰਨੀ ਦੇਰ ਬਾਅਦ ਜਾਣਾ ਹੈ। 10 ਫਰਵਰੀ ਨੂੰ ਹਿਸਾਰ ਪਹੁੰਚ ਗਏ। ਉਹਦੇ ਸਾਲੇ ਮੱਖਣ ਸਿੰਘ ਨੂੰ ਚਾਅ ਚੜ੍ਹ ਗਿਆ। ਹਰ ਰੋਜ਼ ਸ਼ਾਮ ਨੂੰ ਮੀਟ ਬਣਦਾ, ਸ਼ਰਾਬ ਉੱਡਦੀ। ਅਵਤਾਰ ਦੀ ਸਾਲੇਹਾਰ ਨੀਰੂ ਨੂੰ ਬਹੁਤ ਪਿਆਰ ਕਰ ਰਹੀ ਸੀ। ਸਰਬਜੀਤ ਤੇ ਸਰਗੀ ਮਾਮੇ ਦੀਆਂ ਕੁੜੀਆਂ 'ਚ ਹੀ ਰਹਿੰਦੇ। ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨਾ ਮੁੱਕਦੀਆਂ। ਮਾਮੇ ਦੀਆਂ ਛੋਟੀਆਂ ਦੋਵੇਂ ਕੁੜੀਆਂ ਦਲਬੀਰ ਨੂੰ ਗੋਦੀ 'ਚ ਲਈ ਬੈਠੀਆਂ ਰਹਿੰਦੀਆਂ। ਕਦੇ ਉਹ ਉਹਦੇ ਬੁੱਲ੍ਹਾਂ ਨੂੰ ਹੱਥ ਲਾ ਉਹਨੂੰ ਹਸਾਉਂਦੀਆਂ। 4 ਰਾਤਾਂ ਰਹਿ ਕੇ ਜਿਸ ਦਿਨ ਮੁੜਨ ਲੱਗੇ ਪਤਾ ਲੱਗਿਆ ਕਿ ਅੱਜ ਹਰਿਆਣਾ ਬੰਦ ਹੈ। ਪੰਜਾਬ 'ਚ ਹੋ ਰਹੇ ਹਿੰਦੂ ਕਤਲਾਂ ਵਿਰੁੱਧ ਇਹ ਹਿੰਦੂ ਸੰਗਠਨ ਦੀ ਕਾਲ ਸੀ।
ਇਹ ਬੰਦ ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਵੀ ਸੀ। ਪੰਜਾਬ ਦਾ 8 ਫਰਵਰੀ ਵਾਲਾ ਬੰਦ ਦਾ ਕੀ ਪਤਾ, ਮੱਖਣ ਸਿੰਘ ਨੇ ਉਹਨਾਂ ਨੂੰ ਉਸ ਦਿਨ ਹਿਸਾਰ ਹੀ ਰੱਖ ਲਿਆ। ਸੱਚੀ ਘਟਨਾ ਉੱਤੇ ਆਧਾਰਿਤ ਦਿੱਲੀ ਦੇ ਇੱਕ ਪੰਜਾਬੀ ਲੇਖਕ ਨੇ ਕਹਾਣੀ ਲਿਖੀ। ਦੋ ਦੋਸਤ ਸੀ, ਇੱਕ ਹਿੰਦੂ ਸੀ ਇੱਕ ਸਿੱਖ। ਹਿੰਦੂ ਕੇਸਾਧਾਰੀ ਸੀ, ਸਿੱਖ ਮੋਨਾ। ਦੋਵੇਂ ਦਿੱਲੀ ਗਏ ਵੱਖ-ਵੱਖ ਦਿਨਾਂ 'ਚ, ਪਰ ਇੱਕ ਦਿੱਲੀ ਪਹੁੰਚਿਆ, ਦੂਜਾ ਪਹੁੰਚਿਆ ਹੀ ਨਹੀਂ। ਹਿੰਦੂ ਦੋਸਤ ਪੰਜਾਬ 'ਚ ਤਾਂ ਬਚਿਆ ਫਿਰਦਾ ਰਿਹਾ, ਪਰ ਦਿੱਲੀ ਜਾਂਦਾ ਹਰਿਆਣੇ 'ਚ ਮਾਰਿਆ ਗਿਆ। ਸਿੱਖ ਦੋਸਤ ਦਿੱਲੀੋਂ ਮੁੜਦਾ ਹਰਿਆਣੇ 'ਚ ਤਾਂ ਬਚ ਗਿਆ, ਪਰ ਪੰਜਾਬ 'ਚ ਆ ਕੇ ਮਾਰਿਆ ਗਿਆ। ਅੰਗ 15ਵਾਂ। 84 ਦੇ ਜੂਨ ਮਹੀਨੇ ਦੀ 2 ਤਰੀਕ ਗੁਰਪਾਲ ਦੁਪਹਿਰੇ ਜੇ ਆਇਆ। ਚਾਹ ਨਹੀਂ ਪੀਤੀ, ਲੂਣ ਵਾਲਾ ਨਿੰਬੂ ਦਾ ਪਾਣੀ ਉਹਨੇ ਮੰਗਿਆ। ਥੱਕਿਆ ਮਾਨਸਿਕ ਤੌਰ ਤੇ ਕੁਝ ਪਰੇਸ਼ਾਨ। ਗਰਮੀ ਦੀਆਂ ਛੁੱਟੀਆਂ ਸੀ, ਅਵਤਾਰ ਘਰ ਹੀ ਰਹਿੰਦਾ, ਅਖਬਾਰ ਪੜ੍ਹਦਾ ਜਾਂ ਕੋਈ ਕਿਤਾਬ। ਰਸਾਲੇ ਨਵੇਂ ਮਹੀਨੇ ਦੇ ਅਜੇ ਆਏ ਨਹੀਂ ਸੀ। ਦਿੱਲੀ ਤੋਂ ਛਪਦਾ ਸਿਰਫ ਇੱਕ ਮਾਸਿਕ ਪੱਤਰ ਮਿਲਿਆ ਸੀ। ਉਹਨੇ ਇਸ ਮਹੀਨੇ ਪੰਜਾਬ ਅੰਕ ਪ੍ਰਕਾਸ਼ਿਤ ਕੀਤਾ ਸੀ। ਇਸ 'ਚ ਬੜੇ ਕੀਮਤੀ ਲੇਖ ਸੀ, ਖਾਸ ਕਰਕੇ ਇੰਗਲੈਂਡ ਰਹਿੰਦੇ ਕਿਸੇ ਮਕਸੂਦਪੁਰੀ ਦਾ ਲੇਖ। ਇਸ ਲੇਖ 'ਚ ਰਾਜਨੀਤਿਕ ਪੈਂਤੜਿਆਂ ਦੇ ਦਖਲ ਦਾ ਵਰਣਨ ਕਰਕੇ ਪੰਜਾਬ ਮਸਲੇ ਦੀ ਛਾਣਬੀਣ ਕੀਤੀ ਗਈ। ਅਮਰੀਕਾ ਜਿਹੀਆਂ ਸਰਮਾਏਦਾਰ ਸ਼ਕਤੀਆਂ ਦੇ ਦਖਲ ਦਾ ਮੁੱਖ ਮੰਤਵ ਵੀ। ਅਵਤਾਰ ਨੂੰ ਇਹ ਲੇਖ ਚੰਗਾ ਲੱਗਿਆ ਤੇ ਉਹਨੇ ਉਹਨੂੰ 3 ਵਾਰ ਪੜ੍ਹਿਆ। ਮਾਸਿਕ ਪੱਤਰ ਗੁਰਪਾਲ ਨੂੰ ਦੇ ਕੇ ਉਹਨੇ ਆਖਿਆ, ਲੈ ਜਾ ਪੜ੍ਹੀ। ਉਸ ਦਿਨ ਗੁਰਪਾਲ ਨੇ ਰੋਟੀ ਨਹੀਂ ਖਾਧੀ, ਕਹਿੰਦਾ ਦਿਲ ਭਰਿਆ ਜਾ ਪਿਆ। ਅਵਤਾਰ ਨੇ ਅਜੇ ਦੁਪਹਿਰ ਦੀ ਰੋਟੀ ਖਾਣੀ ਸੀ। ਘਰ ਦੇ ਸਾਰੇ ਕੰਮ ਨਿਬੇੜ ਕੇ ਦੁਪਹਿਰ ਦੀ ਰੋਟੀ ਬਣਾ ਕੇ ਨੀਰੂ ਨੇ ਜਾਲੀ 'ਚ ਰੱਖਤੀ। ਮੁੰਡਾ ਸੁੱਤਾ ਹੋਇਆ ਸੀ, ਆਪ ਉਹ ਬਾਬੇ ਦੇ ਕਮਰੇ 'ਚ ਪਾਠ ਕਰ ਰਹੀ ਸੀ। ਅਵਤਾਰ ਕਹਿੰਦਾ, ਲੌਂਗੋਵਾਲ ਨੇ ਨਾਮ ਮਿਲਵਰਤਨ ਪ੍ਰੋਗਰਾਮ ਦਾ ਐਲਾਨ ਕਰਤਾ ਬਈ, ਕੱਲ੍ਹ 3 ਜੂਨ ਤੋਂ। ਹਾਂ, ਇਹ ਤਾਂ ਹੁਣ ਅੱਗੇ ਵਧੂਗੀ ਗੱਲ। ਚਿੰਤਾ ਵਾਲੀ ਗੱਲ ਤਾਂ ਇਹ ਹੈ ਵੀ ਦੋਹਾਂ 'ਚ ਸੁਰਮੇਲ ਕੋਈ ਨਹੀਂ। ਜੇ ਇੱਕ ਹੋ ਕੇ ਚੱਲਣ, ਇੱਕ ਲੀਡਰ ਹੋਵੇ, ਇਹਨਾਂ ਦਾ ਤਾਂ ਕੇਂਦਰ ਝੁਕ ਜਾ ਸਕਦਾ। ਅਕਾਲੀਆਂ ਦੀਆਂ ਮੰਗਾਂ ਦੀ ਲੜੀ ਵੀ ਤਾਂ ਹਨੂੰਮਾਨ ਦੀ ਪੂਛ ਵਾਂਗੂ ਦਿਨੋਂ ਦਿਨ ਵਧੀ ਤੁਰੀ ਜਾਂਦੀ ਹੈ। ਕੇਂਦਰ ਅੱਧੀਆਂ ਜੇ ਮੰਨ ਲੈਂਦਾ, ਮੈਂ ਕਹਿੰਦਾ ਉਹ ਲੈ ਕੇ ਮੋਰਚਾ ਵਾਪਸ ਆ ਜਾਣ। ਇਉਂ ਨਹੀਂ ਮੰਨਦੇ ਖਾਲਸੇ। ਹੁਣ ਤਾਂ ਅੜੇ ਸੁਚੜੇ ਸਿਰੇ ਲੱਗੂ ਕਹਾਣੀ। ਮੈਂ ਹੋਰ ਡਰਦਾ ਯਾਰ, ਨਿੱਤ ਖਬਰਾਂ ਆਉਂਦੀਆਂ ਫਲਾਣੇ ਗੁਰਦੁਆਰੇ ਦੇ ਸਰੋਵਰ 'ਚ ਸਿਗਰਟਾਂ ਦੀਆਂ ਡੱਬੀਆਂ ਤਰਦੀਆਂ ਮਿਲੀਆਂ, ਫਲਾਣੇ ਮੰਦਿਰ 'ਚ ਗਊ ਦੀ ਪੂਛ ਸਿੱਟੀ ਪਈ ਦੇਖੀ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਫੂਕੀਆਂ ਜਾ ਰਹੀਆਂ। ਦੂਜਾ ਪਾਕਿਸਤਾਨ ਨਾ ਬਣ ਜੇ ਕਿਤੇ ਫਸਾਦ ਹੀ ਨਾ ਹੋ ਜਾਣ ਕਿਤੇ। ਨਹੀਂ, ਇਹ ਨਹੀਂ ਹੁੰਦਾ, ਜ਼ੋਰ ਲਾ ਲੇ ਕੋਈ, ਇਹ ਤਾਂ ਕਦੇ ਨਹੀਂ ਹੋਣਾ। ਹਿੰਦੂ ਸਿੱਖਾਂ ਦੀ ਜੜ ਇੱਕ ਹੈ ਨਾ, ਬਾਣੀਆਂ ਤੇ ਜੱਟਾਂ ਨੂੰ ਛੱਡ ਕੇ ਬਾਕੀ ਕੁੱਲ ਜਾਤਾਂ ਹਿੰਦੂ ਵੀ ਨੇ, ਸਿੱਖ ਵੀ ਹੈ। ਇੱਕੋ ਟੱਬਰ 'ਚ ਇੱਕ ਭਰਾ ਸਿੱਖ, ਇੱਕ ਹਿੰਦੂ। ਹਿੰਦੂਆਂ ਦੀ ਕੁੜੀ ਸਿੱਖਾਂ ਦੇ ਵਿਆਹੀ ਹੁੰਦੀ ਹੈ, ਸਿੱਖਾਂ ਦੀ ਹਿੰਦੂਆਂ ਦੇ। ਇਹ ਲੋਕ ਇੱਕ ਦੂਜੇ ਨੂੰ ਮਾਰ ਨਹੀਂ ਸਕਦੇ, ਪਰ ਭਾਈ ਮਜ਼ਹਬੀ ਜਨੂੰਨ ਚੜਿਆ ਹੋਵੇ ਤਾਂ ਪਤਾ ਕੁਛ ਨਹੀਂ ਲੱਗਦਾ। ਕੀ ਕਹਿ ਸਕਦੇ ਹਾਂ। ਅਵਤਾਰ ਕਹਿੰਦਾ, ਪਾਕਿਸਤਾਨ ਵੇਲੇ ਮੁਸਲਮਾਨ ਕਿਹੜਾ ਆਮ ਹਿੰਦੂ ਸਿੱਖਾਂ ਨੇ ਮਾਰੇ ਸੀ, ਗੁੰਡੇ ਤੇ ਲੁਟੇਰਿਆਂ ਨੇ ਕੀਤਾ ਸਭ। ਹੁਣ ਕੰਪਲੈਕਸ ਵਿੱਚ ਉਹ ਸਾਰੇ ਕਦੋਂ ਭਿੰਡਰਾਂ ਵਾਲੇ ਦੇ ਬੰਦੇ ਆ, ਉਹਨਾਂ 'ਚ ਗੁੰਡਾ ਅਨਸਰ ਵੀ ਜਾ ਵੜਿਆ। ਲੁਟੇਰੇ ਤੇ ਸਮਗਲਰ, ਇਹ ਲੋਕ ਬਾਹਰ ਨਿਕਲਦੇ ਆ, ਲੁੱਟ ਖੋਹ ਕਰਕੇ, ਕਤਲ ਕਰਕੇ, ਮੁੜ ਕੇ ਫੇਰ ਕੰਪਲੈਕਸ 'ਚ ਜਾ ਦਾਖਲ ਹੁੰਦੇ ਆ। ਉਹ ਗੱਲਾਂ ਕਰ ਹੀ ਰਹੇ ਸੀ ਕਿ ਨੀਰੂ ਦਾ ਇੱਧਰ ਆਉਣ ਦੀ ਬਿੜਕ ਹੋਈ। ਦੂਰ ਹੀ ਗੁਰਪਾਲ ਕਹਿੰਦਾ, ਹੁਣ ਦੇਖ ਇਹ ਕਹੂਗੀ ਕਦੋਂ ਜਾਵਾਂਗੇ ਅੰਮ੍ਰਿਤਸਰ। ਹਾਂ ਵੀ ਇਹਨੂੰ ਲੈ ਜਾ ਯਾਰ, ਇੱਕ ਵਾਰੀ ਇਹਨੂੰ ਵੀ ਦੇਖ ਆਉਣ ਦੇ ਜੰਡੀ ਦਾ ਭਾਣ। ਅਵਤਾਰ ਹੱਸਿਆ, ਹੋਰ ਸੁਣਿਆ ਤੂੰ, ਕੱਲ੍ਹ ਰਾਤ 7 ਘੰਟੇ ਗੋਲੀ ਚੱਲਦੀ ਰਹੀ ਕੰਪਲੈਕਸ ਤੋਂ ਬਾਹਰ। ਕਿਹਨੇ ਚਲਾਈਆਂ ਗੋਲੀਆਂ? CRP ਤੇ BSF ਨੇ। ਹੋਰ ਕਿਹਨੇ ਚਲਾਉਣੀ ਸੀ ਗੋਲੀ? ਅਖਬਾਰ 'ਚ ਤਾਂ ਅੱਜ ਆਈ ਨਹੀਂ ਇਹ ਗੱਲ, ਰੇਡੀਓ ਤੋਂ ਸੁਣੀ। BBC ਸੁਣਿਆ ਕਰ, ਉਹ ਖੋਲ੍ਹਦਾ ਕਪਾਟ। ਆਲ ਇੰਡੀਆ ਰੇਡੀਓ ਤੋਂ ਬਹੁਤ ਲੁਕੋ ਰੱਖਦਾ ਹੈ, ਬਸ ਸਰਕਾਰ ਦੇ ਪੱਖ ਦੀ ਖਬਰ ਦੇਣਗੇ ਸਾਲੇ ਮੇਰੇ। ਨੀਰੂ ਨੇ ਸਤਿ ਸ਼੍ਰੀ ਅਕਾਲ ਆਖੀ, ਕੁਰਸੀ ਤੇ ਆ ਬੈਠੀ। ਅਵਤਾਰ ਉਹਨੂੰ ਹੱਸਿਆ, ਕਿਉਂ ਜਾਣਾ ਅੰਮ੍ਰਿਤਸਰ? ਗੁਰਪਾਲ ਨਾਲ ਚਲੇ ਜਾ। ਕਿਉਂ, ਤੁਸੀਂ ਕਿਉਂ ਨਹੀਂ ਜਾਓਗੇ? ਉਹ ਸੱਚ ਮੰਨ ਗਈ। ਮੂਰਖ ਔਰਤ, ਹਾਲਾਤ ਨੂੰ ਵੀ ਸਮਝਿਆ ਕਰ, ਉੱਥੇ ਕੋਈ ਨਹੀਂ ਹੁਣ ਜਾਂਦਾ। ਹਿੰਦੂ ਸ਼ਰਧਾਲੂਆਂ ਦੀ ਕੀ ਗੱਲ, ਸਿੱਖ ਜਨਤਾ ਵੀ ਡਰਦੀ ਹੈ। ਫਿਰ ਕਦੋਂ ਜਾਵਾਂਗੇ ਅੰਮ੍ਰਿਤਸਰ? ਨੀਰੂ ਦੀ ਜ਼ਿੰਦਗੀ 'ਚ ਜਿਵੇਂ ਇਹੀ ਬਾਕੀ ਰਹਿ ਗਿਆ ਹੋਵੇ। ਉਹ ਚੱਲਾਂਗੇ ਨਿਰੂਪਮ ਕੌਰੇ, ਜ਼ਰੂਰ ਚੱਲਾਂਗੇ। ਇੱਕ ਪਾਸਾ ਹੋ ਲੈਣ ਦੇ। ਇੱਕ ਪਾਸਾ ਕੀ ਮਤਲਬ? ਓਏ ਬਰਫ਼ ਗਿਰ ਰਹੀ ਹੈ, ਦਰਬਾਰ ਸਾਹਿਬ ਦੇ ਦੁਆਰ ਬੰਦ ਨੇ ਹਾਲੇ, ਦੱਬੀ ਜਾਏਗੀ ਬਰਫ਼ ਹੇਠ। ਅਵਤਾਰ ਨੇ ਰਹੱਸ ਉਸਾਰ ਦਿੱਤਾ। ਨੀਰੂ ਪਹਿਲਾਂ ਨਾਲੋਂ ਵੀ ਵੱਧ ਬੇਖਬਰ ਹੋਣ ਲੱਗੀ। ਅਵਤਾਰ ਫੇਰ ਬੋਲਿਆ, ਤੂੰ ਉਦੋਂ ਤੱਕ ਆਪਣੇ ਬਾਬੇ ਦੇ ਕਮਰੇ ਨੂੰ ਹੀ ਦਰਬਾਰ ਸਾਹਿਬ ਸਮਝ। ਫਿਰ ਕਹਿਣ ਲੱਗਿਆ, ਗੁਰਪਾਲ ਰੋਟੀ ਤਾਂ ਨਹੀਂ ਤਾਂ ਖਾਂਦਾ ਨਹੀਂ, 2 ਕੱਪ ਚਾਹ ਬਣਾ ਦੇ। ਹਾਂ, ਚਾਹ ਪੀ ਲੈਣਾ, ਫੇਰ ਚੱਲਦਾ। ਬਸ ਮੈਂ ਤਾਂ ਅੱਜ ਕਚਹਿਰੀਆਂ 'ਚ ਆਇਆ ਸੀ, ਇੱਕ ਵਕੀਲ ਨਾਲ ਸਲਾਹ ਕਰਨੀ ਸੀ ਕੋਈ। ਕਿਉਂ, ਮੁਕੱਦਮਾ ਕਰਨਾ ਕਿਸੇ ਦੇ? ਉਹ ਨਹੀਂ ਯਾਰ, ਇੱਕ ਹੋਰ ਹੀ ਪੰਗਾ ਪੈ ਗਿਆ, ਨਿੱਕਾ ਜਿਹਾ। ਕੀ ਆ ਪੰਗਾ? ਆ ਮੇਰੀ ਜ਼ਮੀਨ ਸਰਪਲਸ ਨਿਕਲਦੀ ਆ ਥੋੜ੍ਹੀ ਜਿਹੀ। ਹੁਣ ਤੱਕ ਤਾਂ ਮੈਂ ਟਕਿਆ ਹੀ ਰੱਖਿਆ ਪਟਵਾਰੀ ਨੂੰ, ਪਰ ਪਟਵਾਰੀ ਹੁਣ ਕਹਿੰਦਾ ਵੀ ਇਹ ਤਾਂ ਹੋ ਕੇ ਰਹੂ ਗੁਰਪਾਲ ਸਿਆਂ। ਮੈਂ ਕਹਿੰਦਾ
ਪੋਤੇ ਦੇ ਨਾਂ ਹੀ ਕਰਾ ਦੇਣਾ ਥੋੜੀ ਘਣੀ ਜ਼ਮੀਨ। ਪਰ ਵਕੀਲ ਨੇ ਕੋਈ ਰਾਹ ਨਹੀਂ ਪਾਇਆ ਮੈਨੂੰ। ਉਹ ਗੱਲਾਂ ਕਰ ਹੀ ਰਹੇ ਸੀ ਕਿ ਚਾਹ ਆ ਗਈ। ਚਾਹ ਪੀ ਕੇ ਗੁਰਪਾਲ ਨੇ ਆਪਣਾ ਝੋਲਾ ਚੱਕਿਆ, ਫੋਕਾ ਫੋਕਾ ਮੁਸਕਰਾ ਕੇ ਚਲਾ ਗਿਆ। ਸਰਬਜੀਤ ਤੇ ਸਰਗੀ ਰੋਟੀ ਖਾ ਚੁੱਕੇ ਸੀ। ਨੀਰੂ ਤੇ ਅਵਤਾਰ ਨੇ ਰੋਟੀ ਖਾਧੀ, ਕੂਲਰ ਛੱਡ ਕੇ ਸੌਂ ਗਏ। ਦੂਜੇ ਕਮਰੇ ਜਾ ਕੇ ਸਰਬਜੀਤ ਤੇ ਸਰਗੀ ਕੈਰਮ ਬੋਰਡ ਖੇਡਣ ਲੱਗੇ। ਰਾਤ ਨੂੰ ਟੈਲੀਵਿਜ਼ਨ ਉੱਤੇ ਇੰਦਰਾ ਗਾਂਧੀ ਦਾ ਭਾਸ਼ਣ ਸੀ। ਸੁਲਝੀਆਂ ਤੇ ਸਿਆਣੀਆਂ ਗੱਲਾਂ ਕਹੀਆਂ ਉਹਨੇ। ਅਵਤਾਰ ਨੂੰ ਉਹਦੇ ਭਾਸ਼ਣ ਤੋਂ ਲੱਗਿਆ ਪੰਜਾਬ ਮਸਲਾ ਹੁਣ ਮੁੱਕ ਜਾਏਗਾ, ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਜਾਏਗਾ। ਇੰਦਰਾ ਗਾਂਧੀ ਨੇ ਧਰਮ ਯੁੱਧ ਮੋਰਚਾ ਵਾਪਸ ਲੈਣ ਲਈ ਵੀ ਅਕਾਲੀ ਦਲ ਨੂੰ ਅਪੀਲ ਕੀਤੀ। ਫਿਰ ਖਬਰਾਂ ਆਈਆਂ। ਇੱਕ ਖਬਰ ਇਹ ਵੀ ਸੀ ਕਿ ਪੰਜਾਬ ਨੂੰ ਫੌਜ ਹਵਾਲੇ ਕਰ ਦਿੱਤਾ ਗਿਆ। ਪੰਜਾਬ ਦਾ ਗਵਰਨਰ ਹੁਣ ਚੰਡੀਗੜ੍ਹ ਦਾ ਪ੍ਰਸ਼ਾਸਕ ਵੀ ਹੋਏਗਾ। ਅਗਲੇ ਦਿਨ ਸ਼ਾਮ ਦੀਆਂ ਖਬਰਾਂ 'ਚ ਦੱਸਿਆ ਗਿਆ ਕਿ ਸਾਰੇ ਪੰਜਾਬ 36 ਘੰਟੇ ਦਾ ਕਰਫਿਊ ਲਾ ਦਿੱਤਾ ਗਿਆ। ਇਹ ਕਰਫਿਊ ਅੱਜ ਰਾਤ 9 ਵਜੇ ਤੋਂ ਸ਼ੁਰੂ ਹੋ ਜਾਏਗਾ। ਨਾ ਕੋਈ ਰੇਲ ਗੱਡੀ ਚੱਲੇਗੀ, ਨਾ ਬੱਸ, ਬਲਦ ਗੱਡੀਆਂ ਵੀ ਨਹੀਂ। ਇੱਥੋਂ ਤੱਕ ਕਿ ਬਾਈਸਾਈਕਲ ਵੀ ਬੰਦ। ਪੰਜਾਬ 'ਚ ਅਗਲੇ ਦਿਨ ਕੋਈ ਅਖਬਾਰ ਨਹੀਂ ਆਏਗਾ। ਪੰਜਾਬ ਗਵਰਨਰ ਦਾ ਸੁਰੱਖਿਆ ਸਲਾਹਕਾਰ ਇੱਕ ਫੌਜੀ ਅਫਸਰ ਨੂੰ ਨਿਯੁਕਤ ਕਰ ਦਿੱਤਾ ਗਿਆ। ਅਵਤਾਰ ਦਾ ਦਿਲ ਕੰਬਿਆ ਕਿ ਹੁਣ ਪੰਜਾਬ ਤੇ ਜ਼ਰੂਰ ਕੋਈ ਨਵਾਂ ਭਾਣਾ ਵਰਤਣ ਵਾਲਾ ਹੈ। ਅਵਤਾਰ ਨੇ BBC ਸੁਣਿਆ। ਹਿੰਦੀ ਉਰਦੂ ਪ੍ਰੋਗਰਾਮ ਤਾਂ ਖਤਮ ਹੋ ਚੁੱਕੇ ਸੀ, ਅੰਗਰੇਜ਼ੀ 'ਚ ਖਬਰਾਂ ਆ ਰਹੀਆਂ ਸੀ। ਅੰਮ੍ਰਿਤਸਰ ਸ਼ਹਿਰ ਦੇ ਸਾਰੇ ਫੋਨ ਡੈਡ ਕਰ ਦਿੱਤੇ ਗਏ। ਦਰਬਾਰ ਸਾਹਿਬ ਕੰਪਲੈਕਸ ਦੇ ਬਿਜਲੀ ਪਾਣੀ ਦੇ ਸਭ ਕਨੈਕਸ਼ਨ ਵੀ ਕੱਟ ਦਿੱਤੇ ਗਏ। ਆਕਾਸ਼ਵਾਣੀ ਇੱਕ ਤਰਫੀ ਗੱਲ ਕਰਦੀ, ਅਖਬਾਰ ਬੰਦ ਸੀ। ਪਾਕਿਸਤਾਨ ਰੇਡੀਓ ਭਾਰਤ ਵਿਰੋਧੀ ਪ੍ਰਚਾਰ ਜਾਣਬੁੱਝ ਕੇ ਕਰ ਰਿਹਾ ਸੀ। ਕਰਫਿਊ ਲੱਗਿਆ ਹੋਇਆ ਸੀ। ਹੁਣ ਤਾਂ ਅਵਤਾਰ ਦੇ ਆਪਣੇ ਘਰ ਦਾ ਵਿਹੜਾ ਵੀ ਉਹਦਾ ਸੰਸਾਰ ਰਹਿ ਗਿਆ। ਉਹ BBC ਸੁਣਦਾ ਸਵੇਰੇ 6:20 ਤੇ ਰਾਤ ਨੂੰ 8 ਵਜੇ। ਉਰਦੂ ਦੇ ਹਿੰਦੀ ਦੇ ਪ੍ਰੋਗਰਾਮ ਸਾਰੇ ਦੇ ਸਾਰੇ, ਅੰਗਰੇਜ਼ੀ ਤੇ ਬੰਗਲਾ ਖਬਰਾਂ ਵੀ ਸੁਣ ਲੈਂਦਾ। BBC ਉਹਨੂੰ ਨਿਰਪੱਖ ਲੱਗਦਾ। 1965 ਦੀ ਹਿੰਦ ਪਾਕ ਲੜਾਈ ਵੇਲੇ ਉਹ BBC ਲੰਡਨ ਤੋਂ ਵਾਕਫ ਹੋਇਆ ਸੀ। ਫਿਰ ਦੂਜੀ ਲੜਾਈ ਵੇਲੇ ਵੀ ਉਹਨੇ BBC ਬਹੁਤ ਸੁਣਿਆ। 3 ਜੂਨ ਦੀ ਰਾਤ ਨੂੰ ਲੱਗਿਆ ਕਰਫਿਊ। 4 ਜੂਨ ਨੂੰ ਸਾਰਾ ਦਿਨ ਨਹੀਂ ਖੁੱਲਿਆ। ਇੰਨੀ ਖਬਰ ਮਿਲੀ ਕਿ 4 ਜੂਨ ਨੂੰ ਸਵੇਰੇ 5 ਵਜੇ ਫੌਜ ਨੇ ਫਾਇਰ ਖੋਲ੍ਹ ਦਿੱਤਾ। ਕੰਪਲੈਕਸ ਦੇ ਚਾਰੇ ਪਾਸੇ ਪੋਜੀਸ਼ਨਾਂ ਲੈ ਕੇ ਬੈਠੇ ਸੀ। ਆਲੇ ਦੁਆਲੇ ਦੇ ਘਰਾਂ ਦੀਆਂ ਛੱਤਾਂ ਉੱਤੇ ਵੀ ਸਭ ਮਕਾਨ ਪਹਿਲਾਂ ਖਾਲੀ ਕਰਵਾ ਲਏ। ਮੀਂਹ ਵਾਂਗ ਗੋਲੀਆਂ ਵਰ ਰਹੀਆਂ ਸੀ। ਕਦੇ ਕਦੇ ਅੰਦਰੋਂ ਵੀ ਗੋਲੀ ਚੱਲਣ ਦੀ ਆਵਾਜ਼ ਆਉਂਦੀ। ਬਾਹਰੋਂ ਲਾਊਡ ਸਪੀਕਰ ਤੇ ਐਲਾਨ ਕੀਤਾ ਜਾਂਦਾ ਕਿ ਅੰਦਰਲੇ ਸਭ ਲੋਕ ਬਾਹਰ ਆ ਕੇ ਆਪਣੇ ਆਪਣੇ ਨੂੰ ਪੇਸ਼ ਕਰ ਦੇਣ, ਪਰ ਉਹ ਬਾਹਰ ਨਹੀਂ ਆ ਰਹੇ ਸੀ। 5 ਜੂਨ ਦੀ ਰਾਤ ਨੂੰ ਸਾਰੇ ਅੰਮ੍ਰਿਤਸਰ ਸ਼ਹਿਰ ਦੀ ਬਿਜਲੀ ਗੁੱਲ ਕਰਤੀ ਗਈ। ਦਰਬਾਰ ਸਾਹਿਬ ਦੇ ਬਾਹਰੋਂ ਹੁਣ ਗੋਲੀਆਂ ਦੀ ਥਾਂ ਤੋਪ ਦੇ ਗੋਲੇ ਚੱਲਣ ਲੱਗੇ। ਪਹਿਲਾਂ ਤੇਜ਼ ਰੋਸ਼ਨੀ ਵਾਲਾ ਗੋਲਾ ਅਸਮਾਨ ਵੱਲ ਛੱਡਿਆ ਜਾਂਦਾ, ਫਿਰ ਤੋਪ ਦੇ ਗੋਲੇ MMG ਤੇ LMG ਚੱਲਣ ਦੀ ਆਵਾਜ਼ ਸੁਣਾਈ ਦਿੰਦੀ। ਗੁਰੂ ਰਾਮਦਾਸ ਸਰਾਂ ਪਾਸੇ ਦੀ ਪਾਣੀ ਵਾਲੀ ਟੈਂਕੀ ਤੋਪ ਦਾ ਗੋਲਾ ਮਾਰ ਕੇ ਤੋੜਤੀ ਗਈ। ਸਾਰੀ ਸਰਾਂ ਪਾਣੀ ਨਾਲ ਭਰ ਗਈ। ਅੱਧੀ ਰਾਤ ਤੱਕ ਗੁਰੂ ਰਾਮਦਾਸ ਸਰਾਂ, ਗੁਰੂ ਨਾਨਕ ਨਿਵਾਸ, ਸਮੁੰਦਰੀ ਹਾਲ, ਲੰਗਰ ਤੇ ਮੰਜੀ ਸਾਹਿਬ ਦੀਆਂ ਇਮਾਰਤਾਂ ਉੱਤੇ ਫੌਜ ਦਾ ਪੂਰਾ ਕਬਜ਼ਾ ਹੋ ਗਿਆ। ਦਲਬੀਰ ਨੂੰ ਪਿਆਉਣ ਲਈ ਘਰ 'ਚ ਸੁੱਕੇ ਦੁੱਧ ਦਾ ਡੱਬਾ ਰੱਖਿਆ ਸੀ। ਹੁਣ ਨੀਰੂ ਦਾ ਆਪਣਾ ਦੁੱਧ ਇੰਨਾ ਨਹੀਂ ਰਿਹਾ ਸੀ ਕਿ ਮੁੰਡਾ ਰੱਜ ਸਕੇ, ਇਸ ਕਰਕੇ ਉਹ ਇਹ ਡੱਬਾ ਲੈ ਆਏ। ਜਦੋਂ ਭੁੱਖ ਨਾਲ ਰੋਣ ਲੱਗਦਾ ਤਾਂ ਗਰਮ ਪਾਣੀ 'ਚ ਸੁੱਕਾ ਦੁੱਧ ਘੋਲ ਕੇ ਤੇ ਫਿਰ ਮਿੱਠਾ ਪਾ ਕੇ ਉਹਨੂੰ ਪਿਆ ਦਿੱਤਾ ਜਾਂਦਾ। ਕਰਫਿਊ ਦੇ ਦਿਨਾਂ 'ਚ ਮੁੰਡੇ ਦਾ ਇਹ ਡੱਬਾ ਬੜਾ ਕੰਮ ਆਇਆ। ਘਰ 'ਚ ਆਲੂ ਸਨ, ਮੂੰਗੀ ਦੀ ਦਾਲ ਸੀ, ਆਟੇ ਦੀ ਬੋਰੀ ਸੀ, 4 ਕਿਲੋ ਮੂੰਗਫਲੀਆਂ ਦਾ ਤੇਲ। ਬਸ ਮਿਲਦਾ ਨਹੀਂ ਸੀ ਤਾਂ ਦੁੱਧ। 5 ਜੂਨ ਦੀ ਸ਼ਾਮ ਨੂੰ 3 ਵਜੇ 1 ਘੰਟੇ ਲਈ ਕਰਫਿਊ 'ਚ ਢਿੱਲ ਦਿੱਤੀ ਗਈ। ਲੋਕ ਆਪਣੇ ਘਰਾਂ 'ਚੋਂ ਨਿਕਲ ਕੇ ਬਾਜ਼ਾਰਾਂ 'ਚ ਇਉਂ ਭੱਜੇ ਜਿਵੇਂ ਖੱਡਾਂ ਦੇ ਕੀੜੇ ਹੋਣ। ਬੁਰਾ ਹਾਲ ਹੋ ਗਿਆ ਸੀ ਲੋਕਾਂ ਦਾ। ਸੰਗਰੂਰ ਸ਼ਹਿਰ ਨੇ ਪਹਿਲੀ ਵਾਰ ਕਰਫਿਊ ਦੇਖਿਆ ਸੀ। ਕਰਫਿਊ ਦਾ ਨਾਂ ਤਾਂ ਸਭ ਨੇ ਸੁਣਿਆ, ਕਰਫਿਊ ਨੂੰ ਭੋਗਿਆ ਕਿਸੇ ਨੇ ਕਦੇ ਨਹੀਂ ਸੀ। ਕਰਫਿਊ ਦੌਰਾਨ CRPF ਵਾਲੇ ਗਲੀਆਂ ਮਹੱਲਿਆਂ 'ਚ ਤੁਰੇ ਫਿਰਦੇ। ਜਿੱਥੇ ਵੀ ਕਿਤੇ ਉਹ ਕਿਸੇ ਨੂੰ ਘਰੋਂ ਬਾਹਰ ਨਿਕਲਦਿਆਂ ਦੇਖਦੇ, ਫੜ ਲੈਂਦੇ। ਉਹਦੇ ਮੋਢੇ, ਉਹਦੀ ਪਿੱਠ ਰਾਈਫਲ ਦੇ ਬੱਟਾਂ ਨਾਲ ਰਾਹ ਦਿੰਦੇ। ਉਹਨਾਂ ਨੇ ਕਈ ਭਲੇ ਮਾਨਸ ਬੰਦਿਆਂ ਨੂੰ ਵੀ ਕੁੱਟਿਆ ਸੀ। ਕਹਿ ਰਹੇ ਸੀ ਬਾਤੋਂ ਸੇ ਨਹੀਂ ਸਮਝਦੇ ਇਹ ਲੋਕ। ਕਰਫਿਊ ਵਾਲੇ ਦਿਨਾਂ 'ਚ ਬਿਜਲੀ ਤੇ ਪਾਣੀ ਦੀ ਸਪਲਾਈ 24 ਘੰਟੇ ਰਹਿੰਦੀ। ਕਰਫਿਊ ਖੁੱਲ੍ਹੇ ਤੋਂ ਅਵਤਾਰ ਵੀ ਬਾਜ਼ਾਰ ਵੱਲ ਭੱਜਿਆ। ਉਹਨੂੰ ਪਤਾ ਲੱਗਿਆ ਕਿ ਵੱਡੇ ਚੌਂਕ 'ਚ ਮਿਲਟਰੀ ਵਾਲੇ ਦੁੱਧ ਦਾ ਟੈਂਕਰ ਲਈ ਖੜੇ ਹੈ। ਲਾਈਨਾਂ ਲੱਗੀਆਂ ਹੋਈਆਂ ਸੀ। ਹਰ ਇੱਕ ਨੂੰ 1-1 ਕਿਲੋ ਦੁੱਧ ਦਿੱਤਾ ਜਾ ਰਿਹਾ ਸੀ। ਪੈਸੇ ਮਾਰਕੀਟ ਰੇਟ ਦੇ ਹੀ ਲਏ ਜਾ ਰਹੇ ਸੀ। ਉਹ ਦੁੱਧ ਲੈਣ ਗਿਆ। ਇੱਕ ਦੁਕਾਨ ਤੋਂ ਸੁੱਕੇ ਦੁੱਧ ਦਾ ਡੱਬਾ ਵੀ ਫੜ ਲਿਆ। ਉਹਦਾ ਮਾਰਕੀਟ ਰੇਟ 29 ਰੁਪਏ ਸੀ, ਪਰ ਉਸ ਦਿਨ ਦੁਕਾਨਦਾਰ ਨੇ 50 ਲਏ। ਅਵਤਾਰ ਨੇ ਸ਼ੁਕਰ ਮਨਾਇਆ, ਚਲੋ ਮਿਲਤਾ ਗਿਆ। 10 ਦਿਨ ਲੰਘ ਜਾਣਗੇ, ਕਰਫਿਊ ਦਾ ਕੀ ਪਤਾ ਕਦੋਂ ਚੁੱਕਿਆ ਜਾਏ। ਗਲੀ ਮਹੱਲਿਆਂ ਤੇ ਬਾਜ਼ਾਰਾਂ 'ਚ ਇੱਧਰ ਉੱਧਰ ਭੱਜੇ ਫਿਰਦੇ ਲੋਕ ਇੱਕ ਦੂਜੇ ਦੀ ਸੁੱਖ ਸਾਂਦ ਪੁੱਛਦੇ। 6 ਜੂਨ ਦੀਆਂ ਖਬਰਾਂ ਸੀ ਕਿ ਦੋਵੇਂ ਪਾਸਿਆਂ ਤੋਂ ਗੋਲੀਆਂ ਚੱਲ ਰਹੀਆਂ।
ਅੱਤਵਾਦੀਆਂ ਦੀਆਂ ਗੋਲੀਆਂ ਅਕਾਲ ਤਖਤ ਦੀ ਛੱਤ ਤੇ ਹਰਿਮੰਦਰ ਸਾਹਿਬ ਦੀ ਦੂਜੀ ਮੰਜ਼ਿਲ 'ਚੋਂ ਆ ਰਹੀਆਂ ਸੀ। ਉਹ ਬਹੁਤ ਸਾਰੇ ਮਾਰੇ ਜਾ ਚੁੱਕੇ ਸੀ, ਬਹੁਤ ਸਾਰਿਆਂ ਨੇ ਆਤਮ ਸਮਰਪਣ ਵੀ ਕਰਤਾ ਸੀ। ਆਤਮ ਸਮਰਪਣ ਕਰਨ ਵਾਲਿਆਂ 'ਚ ਆਮ ਲੋਕ ਬਹੁਤੇ ਸੀ ਜੋ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਤੇ ਘਿਰ ਗਏ। ਹੁਣ ਤੱਕ ਉਹ ਦੋਵੇਂ ਸਰਾਵਾਂ 'ਚ ਛੁਪ ਕੇ ਬੈਠੇ ਸੀ। ਸੰਤ ਲੌਂਗੋਵਾਲ ਤੇ ਟੌੜਾ ਸਾਹਿਬ ਨੂੰ ਜਿਉਂਦੇ ਗ੍ਰਿਫਤਾਰ ਕਰ ਲਿਆ ਗਿਆ। ਅਕਾਲ ਤਖਤ ਨੂੰ ਅੱਗ ਲਾ ਦਿੱਤੀ ਗਈ। ਸੰਤ ਭਿੰਡਰਾਂ ਵਾਲੇ ਨੂੰ ਕਿਹਾ ਗਿਆ ਕਿ ਉਹ ਸ਼ਾਮ ਦੇ 5 ਵਜੇ ਤੱਕ ਆਪਣੇ ਆਪ ਨੂੰ ਪੇਸ਼ ਕਰ ਦੇਣ। ਫਿਰ ਫੌਜੀਆਂ ਨੂੰ ਸ਼ੱਕ ਹੋਇਆ ਕਿ ਉਹ ਹਰਿਮੰਦਰ ਸਾਹਿਬ 'ਚ ਹੈ। 20 ਗੋਤਾਖੋਰ ਸਰੋਵਰ 'ਚ ਵਾੜੇ ਗਏ। ਉਹਨਾਂ ਸਾਰਿਆਂ ਨੂੰ ਪਾਣੀ 'ਚ ਹੀ ਭੁੰਨ ਦਿੱਤਾ ਗਿਆ। 60 ਕਮਾਂਡੋ ਅਕਾਲ ਤਖਤ ਵੱਲ ਗਏ, ਉਹ ਵੀ 60 ਦੇ 60 ਉਡਾ ਦਿੱਤੇ। ਗੁੱਸਾ ਖਾ ਕੇ ਫੌਜ ਨੇ ਤੋਪਾਂ ਦੇ ਮੂੰਹ ਅਕਾਲ ਤਖਤ ਵੱਲ ਕਰ ਦਿੱਤੇ। ਜ਼ਬਰਦਸਤ ਹਮਲਾ ਕੀਤਾ। ਪ੍ਰਕਰਮਾਂ 'ਚ ਫੌਜੀ ਟੈਂਕ ਟਰੈਕਟਰਾਂ ਵਾਂਗ ਘੁੰਮ ਰਹੇ ਸੀ। 7 ਜੂਨ ਦੀ ਸਵੇਰ ਨੂੰ 8 ਵਜੇ BBC ਨੇ ਖਬਰ ਦਿੱਤੀ ਕਿ ਅਕਾਲ ਤਖਤ ਦੇ ਇੱਕ ਕਮਰੇ 'ਚੋਂ 7 ਭਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਤੇ ਜਨਰਲ ਸੁਬੇਗ ਸਿੰਘ ਦੀਆਂ ਲਾਸ਼ਾਂ ਮਿਲੀਆਂ। ਪੂਰੇ ਕੰਪਲੈਕਸ ਉੱਤੇ ਫੌਜ ਦਾ ਕਬਜ਼ਾ। ਅੰਗ 16ਵਾਂ। ਇੱਕ ਖਬਰ ਇਹ ਵੀ ਕਿ ਪਿੰਡ ਦੇ ਲੋਕ 4 ਚੁਫੇਰਿਓਂ ਇਕੱਠੇ ਹੋ ਕੇ ਅੰਮ੍ਰਿਤਸਰ ਆ ਰਹੇ ਹਨ। ਉਹਨਾਂ 'ਚ ਅਥਾਹ ਜੋਸ਼ ਹੈ। ਦਰਬਾਰ ਸਾਹਿਬ ਨੂੰ ਫੌਜੀ ਕਬਜ਼ੇ ਤੋਂ ਮੁਕਤ ਕਰਾਇਆ ਜਾਵੇ, ਪਰ ਉਹਨਾਂ ਨੂੰ ਅੰਮ੍ਰਿਤਸਰ ਅੰਦਰ ਦਾਖਲ ਨਹੀਂ ਹੋਣ ਦਿੱਤਾ। ਜਿਨ੍ਹਾਂ ਨੇ ਜ਼ਿੱਦ ਕੀਤੀ, ਗੋਲੀ ਮਾਰ ਕੇ ਥਾਂ ਦੀ ਥਾਂ ਢੇਰੀ ਕਰ ਦਿੱਤੇ ਗਏ। 8 ਜੂਨ ਦੀ ਸਵੇਰ ਨੂੰ ਆਕਾਸ਼ਵਾਣੀ ਜਲੰਧਰ ਤੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਇਵੇਂ ਫਿਰ ਸ਼ਾਮ ਨੂੰ ਸਵੇਰੇ 4:30 ਤੋਂ 6 ਵਜੇ ਤੱਕ, ਸ਼ਾਮ ਨੂੰ 5 ਤੋਂ 5:30 ਵਜੇ ਤੱਕ। ਕਦੇ ਅਕਾਲੀਆਂ ਦੀ ਵੱਡੀ ਮੰਗ ਸੀ, ਉਦੋਂ ਹੀ ਮੰਗ ਠੁਕਰਾ ਦਿੱਤੀ ਗਈ ਸੀ, ਪਰ ਹੁਣ ਕਿਉਂਕਿ ਦਰਬਾਰ ਸਾਹਿਬ ਕੰਪਲੈਕਸ ਦੀ ਤਬਾਹੀ ਸੁਣ ਕੇ ਸਮੁੱਚੇ ਸਿੱਖ ਜਗਤ ਦਾ ਕਾਲਜਾ ਪੱਛਿਆ ਜਾ ਚੁੱਕਿਆ ਸੀ, ਸੋ ਸਿੱਖ ਜਨਤਾ ਨੂੰ ਸ਼ਾਂਤ ਕਰਨ ਲਈ ਇਹ ਕੀਤਾ ਗਿਆ। ਕੇਂਦਰ ਨੇ ਸੋਚਿਆ ਹੋਵੇਗਾ ਕਿ ਦਰਬਾਰ ਸਾਹਿਬ ਦਾ ਸ਼ਬਦ ਕੀਰਤਨ ਸੁਣ ਕੇ ਸਿੱਖਾਂ ਦੀ ਕਾਲਜੇ ਠੰਡ ਪਏਗੀ। ਆਮ ਸਿੱਖ ਸੰਸਾਰ ਨੂੰ ਅੱਤਵਾਦੀਆਂ ਦੇ ਮਾਰੇ ਜਾਣ ਦਾ ਇੰਨਾ ਦੁੱਖ ਨਹੀਂ ਹੋਏਗਾ ਜਿੰਨਾ ਕਸ਼ਟ ਉਹਨਾਂ ਦੇ ਮਨਾਂ ਨੂੰ ਹਰਿਮੰਦਰ ਸਾਹਿਬ 'ਚ ਲੱਗੀਆਂ ਗੋਲੀਆਂ ਤੇ ਅਕਾਲ ਤਖਤ ਨੂੰ ਤਬਾਹ ਕੀਤੇ ਜਾਣ ਨਹੀਂ ਦਿੱਤਾ। ਲੋਕ ਤਾਂ ਅਜੇ ਤੱਕ ਅਹਿਮਦ ਸ਼ਾਹ ਅਬਦਾਲੀ ਨਹੀਂ ਭੁੱਲੇ ਸੀ। ਉਹਨੇ ਵੀ ਇੱਦਾਂ 1762 ਈਸਵੀ 'ਚ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ। ਸਰਕਾਰ ਦੇ ਇਸ ਕੁਕਰਮ ਨੂੰ ਸਿੱਖ ਜਨਤਾ ਐਡੀ ਛੇਤੀ ਕਿਵੇਂ ਭੁਲਾ ਦਿੰਦੀ। ਸੋ ਅੰਮ੍ਰਿਤਸਰ ਵਾਲੇ ਇਸ ਰੇਡੀਓ ਸ਼ਬਦ ਕੀਰਤਨ ਦਾ ਕੋਈ ਪ੍ਰਭਾਵ ਨਹੀਂ ਪਿਆ। ਲੋਕ ਤਾਂ ਉਹਨੂੰ ਸੁਣਦੇ ਹੀ ਨਹੀਂ ਸੀ। ਉਹਨਾਂ ਨੂੰ ਲੱਗਦਾ ਹੈ ਸ਼ਬਦ ਕੀਰਤਨ ਸਰਕਾਰੀ ਜਿਹਾ ਹੋਵੇ। ਇੱਕ ਖਬਰ ਹੋਰ ਕਿ ਪ੍ਰਸਿੱਧ ਅੰਗਰੇਜ਼ੀ ਲੇਖਕ ਤੇ ਪੱਤਰਕਾਰ ਖੁਸ਼ਵੰਤ ਸਿੰਘ ਨੇ ਪਦਮ ਸ਼੍ਰੀ ਦਾ ਖਿਤਾਬ ਵਾਪਸ ਕਰ ਦਿੱਤਾ। ਫੌਜੀ ਹਮਲੇ ਦਾ ਉਹਨੇ ਬਹੁਤ ਦੁੱਖ ਮਨਾਇਆ ਸੀ। BBC ਲੰਡਨ ਨੇ ਉਹਦੀ ਇੰਟਰਵਿਊ ਬ੍ਰਾਡਕਾਸਟ ਕੀਤੀ। ਉਹਨੇ ਕਿਹਾ ਸੀ ਕੰਪਲੈਕਸ ਨੂੰ ਕਈ ਦਿਨਾਂ ਤੱਕ ਘੇਰਾ ਪਾ ਕੇ ਸੰਤ ਭਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਜੇ ਸਾਡੇ ਘਰ ਕੋਈ ਚੋਰ ਆ ਵੜੇ ਤਾਂ ਅਸੀਂ ਆਪਣੇ ਘਰ ਨੂੰ ਹੀ ਅੱਗ ਨਹੀਂ ਲਾ ਦਿੰਦੇ। 8 ਜੂਨ ਨੂੰ ਰਾਸ਼ਟਰਪਤੀ ਦਰਬਾਰ ਸਾਹਿਬ ਆਏ। ਤਬਾਹੀ ਦੇਖ ਕੇ ਉਹ ਰੋ ਪਏ। ਪ੍ਰਕਰਮਾਂ ਉੱਤੇ ਲਹੂ ਦੇ ਦਾਗ ਸਨ। ਸਰੋਵਰ 'ਚ ਲਾਸ਼ਾਂ ਤੈਰ ਰਹੀਆਂ ਸਨ। ਉਹਨਾਂ ਇੱਕ ਹੱਥ ਲਿਖਤ ਬੀੜ ਵਿੱਚ ਲੱਗੀ ਗੋਲੀ ਦਾ ਨਿਸ਼ਾਨ ਵੇਖਿਆ। ਲਾਸ਼ਾਂ ਦੀ ਬਦਬੂ ਦਰਬਾਰ ਸਾਹਿਬ ਕੰਪਲੈਕਸ 'ਚ ਮੁਰਦਾ ਘਾਟ ਵਾਂਗ ਫੈਲੀ ਸੀ। 10 ਜੂਨ ਨੂੰ BBC ਸਵੇਰ ਦੀਆਂ ਖਬਰਾਂ 'ਚ ਦੱਸ ਰਿਹਾ ਸੀ ਕਿ ਗੰਗਾ ਨਗਰ ਦੀ ਸਿੱਖ ਰੈਜੀਮੈਂਟ ਦੇ 400 ਜਵਾਨਾਂ ਨੇ ਬਗਾਵਤ ਕਰਤੀ ਹੈ। ਪਹਿਲਾਂ ਉਹਨਾਂ ਨੇ ਅਸਲਾ ਲੁੱਟਿਆ, ਫਿਰ ਗੱਡੀਆਂ ਲੈ ਕੇ ਪੰਜਾਬ ਵੱਲ ਚੱਲ ਪਏ। ਪਿੱਛੋਂ ਹੋਰ ਰੈਜੀਮੈਂਟਾਂ ਨੇ ਹੈਲੀਕਾਪਟਰਾਂ ਨਾਲ ਉਹਨਾਂ ਤੇ ਧਾਵਾ ਕੀਤਾ। ਦੋਵੇਂ ਪਾਸਿਆਂ ਦੇ ਬਹੁਤ ਸਾਰੇ ਜਵਾਨ ਮਾਰੇ ਗਏ। ਬਿਹਾਰ 'ਚ ਰਾਮਗੜ੍ਹ ਸਥਾਨ ਤੇ ਵੀ ਅਜਿਹੀ ਬਗਾਵਤ ਹੋਈ ਸੀ। ਅੰਮ੍ਰਿਤਸਰ ਕੈਂਪ ਦੀ ਸਿੱਖ ਲਾਈਟ ਇਨਫੈਂਟਰੀ ਨੇ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਹੋਇਆ ਸੁਣ ਕੇ ਖਾਣਾ ਨਹੀਂ ਖਾਧਾ। ਫਿਰ ਇੱਕ ਦਿਨ BBC ਨੇ ਇੱਕ ਖਬਰ ਹੋਰ ਦਿੱਤੀ ਕਿ ਬਗਾਵਤ ਕਰਨ ਵਾਲੇ ਸਿੱਖ ਜਵਾਨਾਂ ਦੀ ਗਿਣਤੀ 2000 ਤੋਂ ਉੱਤੇ ਹੋ ਗਈ ਹੈ। ਇਸ ਵਿੱਚ ਹੁਣ ਅਗਰਤਲਾ ਤੇ ਸਿਲੀਗੁੜੀ ਦੇ ਜਵਾਨ ਵੀ ਹੈ। ਜੰਮੂ ਕਸ਼ਮੀਰ 'ਚ ਰਾਜੌਰੀ ਦੇ ਸਿੱਖ ਫੌਜੀ ਪਾਕਿਸਤਾਨ ਨੂੰ ਭੱਜ ਗਏ ਹੈ। ਟੈਲੀਵਿਜ਼ਨ ਉੱਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਦਾ ਬਿਆਨ ਆਮ ਸਿੱਖ ਜਨਤਾ ਨੂੰ ਗੋਲ-ਮੋਲ ਲੱਗਿਆ। BBC ਦੀ ਇੱਕ ਹੋਰ ਖਬਰ ਕਿ ਪੰਜਾਬ ਦੇ 37 ਹੋਰ ਗੁਰਦੁਆਰਿਆਂ ਉੱਤੇ ਛਾਪੇ ਮਾਰੇ ਗਏ, ਅਸਲਾ ਬਰਾਮਦ ਹੋਇਆ। ਕਰਫਿਊ ਹੌਲੀ-ਹੌਲੀ ਦਿਨ ਪਾ ਕੇ ਚੁੱਕ ਦਿੱਤਾ ਗਿਆ। ਲੋਕਾਂ ਨੇ ਸੁੱਖ ਦਾ ਸਾਹ ਲਿਆ। ਜਦੋਂ ਵੀ ਕਰਫਿਊ ਸਮੇਂ ਢਿੱਲ ਦਿੱਤੀ ਜਾਂਦੀ, ਅਵਤਾਰ ਪੈਰੀਂ ਤੁਰ ਕੇ ਕਾਲਜ ਪਹੁੰਚਦਾ, ਸਾਈਕਲ ਰੋਕ ਦਿੱਤਾ ਜਾਂਦਾ ਸੀ। ਕਾਲਜ ਹੋਰ ਪ੍ਰੋਫੈਸਰ ਵੀ ਆਉਂਦੇ, ਹਿੰਦੂ ਸਿੱਖ ਦੋਵੇਂ। ਸਭ ਧੀਮੇ ਮਤੇ ਨਾਲ ਗੱਲਾਂ ਕਰਦੇ, ਕੋਈ ਬਹਿਸ ਨਾ ਹੁੰਦੀ, ਨਾ ਹੀ ਕਿਸੇ ਦੀ ਗੱਲ ਨੂੰ ਕੱਟਿਆ ਜਾਂਦਾ। ਮੌਤ ਵਰਗੀ ਦਹਿਸ਼ਤ ਸਭ ਦੇ ਮਨਾਂ ਤੇ ਬੈਠੀ ਸੀ। ਚੰਡੀਗੜ੍ਹ ਜਲੰਧਰ ਦੇ ਅਖਬਾਰ ਛਪਣ ਲੱਗੇ, ਬੱਸਾਂ ਚੱਲਣ ਲੱਗੀਆਂ, ਕੁਝ ਰੇਲ ਗੱਡੀਆਂ ਵੀ ਸ਼ੁਰੂ ਹੋ ਗਈਆਂ। ਡਾਕ ਤਾਰ ਦਾ ਸਿਲਸਿਲਾ ਚੱਲ ਪਿਆ। ਸਭ ਆਮ ਵਾਂਗ ਹੋ ਗਿਆ। ਪਰ ਪੰਜਾਬ ਦੀ ਧਰਤੀ ਉੱਤੇ
ਨਮੋਸ਼ੀ ਦੀ ਇੱਕ ਮੋਟੀ ਭਾਰੀ ਸੋਗੀ ਤਹਿ ਜੰਮ ਚੁੱਕੀ ਸੀ। ਹਿੰਦੂ ਤੇ ਸਿੱਖ ਅੱਡ-ਅੱਡ ਹੋ ਕੇ ਗੱਲਾਂ ਕਰਦੇ, ਇੱਕ ਦੂਜੇ ਤੋਂ ਅੱਖ ਬਚਾ ਕੇ ਬੋਲਦੇ, ਇਕੱਠੇ ਖੜੇ ਹੁੰਦੇ ਤਾਂ ਸਾਂਝੀਆਂ ਗੱਲਾਂ ਕਰਦੇ। ਅਖਬਾਰਾਂ ਤੇ ਰੇਡੀਓ ਟੈਲੀਵਿਜ਼ਨ ਵਾਲੇ ਇੱਕ ਬੇਹੂਦਾ ਲੁਕੋ ਰੱਖਦੇ। ਹਿੰਦੂ ਸਿੱਖਾਂ ਨੂੰ ਉਹ ਹਿੰਦੂ ਸਿੱਖ ਨਾ ਕਹਿੰਦੇ, ਇੱਕ ਫਿਰਕਾ ਕਹਿੰਦੇ। ਇਹ ਭਲਾ ਕਿੱਧਰਲਾ ਪਰਦਾ ਸੀ? ਪੜ੍ਹਨ ਸੁਣਨ ਵਾਲਿਆਂ ਨੂੰ ਤਾਂ ਫਿਰ ਵੀ ਪਤਾ ਲੱਗ ਜਾਂਦਾ। ਜਿਵੇਂ ਉਹ ਕਹਿੰਦੇ, ਸੰਤ ਭਿੰਡਰਾਂਵਾਲੇ ਦੀ ਮੌਤ ਉੱਤੇ ਇੱਕ ਫਿਰਕੇ ਦੇ ਲੋਕਾਂ ਨੇ ਲੱਡੂ ਵੰਡੇ। ਰੋਸ ਵੀ ਅਜੀਬ ਸਨ। 5 ਤੇ 6 ਜੂਨ ਦੀ ਰਾਤ ਨੂੰ, ਜਦੋਂ ਕਿ ਕੰਪਲੈਕਸ ਪੂਰੀ ਤਰ੍ਹਾਂ ਫੌਜ ਨੇ ਘੇਰਿਆ ਸੀ, ਬਾਹਰੋਂ ਤੋਪਾਂ ਦੇ ਗੋਲੇ ਚੱਲ ਰਹੇ ਸੀ, ਜ਼ਿਲ੍ਹਾ ਰੋਪੜ 'ਚ ਭਾਖੜਾ ਮੇਨ ਕੈਨਾਲ ਨੂੰ ਇੱਕ ਥਾਂ ਤੋਂ ਵੱਢ ਦਿੱਤਾ ਗਿਆ। 23 ਜੂਨ ਵਾਲੇ ਦਿਨ ਇੰਦਰਾ ਗਾਂਧੀ ਆਪ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਅੰਮ੍ਰਿਤਸਰ ਆਈ। ਅਸਲ 'ਚ ਔਖੀ ਵੇਖਣਾ ਚਾਹੁੰਦੀ ਸੀ ਉੱਥੇ ਕਿੰਨਾ ਕੁ ਨੁਕਸਾਨ ਹੋਇਆ ਤੇ ਅਕਾਲ ਤਖਤ ਜੀ ਦੀ ਤਬਾਹੀ ਸੁਣ ਕੇ ਭਾਰਤ ਤੱਕ ਹੀ ਦੁਨੀਆ ਭਰ ਦੇ ਸਿੱਖ ਕੰਬ ਉੱਠੇ। ਉਹਦੀ ਮਹਾਨਤਾ ਕੀ ਹੈ? ਦਰਬਾਰ ਸਾਹਿਬ 'ਚ ਕਿਸੇ ਨੇ ਵੀ ਉਹਦਾ ਸਵਾਗਤ ਨਾ ਕੀਤਾ। ਉਹਨੇ ਸੁਨੇਹੇ ਭਿਜਵਾਏ ਤਾਂ ਵੀ ਕੋਈ ਨਹੀਂ ਆਇਆ। ਗਿਆਨੀ ਸਾਹਿਬ ਸਿੰਘ ਡਿਊਟੀ ਉੱਤੇ ਸੀ, ਉਹਦੇ ਨਾਲ ਇੰਦਰਾ ਦੀਆਂ ਗੱਲਾਂ ਹੋਈਆਂ। ਪੁੱਛਿਆ, ਅਕਾਲ ਤਖਤ ਦਾ ਮਹੱਤਵ ਕਿਆ ਹੈ? ਗਿਆਨੀ ਸਾਹਿਬ ਸਿੰਘ ਨੇ ਕਰੁਣਾ ਭਰੇ ਸ਼ਬਦਾਂ 'ਚ ਦੱਸਿਆ, ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਬਣਾਇਆ ਸੀ। ਮੁਗਲ ਬਾਦਸ਼ਾਹ ਦੇ ਦਿੱਲੀ ਤਖਤ ਦੇ ਮੁਕਾਬਲੇ 'ਚ ਸਾਰੇ ਗੁਰੂ ਸਾਹਿਬਾਨ ਇੱਥੋਂ ਹੁਕਮਨਾਮੇ ਜਾਰੀ ਕਰਦੇ ਰਹੇ। ਦੁਨੀਆ ਭਰ 'ਚ ਕੋਈ ਵੀ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਨਹੀਂ ਕਰ ਸਕਦਾ। ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਇੱਥੋਂ ਤਲਬ ਕੀਤਾ ਗਿਆ ਤਾਂ ਉਹਨੇ ਵੀ ਬੜੀ ਨਿਮਰਤਾ ਸਹਿਤ ਆਪਣੇ ਆਪ ਨੂੰ ਪੇਸ਼ ਕੀਤਾ ਤੇ ਜੋ ਸਜ਼ਾ ਉਹਨੂੰ ਸੁਣਾਈ ਗਈ ਉਹਨੇ ਬਿਨਾਂ ਕਿਸੇ ਕਿੰਤੂ ਪ੍ਰਵਾਨ ਕੀਤੀ। ਫਿਰ ਗਿਆਨੀ ਸਾਹਿਬ ਸਿੰਘ ਦਾ ਇੱਕ ਰੋਹ ਭਰਿਆ ਉਲਾਂਭਾ। ਅਹਿਮਦ ਸ਼ਾਹ ਅਬਦਾਲੀ ਨੇ ਵੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ, ਸ੍ਰੀ ਅਕਾਲ ਤਖਤ ਸਾਹਿਬ ਨੂੰ ਤਬਾਹ ਨਹੀਂ ਕੀਤਾ। ਹੁਣ ਤਾਂ ਸਾਡੇ ਆਜ਼ਾਦ ਦੇਸ਼ ਦੀ ਸਰਕਾਰ ਨੇ ਤੁਹਾਡੇ ਹੁਕਮਾਂ ਨਾਲ ਤੁਹਾਡੀਆਂ ਫੌਜਾਂ ਨੇ ਦੇਖੋ ਇਹਨੂੰ ਢਹਿ ਢੇਰੀ ਕਰ ਦਿੱਤਾ। ਸਿੰਘ ਸਾਹਿਬ ਦੱਸ ਰਹੇ ਸੀ, ਤੁਹਾਡੀ ਫੌਜ ਨੇ ਮੁਗਲਾਂ ਤੋਂ ਵੀ ਵੱਧ ਜ਼ੁਲਮ ਕੀਤਾ ਹੈ। ਉਹ ਤਾਂ ਭਲਾ ਵਿਦੇਸ਼ੀ ਧਾੜਵੀ ਸੀ, ਪਰ ਹੁਣ ਤਾਂ ਸਾਡੇ ਦੇਸ਼ ਦੀ, ਸਾਡੇ ਲੋਕਾਂ ਦੀ, ਸਾਡੀ ਆਪਣੀ ਸਰਕਾਰ ਹੈ। ਇਹ ਸਾਡੀ ਆਪਣੀ ਫੌਜ ਹੈ। ਅਸੀਂ ਸਿੱਖ ਇਸ ਦੇਸ਼ ਦੇ ਹੀ ਨਾਗਰਿਕ ਹਾਂ। ਦੇਸ਼ ਦੀ ਆਜ਼ਾਦੀ ਲਈ ਤੇ ਪਿੱਛੋਂ ਇਹਦੀ ਅਖੰਡਤਾ ਲਈ ਅਸੀਂ ਵੀ ਮਹਾਨ ਕੁਰਬਾਨੀਆਂ ਦਿੱਤੀਆਂ, ਪਰ ਇਸ ਬਹਾਦਰ ਕੌਮ ਨਾਲ ਸਲੂਕ ਦੂਜੇ ਦਰਜੇ ਦੇ ਨਾਗਰਿਕਾਂ ਵਾਲਾ ਕੀਤਾ ਗਿਆ। ਸਿੱਖ ਤਾਂ ਹਮੇਸ਼ਾ ਹੀ ਦੇਸ਼ ਭਗਤ ਤੇ ਦੇਸ਼ ਦੇ ਵਫਾਦਾਰ ਰਹੇ ਹੈ। ਨੀਰੂ ਸ਼ਾਮ ਨੂੰ ਸਦਿਆਂ ਹੀ ਰੋਟੀ ਪਕਾ ਲੈਂਦੀ, ਸਭ ਕੁਝ ਜਾਲੀ 'ਚ ਰੱਖ ਦਿੰਦੀ। ਟੈਲੀਵਿਜ਼ਨ ਦੀਆਂ ਖਬਰਾਂ ਸੁਣਨ ਬਾਅਦ ਹੀ ਰੋਟੀ ਖਾਂਦੇ। ਅਵਤਾਰ ਸਵੇਰੇ BBC ਸੁਣਦਾ, ਫਿਰ ਰਾਤ ਨੂੰ ਟੈਲੀਵਿਜ਼ਨ ਨੂੰ ਸਭ ਇਕੱਠੇ ਬੈਠ ਕੇ ਦੇਖਦੇ। ਸਰਬਜੀਤ ਤੇ ਸਰਗੀ ਵੀ ਬੜੇ ਵਿਸਥਾਰ ਨਾਲ ਦਿਖਾਇਆ ਜਾਂਦਾ। ਕੰਪਲੈਕਸ 'ਚ ਇੰਨੇ ਹਥਿਆਰ ਮਿਲੇ ਹੈ, ਕਈ ਦਿਨ ਇੱਕ ਖੂਹ 'ਚੋਂ ਕੱਢੇ ਜਾਂਦੇ ਹਥਿਆਰ ਦਿਖਾਏ ਜਾਂਦੇ ਰਹੇ। ਦੱਸਿਆ ਗਿਆ ਕਿ ਅੱਤਵਾਦੀ ਮਰਨ ਤੋਂ ਪਹਿਲਾਂ ਆਪਣੇ ਇਹ ਹਥਿਆਰ ਇਸ ਖੂਹ 'ਚ ਸੁੱਟ ਗਏ ਸੀ। ਉਹਨਾਂ 'ਚ ਇੱਕ ਸ਼ਕਤੀਸ਼ਾਲੀ ਵਾਇਰਲੈਸ ਸੈੱਟ ਵੀ ਦਿਖਾਇਆ ਗਿਆ। ਫਿਰ ਕੰਪਲੈਕਸ 'ਚ ਬਣੇ ਉਹ ਮੋਰਚੇ ਦਿਖਾਏ ਗਏ ਜਿੱਥੇ ਅੱਤਵਾਦੀਆਂ ਨੇ ਪੋਜੀਸ਼ਨਾਂ ਲਈਆਂ ਸੀ। ਸੰਗਮਰਮਰ ਦੇ ਜੰਗਲੇ ਤੋੜੇ ਹੋਏ ਦਿਖਾਏ ਗਏ। ਟੈਲੀਵਿਜ਼ਨ 'ਚ ਕਦੇ ਵੀ ਨਾ ਦਿਖਾਇਆ ਜਾਂਦਾ ਕਿ ਅਕਾਲ ਤਖਤ ਇੰਨਾ ਢਹਿ ਗਿਆ ਜਾਂ ਹਰਿਮੰਦਰ ਸਾਹਿਬ ਵਿੱਚ ਇੱਥੇ ਗੋਲੀਆਂ ਲੱਗੀਆਂ। ਉਹਨਾਂ ਦਿਨਾਂ 'ਚ ਜਲੰਧਰ, ਚੰਡੀਗੜ੍ਹ ਅਖਬਾਰ ਹੌਲੀ-ਹੌਲੀ ਪਾਠਕਾਂ ਨੂੰ ਸਾਰਾ ਚਾਨਣ ਦੇਣ ਲੱਗ ਪਏ। ਭਾਰਤੀ ਟੈਲੀਵਿਜ਼ਨ 'ਚ ਇਹ ਨਹੀਂ ਦਿਖਾਇਆ ਜਾਂਦਾ ਸੀ, BBC ਤੋਂ ਹੀ ਖਬਰਾਂ ਆਉਂਦੀਆਂ। ਫਿਰ ਦਿੱਲੀ ਦੇ ਅਖਬਾਰ ਪੰਜਾਬ ਦੇ ਅਖਬਾਰਾਂ ਨਾਲੋਂ ਵੱਧ ਜਾਣਕਾਰੀ ਦਿੰਦੇ। ਸੁਣਿਆ ਇਹ ਵੀ ਕਿ ਕੈਨੇਡਾ, ਅਮਰੀਕਾ 'ਚ ਬੈਠੇ ਪੰਜਾਬੀ ਲੋਕਾਂ ਨੇ ਉੱਥੋਂ ਦੇ ਟੈਲੀਵਿਜ਼ਨਾਂ ਤੋਂ ਅੰਮ੍ਰਿਤਸਰ 'ਚ ਵਾਪਰਦੀਆਂ ਸਾਰੀਆਂ ਘਟਨਾਵਾਂ ਅੱਖੀਂ ਦੇਖੀਆਂ। ਅਮਰੀਕਾ ਵਾਲਿਆਂ ਨੇ ਆਪਣੇ ਸ਼ਕਤੀਵਰ ਸੈਟੇਲਾਈਟ ਰਾਹੀਂ ਅਜਿਹਾ ਕੀਤਾ। ਕੰਪਲੈਕਸ 'ਚ ਸਿੱਖ ਰੈਫਰੈਂਸ ਲਾਇਬ੍ਰੇਰੀ, ਸਿੱਖ ਅਜਾਇਬ ਘਰ, ਤੋਸ਼ਾਖਾਨਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦਾ ਪੁਰਾਣਾ ਰਿਕਾਰਡ ਤੇ ਹੋਰ ਕੀਮਤੀ ਸਮਾਨ ਨਸ਼ਟ ਕਰ ਦਿੱਤਾ ਗਿਆ ਜਾਂ ਫਿਰ ਲੁੱਟ ਲਿਆ ਗਿਆ। ਕੰਪਲੈਕਸ ਉੱਤੇ ਹਮਲਾ ਕਰਨ ਵਾਲੇ ਫੌਜੀ ਜਵਾਨਾਂ 'ਚ ਬਹੁਤੇ ਲੋਕ ਮਦਰਾਸ, ਬਿਹਾਰ, ਗੜਵਾਲ ਇਲਾਕੇ ਦੇ ਤੇ ਹਿਮਾਚਲੀ ਸੀ। ਕਿਸੇ ਵੀ ਪ੍ਰਾਂਤ ਜਾਂ ਖੇਤਰ ਦੇ ਹੋਣ, ਫੌਜ ਵਿੱਚ ਭਰਤੀ ਹੋਣ ਵਾਲੇ ਜਵਾਨ ਆਮ ਤੌਰ ਉੱਤੇ ਗਰੀਬ ਘਰਾਂ ਦੇ ਮੁੰਡੇ ਹੁੰਦੇ ਆ। ਹਮਲਾ ਕਰਨ ਵਾਲੇ ਫੌਜੀ ਮੁੰਡੇ ਜਿਨ੍ਹਾਂ ਪ੍ਰਾਂਤਾਂ ਦੇ ਸੀ ਉਹ ਤਾਂ ਪਹਿਲਾਂ ਹੀ ਪੁੱਜ ਕੇ ਗਰੀਬ ਸੀ। ਇਹਨਾਂ ਲੋਕਾਂ ਨੇ ਟੈਲੀਵਿਜ਼ਨ, ਫਰਿੱਜ, ਕੂਲਰ, ਕੈਮਰੇ ਤੇ ਕੁਕਿੰਗ ਗੈਸ ਦੇ ਚੁੱਲ੍ਹੇ ਕਦੋਂ ਕਦੇ ਦੇਖੇ ਸੀ। ਕੰਪਲੈਕਸ 'ਚ ਕੰਮ ਕਰਦੇ ਕਰਮਚਾਰੀਆਂ ਦੇ ਘਰਾਂ 'ਚ ਸਭ ਕੁਝ ਸੀ। ਫੌਜੀ ਜਵਾਨਾਂ ਨੂੰ ਉਹ ਘਰ ਬਹੁਤ ਅਮੀਰ ਲੱਗੇ, ਇਸ ਲਈ ਇਹਨਾਂ ਜਵਾਨਾਂ ਨੇ ਉਹਨਾਂ ਘਰਾਂ ਨੂੰ ਦਿਲ ਖੋਲ੍ਹ ਕੇ ਲੁੱਟਿਆ ਹੀ ਨਹੀਂ, ਭੰਨਿਆ ਤੋੜਿਆ ਵੀ ਬਹੁਤ। ਸ਼੍ਰੋਮਣੀ ਕਮੇਟੀ ਦੇ ਕਰਮਚਾਰੀ, ਉਹਨਾਂ ਦੇ 20 ਬੱਚੇ ਹਮਲਾ ਹੁੰਦੇ ਹੀ ਸੁੰਨਾ ਘਰ ਛੱਡ ਕੇ ਦੌੜ ਗਏ। ਨਗਦੀ, ਜੇਵਰ, ਛੋਟੀਆਂ ਚੀਜ਼ਾਂ ਸਭ ਫੌਜੀਆਂ ਦੇ ਹੱਥ ਆ ਗਈਆਂ। ਅਕਾਲ ਤਖਤ ਵਾਲੇ ਪਾਸੇ ਦੇ ਬਾਜ਼ਾਰਾਂ ਨੂੰ ਵੀ ਖਾਲੀ ਹੋਣਾ ਪਿਆ। ਉਹਨਾਂ ਦੁਕਾਨਾਂ ਦਾ ਛੋਟਾ ਕੀਮਤੀ ਸਮਾਨ ਤੇ ਨਗਦੀ ਵੀ ਫੌਜੀਆਂ ਦੇ ਹਿੱਸੇ ਆਈ। ਫੌਜੀਆਂ ਦੀ ਇਸ ਨਾਦਰਸ਼ਾਹੀ ਲੁੱਟ ਨੂੰ ਦੇਖ ਕੇ ਅੰਮ੍ਰਿਤਸਰ ਨਿਵਾਸੀ ਬਹੁਤ ਰੋਹ 'ਚ ਆਏ। ਉਹਨਾਂ ਦੀਆਂ ਅੱਖਾਂ 'ਚ ਲਹੂ ਦੇ ਹੰਝੂ ਵਗੇ। ਅੰਗ 17ਵਾਂ।
ਇੰਦਰਾ ਗਾਂਧੀ ਦੇ ਸਲਾਹਕਾਰਾਂ ਨੇ ਉਹਨੂੰ ਦੱਸਿਆ ਕਿ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਕੰਪਲੈਕਸ 'ਚ ਸਾਰੇ ਅੱਤਵਾਦੀ ਜਮ੍ਹਾਂ ਹੋ ਚੁੱਕੇ ਹੈ। ਉਹ ਸਿਰਫ 250-300 ਹੈ। ਉਹਨਾਂ ਕੋਲ ਉੱਥੇ ਅਸਲਾ ਜਮ੍ਹਾਂ ਹੈ, ਪਰ ਇਹ ਲਾਈਟ ਮਸ਼ੀਨ ਗੰਨਾਂ, ਦਸਤੀ ਬੰਬ ਤੇ 303 ਦੀਆਂ ਰਾਈਫਲਾਂ ਹੀ ਹੈ। ਆਰਮੀ ਕਮਾਂਡਰਾਂ ਨੇ ਨਿਰਣਾ ਲਿਆ ਕਿ ਸੰਤ ਭਿੰਡਰਾਂਵਾਲੇ ਤੇ ਉਹਨਾਂ ਦੇ ਬੰਦਿਆਂ ਨੂੰ ਉੱਥੋਂ ਕੱਢਣ ਲਈ 2 ਘੰਟਿਆਂ ਤੋਂ ਵੱਧ ਸਮਾਂ ਨਹੀਂ ਲੱਗੇਗਾ। ਕੁਝ ਲੋਕ ਮੁਕਾਬਲਾ ਕਰਦੇ ਮਾਰੇ ਜਾਣਗੇ, ਬਾਕੀ ਸਾਰਿਆਂ ਨੂੰ ਕਾਬੂ ਕਰ ਲਿਆ ਜਾਏਗਾ। ਇੰਦਰਾ ਗਾਂਧੀ ਨੂੰ ਅਕਾਲ ਤਖਤ ਦੀ ਇੰਨੀ ਮਹੱਤਤਾ ਦਾ ਗਿਆਨ ਸ਼ਾਇਦ ਨਹੀਂ ਦਿੱਤਾ ਗਿਆ, ਪਰ ਕਮਾਂਡਰਾਂ ਦੇ ਸਭ ਅੰਦਾਜ਼ੇ ਗਲਤ ਨਿਕਲੇ। ਆਪਰੇਸ਼ਨ ਬਲੂ ਸਟਾਰ ਨੂੰ ਸਿਰੇ ਚੜਾਉਣ 'ਚ 3 ਦਿਨਾਂ ਤੋਂ ਵੱਧ ਸਮਾਂ ਲੱਗਿਆ। ਅੱਤਵਾਦੀਆਂ ਦੇ ਹਥਿਆਰ ਦੇਖ ਕੇ ਉਹ ਹੈਰਾਨ ਹੋਏ। ਉਹਨਾਂ ਦੇ ਹੌਸਲਿਆਂ ਤੇ ਬਹਾਦਰੀ ਨੇ ਕਮਾਂਡਰਾਂ ਦੇ ਸਿਰ ਚਕਰਾ ਕੇ ਰੱਖਤੇ। ਜਨਰਲ ਬਰਾੜ ਨੇ ਟੈਲੀਫੋਨ ਤੇ ਇੱਕ ਹੋਰ ਫੌਜੀ ਅਫਸਰ ਨੂੰ ਕਿਹਾ, ਜੇ ਸਾਡੇ ਕੋਲ ਭਿੰਡਰਾਂਵਾਲੇ ਦੇ ਬੰਦਿਆਂ ਵਰਗੇ ਕਮਾਂਡੇਟ ਫੌਜੀ ਹੋਣ, ਭਾਵੇਂ ਸਿਰਫ 10,000 ਹੀ, ਅਸੀਂ 2 ਦਿਨਾਂ 'ਚ ਸਾਰਾ ਪਾਕਿਸਤਾਨ ਸਾਫ਼ ਕਰ ਦਈਏ। ਅਕਾਲ ਤਖਤ ਦੀ ਤਬਾਹੀ ਸੁਣ ਕੇ ਸਮੁੱਚਾ ਸਿੱਖ ਜਗਤ ਕੂਕ ਉੱਠਿਆ। ਬਜ਼ੁਰਗ ਬੰਦਿਆਂ ਦੀਆਂ ਧਾਹਾਂ ਨਿਕਲ ਗਈਆਂ। ਬੁੱਢੀਆਂ ਔਰਤਾਂ ਨੇ ਰੋਟੀ ਤਿਆਗ ਦਿੱਤੀ। ਸ਼ਰਧਾਲੂ ਸੰਤ ਬਿਰਤੀਆਂ ਹੈਰਾਨ ਪਰੇਸ਼ਾਨ ਰਹਿ ਗਈਆਂ। ਨੌਜਵਾਨ ਮੁੰਡਿਆਂ ਦੇ ਡੋਲੇ ਫਰਕ ਉੱਠੇ। ਉਹ ਕਚੀਚੀਆਂ ਵੱਟਣ ਲੱਗੇ। ਪ੍ਰੌੜ ਉਮਰ ਦੇ ਸਿੱਖ ਨੀਤੀਵਾਨ, ਚਾਹੇ ਉਹ ਕਿਸੇ ਵੀ ਰਾਜਸੀ ਪਾਰਟੀ ਨਾਲ ਸੰਬੰਧ ਰੱਖਦੇ ਸੀ, ਇੰਦਰਾ ਦੀ ਇਸ ਬੱਜਰ ਗਲਤੀ ਉੱਤੇ ਦੁਖੀ ਹੋਏ। ਚਾਰੇ ਪਾਸੇ ਹਾਹਾਕਾਰ ਮੱਚੀ ਦੇਖ ਕੇ ਇੰਦਰਾ ਗਾਂਧੀ ਖੁਦ ਅੰਮ੍ਰਿਤਸਰ ਆਈ ਸੀ। ਉਸ ਤੋਂ ਪਹਿਲਾਂ ਗਿਆਨੀ ਜੈਲ ਸਿੰਘ ਵੀ ਆ ਚੁੱਕਿਆ ਸੀ। ਉਹਨੇ ਵੀ ਆਪਣੀ ਰਿਪੋਰਟ ਇੰਦਰਾ ਗਾਂਧੀ ਨੂੰ ਦਿੱਤੀ। ਸੋ ਇੰਦਰਾ ਗਾਂਧੀ ਪ੍ਰਭਾਵਿਤ ਤਾਂ ਜ਼ਰੂਰ ਹੋਈ ਹੋਏਗੀ। ਉਹਨੇ ਆਪਣੇ ਚਿੱਤ 'ਚ ਅਫਸੋਸ ਵੀ ਸ਼ਾਇਦ ਕੀਤਾ ਹੋਵੇ। ਪਛਤਾਵੇ ਨੇ ਉਹਦੀ ਨੀਂਦ ਥੋੜ੍ਹੀ ਬਹੁਤ ਜ਼ਰੂਰ ਹਰਾਮ ਕੀਤੀ ਹੋਏਗੀ। ਪਰ ਉਹ ਸਿਆਸਤਦਾਨ ਸੀ, ਖਾਸ ਕਰਕੇ ਭਾਰਤ ਦੀ ਗੌਰਵਸ਼ਾਲੀ ਕੁਰਸੀ ਦੀ ਮਾਲਕ ਪ੍ਰਧਾਨ ਮੰਤਰੀ। ਉਹ ਆਪਣੀ ਗਲਤੀ ਖੁੱਲ੍ਹੇਆਮ ਮੰਨ ਲੈਂਦੀ ਤਾਂ ਉਹਦੀ ਰਾਜਨੀਤਿਕ ਹਾਰ ਸਮਝੀ ਜਾਂਦੀ। ਉਹਨੇ ਦੂਜਾ ਢੰਗ ਵਰਤਿਆ। ਪੁੱਠੇ ਪਾਸਿਓਂ ਆਪਣਾ ਕੰਨ ਫੜਿਆ, ਨਾਅਰਾ ਦਿੱਤਾ, ਸਿੱਖਾਂ ਦੇ ਜਜ਼ਬਾਤ ਜ਼ਖਮੀ ਹੋਏ ਹਨ, ਇਹਨਾਂ ਤੇ ਮਲਮ ਲਾਈ ਜਾਵੇ। ਇੱਕ ਪਾਸੇ ਉਹਨੇ ਆਪਣੇ ਜੁੱਤੀ ਚੱਟ ਕਥਿਤ ਸਿੱਖ ਵਿਦਵਾਨਾਂ ਤੋਂ ਬਿਆਨ ਦਵਾਏ। ਇਹ ਬਿਆਨ ਅਖਬਾਰਾਂ ਰਸਾਲਿਆਂ 'ਚ ਛਪਦੇ ਤੇ ਬਹੁਤਾ ਕਰਕੇ ਟੈਲੀਵਿਜ਼ਨ ਉੱਤੇ ਪੇਸ਼ ਕੀਤੇ ਜਾਂਦੇ। ਇਹਨਾਂ ਬਿਆਨਾਂ 'ਚ ਗੋਲ-ਮੋਲ ਗੱਲਾਂ ਹੁੰਦੀਆਂ। ਜ਼ਖਮੀ ਸਿੱਖ ਹਿਰਦਿਆਂ ਦੀ ਗੱਲ ਛੇੜੀ ਜਾਂਦੀ। ਹਿੰਦੂ ਸਿੱਖ ਭਾਈਚਾਰੇ ਦੀ ਸਦੀਆਂ ਪੁਰਾਣੀ ਸਾਂਝ ਦੀਆਂ ਕਹਾਣੀਆਂ ਪਾਈਆਂ ਜਾਂਦੀਆਂ ਤੇ ਫਿਰ ਮਲਵੀ ਜੀਵ ਨਾਲ ਬਲੂ ਸਟਾਰ ਆਪਰੇਸ਼ਨ ਦੀ ਗੱਲ ਕਰਕੇ ਇੰਦਰਾ ਗਾਂਧੀ ਨੂੰ ਨਿਰਦੋਸ਼ ਸਾਬਤ ਕੀਤਾ ਜਾਂਦਾ। ਦੂਜੇ ਪਾਸੇ ਅਕਾਲ ਤਖਤ ਦੀ ਮੁਰੰਮਤ ਸਭ ਤੋਂ ਵੱਧ ਜ਼ਰੂਰੀ ਸਮਝੀ ਗਈ। ਕੇਂਦਰੀ ਸਰਕਾਰ ਦਾ ਗ੍ਰਹਿ ਮੰਤਰੀ ਅੰਮ੍ਰਿਤਸਰ ਦੇ ਚੱਕਰ ਕੱਟਣ ਲੱਗਾ, ਪਰ ਇੱਕ ਵੀ ਅਜਿਹਾ ਧਾਰਮਿਕ ਆਗੂ ਨਹੀਂ ਸੀ ਲੱਭ ਰਿਹਾ ਜਿਹੜਾ ਅਕਾਲ ਤਖਤ ਦੀ ਕਾਰ ਸੇਵਾ ਲਈ ਤਿਆਰ ਹੋ ਸਕਦਾ ਹੋਵੇ। ਅਖੀਰ ਬਾਬਾ ਖੜਕ ਸਿੰਘ ਇਸ ਸ਼ਰਤ ਉੱਤੇ ਮੰਨ ਗਏ ਕਿ ਪਹਿਲਾਂ ਕੰਪਲੈਕਸ ਵਿੱਚੋਂ CRP ਬਾਹਰ ਕੱਢੀ ਜਾਵੇ। CRP ਕੱਢੀ ਜਾਂਦੀ ਤਾਂ ਉੱਥੇ ਸ਼ਰਧਾਲੂ ਲੋਕਾਂ ਨੇ ਆਉਣ ਲੱਗਣਾ ਸੀ। ਹਰਮੰਦਰ ਤੇ ਅਕਾਲ ਤਖਤ ਦੀ ਬਰਬਾਦੀ ਤੇ ਬੇਅਦਬੀ ਦੇਖ ਕੇ ਉਹਨਾਂ ਦੇ ਭੜਕ ਉੱਠਣ ਦਾ ਡਰ ਸੀ। ਸੋ CRP ਕੱਢਣਾ ਮਨਜ਼ੂਰ ਨਾ ਕੀਤਾ ਗਿਆ ਤੇ ਫਿਰ ਨਿਹੰਗ ਬਾਬਾ ਸੰਤਾ ਸਿੰਘ ਅੜਿੱਕੇ ਆ ਗਿਆ। ਉਸ ਤੇ ਕਈ ਫੌਜਦਾਰੀ ਮੁਕੱਦਮੇ ਚੱਲ ਰਹੇ ਸੀ। ਇਹ ਸਭ ਵਾਪਸ ਲੈ ਲਏ ਗਏ। ਕਾਰ ਸੇਵਾ ਉਹਨੇ ਸ਼ੁਰੂ ਕਰਵਾਤੀ। ਆਮ ਸ਼ਰਧਾਲੂ ਬਹੁਤ ਘਟ ਗਏ। ਸੰਤਾ ਸਿੰਘ ਦੀਆਂ ਆਪਣੀਆਂ ਫੌਜਾਂ ਸੀ। ਦਿਹਾੜੀਦਾਰ ਬਿਹਾਰੀ ਭਈਏ ਬਹੁਤ ਮਿਲ ਗਏ। CRP ਦੇ ਜਵਾਨ ਵੀ ਕਈਆਂ ਬੱਠਲ ਲੈ ਕੇ ਜੁਟ ਗਏ। ਸਰਕਾਰ ਨੇ ਫਿਰ ਵੀ ਅਗਸਤ ਵਿੱਚ ਸਰਬੱਤ ਖਾਲਸਾ ਦਾ ਪ੍ਰੋਗਰਾਮ ਰਚ ਦਿੱਤਾ। ਆਪਣੀ ਤਸੱਲੀ ਲਈ ਕੰਪਲੈਕਸ ਦੀ ਪੁਰਾਣੀ ਸ਼ਾਨ ਸ਼ੌਕਤ ਦਾ ਦਿਖਾਵਾ ਕੀਤਾ। ਸਤੰਬਰ 'ਚ ਸਿੰਘ ਸਾਹਿਬਾਨ ਨੇ ਸ਼ਹੀਦ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਵਿਸ਼ਵ ਸਿੱਖ ਕਨਵੈਨਸ਼ਨ ਬੁਲਾਈ। ਇਸ ਦੇਸ਼ ਦੇ ਕੋਨੇ-ਕੋਨੇ 'ਚੋਂ ਲੱਖਾਂ ਸਿੰਘ ਇਕੱਤਰ ਹੋਏ। ਲੱਗਦਾ ਸੀ ਜਿਵੇਂ ਪੰਜਾਬ 'ਚੋਂ ਅੱਤਵਾਦ ਦਾ ਖਾਤਮਾ ਹੋ ਗਿਆ ਹੋਵੇ। ਕਿਧਰੇ ਕੋਈ ਕਤਲ ਹੁੰਦਾ। ਸਮਝਿਆ ਗਿਆ ਸੀ ਕਿ ਬਹੁਤ ਸਾਰੇ ਅੱਤਵਾਦੀ ਬਲੂ ਸਟਾਰ ਆਪਰੇਸ਼ਨ ਦੌਰਾਨ ਮਾਰੇ ਗਏ। ਕਾਫੀ ਸਾਰੇ ਪਹਿਲਾਂ ਭੱਜ ਵੀ ਗਏ ਸੀ। ਪਾਕਿਸਤਾਨ 'ਚ ਜਾ ਵੜੇ ਹੋਣਗੇ। ਜਿਨ੍ਹਾਂ ਨੇ ਆਪਣੇ ਆਪ ਨੂੰ ਪੇਸ਼ ਕਰਤਾ ਸੀ ਉਹ ਜੇਲ੍ਹਾਂ 'ਚ ਸੀ। ਮਹਿਸੂਸ ਇੰਝ ਹੁੰਦਾ ਸੀ ਕਿ ਪੰਜਾਬ ਛੇਤੀ ਆਪਣੀ ਪੁਰਾਣੀ ਅਮਨ ਸ਼ਾਂਤੀ ਦੇ ਵਾਤਾਵਰਨ 'ਚ ਮੁੜ ਆਏਗਾ। ਸਿੱਖ ਮਨਾਂ 'ਚ ਪਏ ਡੂੰਘੇ ਘਾਓ ਹੌਲੀ-ਹੌਲੀ ਭਰ ਜਾਣਗੇ। ਪਰ ਨਹੀਂ, ਇਹ ਸ਼ਾਂਤੀ, ਇਹ ਖਾਮੋਸ਼ੀ ਤੇ ਵਕਤੀ ਜਿਹਾ ਟਿਕਾਓ ਸਮੁੰਦਰ 'ਚ ਤੂਫਾਨ ਉੱਠਣ ਤੋਂ ਪਹਿਲਾਂ ਦੀ ਸਥਿਤੀ ਵਰਗਾ ਸੀ। ਗੁਰਪਾਲ ਹੁਣ ਸੰਗਰੂਰ ਕਦੇ ਨਹੀਂ ਆਇਆ। 3 ਮਹੀਨੇ ਗੁਜ਼ਰ ਗਏ। ਪਹਿਲਾਂ ਉਹਨੇ ਇੰਨੇ ਦਿਨ ਨਹੀਂ ਪੈਣ ਦਿੱਤੇ ਸੀ। ਕਦੇ ਜੇ ਸੰਗਰੂਰ ਉਹਨੂੰ ਹੋਰ ਕੋਈ ਕੰਮ ਨਾ ਹੁੰਦਾ ਤਾਂ ਵੀ ਆ ਜਾਂਦਾ। ਅਵਤਾਰ ਨੂੰ ਸਿਰਫ ਮਿਲਣ ਲਈ। ਉਹ ਮਿਲਦੇ ਤਾਂ ਦੁਨੀਆ ਭਰ ਦੀਆਂ ਗੱਲਾਂ ਕਰਦੇ। ਬਹੁਤਾ ਕਰਕੇ ਉਹਨਾਂ ਦੀਆਂ ਗੱਲਾਂ ਪੰਜਾਬ ਸਥਿਤੀ ਦੁਆਲੇ ਘੁੰਮਦੀਆਂ। ਪਿਛਲੀ ਵਾਰ ਜਦੋਂ ਆਇਆ ਤਾਂ ਨੀਰੂ ਇੱਥੇ ਨਹੀਂ ਸੀ, ਨਾਗਪੁਰ ਗਈ ਸੀ। ਜੁਲਾਈ 'ਚੋਂ ਗਈ ਤੇ ਅਗਸਤ ਤੱਕ ਮੁੜ ਕੇ ਨਹੀਂ ਆਈ। ਅਗਸਤ ਵਿੱਚ ਮੁੜ ਕੇ ਆਈ, 20 ਦਿਨ ਲਾ ਆਈ। ਉੱਥੇ ਉਹਦੀ ਮਾਂ ਬਿਮਾਰ ਸੀ। ਉਹਨੇ ਮਨੋਜ ਤੋਂ ਖੱਤ ਲਿਖਵਾਇਆ ਕਿ ਨੀਰੂ ਮਿਲ ਜਾਏ। ਪੰਜਾਬ ਦੇ ਹਾਲਾਤ ਸੁਣ ਉਹਨਾਂ ਨੂੰ ਡਰ ਲੱਗਦਾ। ਬਾਊ ਜੀ ਦੀਆਂ ਚਿੱਠੀਆਂ ਆਉਂਦੀਆਂ ਕਿ ਨੀਰੂ ਤੂੰ ਕਿੱਥੇ ਫਸ ਗਈ ਹੈ, ਪੰਜਾਬ ਨੂੰ ਅੱਗ ਲੱਗੀ ਹੈ ਤੇ ਤੂੰ ਉਹਨਾਂ ਦੀਆਂ
ਇਹਨਾਂ ਦੀਆਂ ਅੱਗ ਦੀਆਂ ਲਾਟਾਂ 'ਚ ਪਤਾ ਨਹੀਂ ਕਿਵੇਂ ਜਿਉਂਦੀ ਰਹਿ ਸਕੇਗੀ। ਨੀਰੂ ਜਵਾਬ ਦਿੰਦੀ ਕਿ ਬਾਬੂ ਜੀ ਅਸੀਂ ਤਾਂ ਸਿੱਖ ਹਾਂ, ਸਿੱਖਾਂ ਨੂੰ ਪੰਜਾਬ 'ਚ ਕੋਈ ਡਰ ਨਹੀਂ ਹੈ। ਡਰ ਹੈ ਤਾਂ ਹਿੰਦੂ ਲੋਕਾਂ ਨੂੰ। ਮੈਂ ਹਿੰਦੂ ਨਹੀਂ ਰਹੀ, ਹੁਣ ਮੈਂ ਸਿੱਖ ਹਾਂ, ਸਿੱਖ ਪਤੀ ਦੀ ਸਿੱਖ ਪਤਨੀ। ਮਨੋਜ ਨੇ ਲਿਖਿਆ ਸੀ ਕਿ ਜੀਜਾ ਜੀ ਵੀ ਨਾਲ ਆਉਣ, ਦੋਵੇਂ ਮਿਲ ਜਾਓ, ਪਰ ਅਵਤਾਰ ਵੱਡੇ ਮੁੰਡੇ ਕੁੜੀ ਨੂੰ ਕਿੱਥੇ ਛੱਡਦਾ। ਉਹ ਦਿੱਲੀ ਤੱਕ ਨੀਰੂ ਨਾਲ ਗਿਆ ਤੇ ਉੱਥੋਂ ਉਹਨੂੰ ਕਿਸੇ ਐਕਸਪ੍ਰੈਸ ਗੱਡੀ ਚੜਾ ਕੇ ਮੁੜ ਆਇਆ ਸੀ। ਜੁਲਾਈ 'ਚ ਗੁਰਪਾਲ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਪਹਿਲੀ ਵਾਰ ਆਇਆ ਸੀ। ਉਹਦਾ ਚਿਹਰਾ ਉਤਰਿਆ ਸੀ, ਅੱਖਾਂ 'ਚ ਘੋਰ ਉਦਾਸੀ, ਜਿਵੇਂ ਉਹਦਾ ਪੁੱਤ ਮਰ ਗਿਆ ਹੋਵੇ। ਬੈਠਦੀ ਉਹਨੇ ਅਕਾਲ ਤਖਤ ਦੀ ਗੱਲ ਛੇੜੀ। ਹੌਲੀ ਹੌਲੀ ਬੋਲ ਰਿਹਾ ਸੀ। ਆਖਿਆ ਇਹ ਕਾਂਗਰਸ ਤਾਂ ਮੁਗਲਾਂ ਨਾਲੋਂ ਵੀ ਟੱਪ ਗਈ ਯਾਰ। ਕਦੇ ਸੋਚਿਆ ਸੀ ਭਲਾ ਕਿਸੇ ਨੇ ਵੀ ਆਜ਼ਾਦ ਭਾਰਤ ਵਿੱਚ ਅਕਾਲ ਤਖਤ ਨੂੰ ਢਾਹ ਦੂਗਾ। ਹਰਿਮੰਦਰ ਸਾਹਿਬ 'ਚ ਵੱਜੀਆਂ ਗੋਲੀਆਂ ਆਲਾ ਨਹੀਂ ਜਾਂਦੀਆਂ ਅਵਤਾਰ। ਇਹਨਾਂ ਪਾਪੀਆਂ ਦਾ ਬੇੜਾ ਭਰ ਕੇ ਡੁੱਬੂਗਾ ਇੱਕ ਦਿਨ, ਤੂੰ ਦੇਖਦਾ ਜਾ। ਉਸ ਦਿਨ ਉਹਨੇ ਤਾਂ ਨਾ ਤਾਂ ਸੰਤ ਭਿੰਡਰਾਂ ਦੀ ਗੱਲ ਕੀਤੀ, ਨਾ ਕੰਪਲੈਕਸ 'ਚ ਗੋਲੀ ਦਾ ਸ਼ਿਕਾਰ ਹੋਏ ਅੱਤਵਾਦੀਆਂ ਦੀ। ਅਕਾਲ ਤਖਤ ਢਹਿ ਜਾਣਾ ਉਹਦੇ ਲਈ ਇਉਂ ਸੀ ਜਿਵੇਂ ਸਾਰੇ ਸੰਸਾਰ ਨੂੰ ਮਿੱਟੀ ਦਾ ਤੇਲ ਪਾ ਕੇ ਅੱਗ ਲਾਤੀ ਹੋਵੇ। ਹਰਿਮੰਦਰ ਸਾਹਿਬ ਨੂੰ ਲੱਗੀਆਂ ਗੋਲੀਆਂ 'ਚ ਇਉਂ ਮਹਿਸੂਸ ਕਰ ਰਿਹਾ ਸੀ ਜਿਵੇਂ ਉਹ ਗੋਲੀਆਂ ਉਹਦੇ ਆਪਣੇ ਸੀਨੇ 'ਚ ਵੱਜੀਆਂ ਹੋਣ। ਗੱਲਾਂ ਤਾਂ ਉਹ ਭੋਲੇ ਭਾਈ ਕਰ ਰਿਹਾ ਸੀ, ਪਰ ਉਹਦੀਆਂ ਅੱਖਾਂ ਲਾਲ ਸੀ, ਜਿਵੇਂ ਉਹਨਾਂ 'ਚੋਂ ਚੰਗਿਆੜੇ ਨਿਕਲ ਰਹੇ ਹੋਣ। ਅਵਤਾਰ ਹੈਰਾਨ ਸੀ। ਜਦੋਂ ਆਇਆ ਸੀ ਉਦੋਂ ਤਾਂ ਚੁੱਪ ਜਿਹਾ ਸੀ, ਹੁਣ ਬੈਠੇ ਬੈਠੇ ਇਹਨੂੰ ਕੀ ਹੋ ਗਿਆ। ਦਰਅਸਲ ਉਹਦਾ ਦਿਲ ਗੁੱਸੇ ਨਾਲ ਭਰਿਆ ਹੋਇਆ ਸੀ। ਗੁੱਸੇ 'ਚ ਇੱਕ ਅੱਗ ਹੁੰਦੀ ਹੈ, ਜਦੋਂ ਉਹਦਾ ਨਿਕਾਸ ਹੋਵੇ ਅੰਗਾਂ ਪੈਰਾਂ 'ਤੇ ਅਸਰ ਤਾਂ ਹੁੰਦਾ ਹੀ ਆ। ਉਹਦੇ ਗੁੱਸੇ ਦਾ ਨਿਕਾਸ ਉਹਦੀਆਂ ਅੱਖਾਂ ਰਾਹੀਂ ਹੋ ਰਿਹਾ ਸੀ। ਅਫਸੋਸ ਤੇ ਦੁੱਖ ਤਾਂ ਅਵਤਾਰ ਨੂੰ ਵੀ ਸੀ। ਉਹ ਵੀ ਤਾਂ ਸਿੱਖ ਸੀ, ਸਿੱਖ ਸੰਸਕਾਰਾਂ 'ਚ ਜੰਮਿਆ ਪਲਿਆ। ਉਹਦਾ ਬਾਪ ਬਖਤੌਰ ਸਿੰਘ ਪਟਵਾਰੀ ਪੂਰਾ ਗੁਰਸਿੱਖ ਸੀ। ਅਵਤਾਰ ਦੇ ਸੰਸਕਾਰ ਤਾਂ ਸਿੱਖੀ ਸੀ। ਕੀ ਹੋਇਆ ਆਪਣੇ ਜੀਵਨ 'ਚ ਉਹ ਆਪਣੇ ਧਰਮ ਦਾ ਇੰਨਾ ਦਖਲ ਨਹੀਂ ਸੀ ਸਮਝਦਾ। ਉਹਨੇ ਆਪਣਾ ਸੋਚਣ ਢੰਗ ਵਿਗਿਆਨਕ ਬਣਾ ਲਿਆ ਹੋਇਆ ਸੀ। ਸਿੱਖ ਧਰਮ ਦਾ ਕੋਈ ਇੱਕ ਵੀ ਗੁਰੂ ਕਦੇ ਸੰਪਰਦਾਇਕ ਨਹੀਂ ਬਣਿਆ ਸੀ। ਅਵਤਾਰ ਨੂੰ ਅਫਸੋਸ ਤੇ ਦੁੱਖ ਨਾਲੋਂ ਵੱਧ ਚਿੰਤਾ ਸੀ। ਉਹ ਸੋਚਦਾ ਸਿੱਖਾਂ ਦੀ ਨਜ਼ਰ 'ਚ ਕਾਂਗਰਸ ਪਾਰਟੀ ਇੱਕ ਹਿੰਦੂ ਜਮਾਤ ਹੈ। ਚਾਹੇ ਕਾਂਗਰਸ ਦੀ ਨੀਤੀ ਅਕਾਲੀਆਂ ਨੂੰ ਰਾਜਨੀਤਿਕ ਪੈਂਤੜੇ ਤੋਂ ਦਬਾਉਣ ਦੀ ਹੋਵੇ, ਪਰ ਜੇ ਕਦੇ ਸਮੁੱਚੇ ਸਿੱਖ ਜਗਤ ਨੇ ਇਹ ਮੰਨ ਲਿਆ ਕਿ ਹਿੰਦੂ ਜਮਾਤ ਉਹਨਾਂ ਦੇ ਧਰਮ ਨੂੰ ਖਤਮ ਕਰਨਾ ਚਾਹੁੰਦੀ ਹੈ ਤਾਂ ਪੰਜਾਬ ਬਰਬਾਦ ਹੋ ਕੇ ਰਹਿ ਜਾਏਗਾ। ਉਸ ਦਿਨ 1 ਨਵੰਬਰ ਸੀ। 31 ਅਕਤੂਬਰ ਨੂੰ ਇੰਦਰਾ ਗਾਂਧੀ ਕਤਲ ਹੋਈ। ਸਾਰਾ ਦੇਸ਼ ਕੰਬ ਉੱਠਿਆ। ਦਿੱਲੀ ਘਟਨਾਵਾਂ ਦਾ ਵੇਰਵਾ ਅਜੇ ਕਿਧਰੇ ਨਹੀਂ ਆਇਆ ਸੀ। ਗੁਰਪਾਲ ਸਵੇਰੇ ਆਇਆ, ਅਖਬਾਰ ਅਜੇ ਨਹੀਂ ਆਏ ਸੀ। ਗੁਰਪਾਲ ਨੇ ਵੀ ਕੋਈ ਅਖਬਾਰ ਨਹੀਂ ਦੇਖਿਆ ਸੀ। ਉਹ ਤਾਂ ਪਹਿਲੀ ਬੱਸ ਬੜਬੜ ਤੋਂ ਬੈਠਾ ਸੀ ਤੇ ਸੰਗਰੂਰ 6 ਵਜੇ ਪਹੁੰਚ ਗਿਆ ਸੀ। ਉਸ ਦਿਨ ਉਹਨੇ ਟ੍ਰੇਨ ਫੜ ਕੇ ਲਹਿਰੇ ਗਾਗੇ ਜਾਣਾ ਸੀ। ਕੁੜਮ ਤੱਕ ਉਹਨੂੰ ਕੋਈ ਕੰਮ ਸੀ। ਗੱਡੀ ਸੰਗਰੂਰ 7:15 ਪਹੁੰਚਦੀ। 1 ਘੰਟਾ ਬਾਕੀ ਸੀ। ਉਹਨੇ ਸੋਚਿਆ ਚਲੋ ਅਵਤਾਰ ਕੋਲ ਚੱਲਦਾ, 6:45 ਵਜੇ ਰਿਕਸ਼ਾ ਲੈ ਕੇ ਸਟੇਸ਼ਨ ਤੇ ਪਹੁੰਚ ਜਾਗਾ। ਉਹਦੇ ਬੁੱਲਾਂ ਤੇ ਮੁਸਕਰਾਹਟ ਸੀ, ਅੱਖਾਂ 'ਚ ਸ਼ਰਾਰਤ। ਆਪਣੇ ਸੁਭਾਅ ਅਨੁਸਾਰ ਮਜ਼ਾਕ ਕਰਨ ਦੇ ਰੌਂਦ ਸੀ। ਬੈਠਦੀ ਪਹਿਲਾਂ ਤਾਂ ਬੋਲਿਆ, ਉੱਠੇ ਨਹੀਂ ਹਾਲੇ, ਮੈਂ ਤਾਂ ਬੜਬੜ ਤੋਂ ਉੱਠ ਕੇ ਵੀ ਆ ਗਿਆ। ਅਵਤਾਰ ਬੋਲਿਆ, ਤੇਰਾ ਕੀ ਆ, ਤੂੰ ਤਾਂ 4 ਵਜੇ ਉੱਠ ਕੇ ਤਿਆਰ ਹੋ ਜਾਣਾ। ਫਿਰ ਵੀ ਦਿਨ ਤਾਂ ਚੜ੍ਹਨ ਵਾਲਾ ਹੈ, ਸਾਜਰੇ ਉੱਠਣਾ ਚਾਹੀਦਾ। ਭਾਈ ਸਾਹਿਬ ਸਿਹਤ ਵਾਸਤੇ ਵੀ ਚੰਗਾ ਹੁੰਦਾ ਹੈ। ਤੇ ਤੂੰ ਇੰਨਾ ਸੰਦੇਹਾ ਅੱਜ ਕਿੱਧਰ? ਲਹਿਰੇ ਗਾਗੇ। ਅੱਛਾ ਕੁੜਮਣੀ। ਉਹ ਹੱਸਣ ਲੱਗ ਪਏ। ਫਿਰ ਗੁਰਪਾਲ ਆਪਣੀ ਖੁੱਲੀ ਦਾੜੀ ਤੇ ਹੱਥ ਫੇਰ ਕੇ ਮੁਸਕਰਾਉਣ ਲੱਗਿਆ। ਕਹਿੰਦਾ, ਦੇਖ ਲਿਆ, ਪਾਪ ਦਾ ਫਲ ਛੇਤੀ ਮਿਲ ਗਿਆ। 5 ਮਹੀਨੇ ਵੀ ਨਹੀਂ ਪੈਣ ਦਿੱਤੇ, ਕਰਤੀ ਨਾ ਖਤਮ ਅਗਲਿਆਂ ਨੇ। ਫਿਰ ਗੰਭੀਰ ਹੋ ਕੇ ਬੋਲਿਆ, ਆਪਾਂ ਤਾਂ ਇਹ ਜਾਣਦੇ ਆ ਵੀ ਜਿਹੜਾ ਮਾੜਾ ਕਰੂ ਮਾੜਾ ਨਤੀਜਾ ਹੀ ਭੁਗਤਣਾ ਪਊ। ਉਹਨੂੰ ਇੱਕ ਦਿਨ ਲੈ ਲਿਆ ਸਵਾਦ ਅਕਾਲ ਤਖਤ ਢਾਹ ਕੇ। ਅਵਤਾਰ ਪਹਿਲਾਂ ਤਾਂ ਉਹਦੀ ਗੱਲ ਸੁਣ ਕੇ ਚੁੱਪ ਰਿਹਾ, ਫਿਰ ਬੋਲਿਆ, ਕਤਲ ਕਿਸੇ ਸਮੱਸਿਆ ਦਾ ਕੋਈ ਹੱਲ ਨਹੀਂ ਹੁੰਦਾ। ਇੰਦਰਾ ਗਾਂਧੀ ਮਾਰਤੀ, ਫਿਰ ਕਿਹੜਾ ਕੋਈ ਰਾਜ ਪਲਟਾ ਆ ਗਿਆ। ਹੁਣ ਪ੍ਰਧਾਨ ਮੰਤਰੀ ਕੋਈ ਹੋਰ ਬਣ ਗਿਆ, ਕਾਂਗਰਸ ਦਾ ਹੀ ਬਣਿਆ ਹੈ, ਨਾਲੇ ਉਹਦਾ ਪੁੱਤ, ਉਹਦੀ ਪਾਲਿਸੀ ਵੀ ਉਹੀ ਰਹੂ, ਫਿਰ ਕੀ ਫਾਇਦਾ। ਸਬਕ ਤਾਂ ਮਿਲ ਗਿਆ ਹੁਣ। ਅਗਲਾ ਪ੍ਰਧਾਨ ਮੰਤਰੀ ਤਾਂ ਨਹੀਂ ਕਰੂ ਇਹੋ ਜਿਹੇ ਨਕੰਮੇ ਕੰਮ। ਅਵਤਾਰ ਨੇ ਅੱਗੋਂ ਗੱਲ ਤੋਰਨੀ ਚਾਹੀ। ਬੋਲਿਆ, ਉਠਾਵਾਂ ਫਿਰ ਨੀਰੂ ਨੂੰ, ਚਾਹ ਪੀਂਦੇ ਆ। ਉੱਠੀ ਨਹੀਂ ਹਾਲੇ, ਉਹ ਤਾਂ ਖਾਸਾ ਅਫਸੋਸ ਜਾ ਮੰਨੀ ਬੈਠੀ ਹੈ। ਕਿਉਂ, ਕਾਹਦਾ ਅਫਸੋਸ? ਆਹੀ ਹੈ ਕਿ ਇੰਦਰਾ ਗਾਂਧੀ ਮਾਰਤੀ। ਇਹਨੇ ਤਾਂ ਰਾਤ ਰੋਟੀ ਨਹੀਂ ਖਾਧੀ, ਕੱਲ ਆਥਣੇ ਪਾਠ ਤੇ ਵੀ ਨਹੀਂ ਬੈਠੀ। ਗੁਰਪਾਲ ਉੱਠ ਕੇ ਆਪ ਉਹਦੇ ਕਮਰੇ 'ਚ ਜਾ ਖੜਾ ਹੋਇਆ। ਕਿਉਂ ਨਿਰੁਪਮ ਕੌਰੇ, ਤੇਰੀ ਉਹ ਕੋਈ ਰਿਸ਼ਤੇਦਾਰ ਸੀ, ਤੈਨੂੰ ਕਾਹਦਾ ਅਫਸੋਸ ਭਲਾ? ਉੱਠ ਚਾਹ ਬਣਾ, ਲੌਂਗ ਇਲਾਇਚੀ ਵੀ ਪਾ ਲਈ ਕੋਈ। ਮੁੰਡੇ ਤੇ ਰਜਾਈ ਦਾ ਪੱਲਾ ਦੇ ਕੇ ਉਹਨੇ ਮੰਜਾ ਛੱਡਿਆ। ਗੁਰਪਾਲ ਸਿੰਘ ਨੂੰ ਸਤਿ ਸ਼੍ਰੀ ਅਕਾਲ ਆਖੀ, ਫਿਰ ਕਹਿੰਦੀ, ਅਫਸੋਸ ਤਾਂ ਕਾਹਦਾ ਗੁਰਪਾਲ ਸਿੰਘ? ਪਰ ਸੁਣ ਕੇ ਚਿੱਤ ਖਰਾਬ ਹੋ ਗਿਆ, ਜਿਵੇਂ ਕੁਛ ਬੁਰਾ ਵਾਪਰ ਗਿਆ ਹੋਵੇ। ਕੋਈ ਬੁਰਾ ਨਹੀਂ ਵਾਪਰਿਆ। ਕਮਾਲ ਕਰਦੀ ਆਂ ਤੂੰ ਵੀ। ਜਦੋਂ ਇੰਨੇ ਸਿੰਘ ਉਹਦੀ ਫੌਜ ਨੇ ਉੱਥੇ ਦਰਬਾਰ ਸਾਹਿਬ ਜਾ ਕੇ ਭੁੰਨ ਤੇ, ਉਹ ਨਹੀਂ ਸੀ ਬੁਰਾ। ਅਕਾਲ ਤਖਤ ਢਾਤਾ, ਇਹ ਨਹੀਂ ਬੁਰਾ। ਅਵਤਾਰ ਨੇ ਚੁੱਪ ਰਹਿਣਾ ਹੀ ਠੀਕ ਸਮਝਿਆ। ਨੀਰੂ ਵੀ ਹੋਰ ਕੁਛ ਨਹੀਂ ਬੋਲੀ।
ਅੰਗ 18ਵਾਂ। 15-20 ਦਿਨਾਂ ਬਾਅਦ ਗੁਰਪਾਲ ਫਿਰ ਸੰਗਰੂਰ ਆਇਆ। ਅਵਤਾਰ ਨੇ ਦੇਖਿਆ ਅੱਜ ਉਹਦਾ ਚਿਹਰਾ ਉਤਰਿਆ ਹੋਇਆ ਸੀ, ਬਿਲਕੁਲ ਉਵੇਂ ਜਿਵੇਂ ਉਹ ਇੱਕ ਦਿਨ ਬਲੂ ਸਟਾਰ ਆਪਰੇਸ਼ਨ ਬਾਅਦ ਇੱਥੇ ਉਹਦੇ ਕੋਲ ਬੈਠਾ ਅਕਾਲ ਤਖਤ ਦੀ ਤਬਾਹੀ ਦਾ ਰੁਦਨ ਕਰ ਰਿਹਾ ਸੀ। ਬੈਠਦੇ ਬੋਲਿਆ, ਦੇਖ ਲੈ ਅਵਤਾਰ, ਦਿੱਲੀ 'ਚ ਤਾਂ ਫਿਰ ਤਾਂ ਹੁਣ ਜਾ, ਐਂ ਇਹ ਹਿੰਦੂ ਸਾਨੂੰ ਸਿੱਖਾਂ ਨੂੰ ਇੱਕ ਦਿਨ ਖਤਮ ਕਰ ਦੇਣਗੇ। ਇੰਦਰਾ ਦੇ ਕਤਲ ਦਾ ਬਹਾਨਾ ਬਣਾ ਕੇ ਦੇਖ ਲੈ ਕਿੱਥੇ ਤਾਈਂ ਪਹੁੰਚ ਗਏ। ਨੀਰੂ ਕਹਿੰਦੀ, ਗੁਰਪਾਲ ਸਿੰਘ, ਉਸ ਦਿਨ ਮੈਨੂੰ ਇਹ ਦੁੱਖ ਨਹੀਂ ਸੀ ਵੀ ਇੰਦਰਾ ਕਤਲ ਕਰਤੀ। ਮੇਰਾ ਚਿੱਤ ਇਸ ਡਰ ਨਾਲ ਖਰਾਬ ਹੋਇਆ ਸੀ ਹੁਣ ਕਿਧਰੇ ਕੋਈ ਨਵੀਂ ਆਫਤ ਨਾ ਖੜੀ ਹੋ ਜਾਏ। ਉਹੀ ਹੋਇਆ ਦਿੱਲੀ 'ਚ, ਉਹੀ ਤਾਂ ਗੱਲ ਕਰਦਾ ਮੈਂ। ਇਹਨਾਂ ਨੂੰ ਬਸ ਬਹਾਨਾ ਚਾਹੀਦਾ ਹੈ। ਹਿੰਦੂ ਤਾਂ ਰਾਖਸ਼ ਕੌਮ ਹੈ, ਸਭ ਨੂੰ ਖਾ ਜੂ ਇੱਕ ਦਿਨ। ਪਹਿਲਾਂ ਬੋਧੀ ਤੇ ਜੈਨੀ ਨਹੀਂ ਖਾਧੇ ਇਹਨਾਂ ਨੇ, ਹੁਣ ਸਿੱਖਾਂ ਨੂੰ ਖਾਣਗੇ। ਕਾਂਗਰਸ ਦਾ ਤਾਂ ਨਾਂ ਹੀ ਨਾਂ ਹੈ ਤਾਂ ਇਹ ਕੱਟੜ ਹਿੰਦੂ ਪਾਰਟੀ। ਹੋਰ ਇਹ ਨਹਿਰੂ ਗਾਂਧੀ ਵਾਲੀ ਕਾਂਗਰਸ ਤਾਂ ਨਹੀਂ ਰਹੀ ਹੁਣ। ਕਹਿਤੀ ਨਾ ਉਹੀ ਗੱਲ ਜਿਹੜੀ ਮੈਂ ਡਰਦਾ ਸੀ। ਇਹ ਜੋ ਸਭ ਹੋ ਰਿਹਾ ਨਾ, ਇਹ ਹਿੰਦੂਆਂ ਦੀ ਸਿੱਖਾਂ ਨੂੰ ਖਤਮ ਕਰਨ ਵਾਲੀ ਕੋਈ ਕਹਾਣੀ ਨਹੀਂ। ਕੇਂਦਰ ਦਾ ਰਾਜ ਉਹਨਾਂ ਲੋਕਾਂ ਦੇ ਹੱਥ 'ਚ ਆ ਗਿਆ ਜਿਹੜੇ ਫਾਸੀਵਾਦ ਵਾਲੇ ਸਾਰੇ ਹੱਥਕੰਡੇ ਵਰਤਦੇ ਆ। ਹਾਕਮ ਪਾਰਟੀ ਆਮ ਜਨਤਾ ਦੀਆਂ ਮੰਗਾਂ ਨੂੰ ਸਮਝਦੀ ਤਾਂ ਹੈ, ਉਹਨਾਂ ਨੂੰ ਪੂਰਾ ਨਹੀਂ ਕਰਦੀ ਵੀ ਜਨਤਾ ਬਗਾਵਤ ਦੇ ਰਾਹ 'ਤੇ ਨਾ ਪੈ ਜੇ। ਇਸ ਕਰਕੇ ਉਹਦਾ ਧਿਆਨ ਵੀ ਹੋਰ ਪਾਸੇ ਮੋੜ ਦਿੱਤਾ ਜਾਂਦਾ। ਕਾਂਗਰਸ ਪਾਰਟੀ ਕੋਲ ਇਹੀ ਇੱਕ ਹਥਿਆਰ ਬਾਕੀ ਰਹਿ ਗਿਆ ਵੀ ਜਨਤਾ ਨੂੰ ਧਰਮ ਦੇ ਨਾਂ 'ਤੇ ਲੜਾਓ। ਲੋਕ ਆਪੇ ਸਾਲੇ ਉਲਝਦੇ ਫਿਰਨਗੇ, ਮਰਦੇ ਨੇ ਮਰੀ ਜਾਣ, ਉਹਨਾਂ ਦੀ ਕੁਰਸੀ ਕਾਇਮ ਹੈ। ਬਹੁ ਗਿਣਤੀ ਫਿਰਕਾ ਘੱਟ ਗਿਣਤੀ ਫਿਰਕੇ ਉੱਤੇ ਕਿਸੇ ਵੀ ਕਿਸਮ ਦਾ ਹੱਲਾ ਬੋਲ ਦਿੰਦਾ। ਘੱਟ ਗਿਣਤੀ ਫਿਰਕੇ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਅਜਿਹੀ ਸਥਿਤੀ 'ਚ ਨਾ ਬਹੁ ਗਿਣਤੀ ਫਿਰਕਾ ਹਾਕਮ ਪਾਰਟੀ ਦਾ ਉੱਲੂ ਸਿੱਧਾ। ਅੱਛਾ ਯਾਰ, ਇਹ ਗੱਲ ਆ। ਹੋਰ ਪੰਜਾਬ 'ਚ ਇਹੀ ਤਾਂ ਹੋ ਰਿਹਾ। ਕਰਦਾ ਕੋਈ ਰੋਜ਼ੀ ਰੋਟੀ ਦੀ ਗੱਲ, ਕਿੱਧਰ ਗਈ ਕਿਰਤੀ ਕਿਸਾਨ ਯੂਨੀਅਨ, ਮੁਲਜ਼ਮ ਜਥੇਬੰਦੀਆਂ ਘਸੜ ਗਈਆਂ ਕਿਧਰੇ ਹੋਰ ਹੀ। ਦਿੱਲੀ 'ਚ ਹਿੰਦੂਆਂ ਨੇ ਸਿੱਖਾਂ ਦਾ ਕਤਲਾਮ ਕੀਤਾ, ਲੁੱਟਿਆ, ਸਾੜ ਫੂਕ ਕੀਤੀ। ਯਾਰ ਇਹਦੇ 'ਚ ਕਿਹੜਾ ਸ਼ੱਕ ਰਹਿ ਗਿਆ ਹੁਣ? ਨਹੀਂ, ਇਹ ਇਲਜ਼ਾਮ ਸਿੱਧਾ ਉੱਥੇ ਦੇ ਹਿੰਦੂਆਂ 'ਤੇ ਨਹੀਂ ਜਾਂਦਾ। ਜਿਵੇਂ ਪੰਜਾਬ 'ਚ ਅੱਤਵਾਦੀ ਕਿਹੜਾ ਸਾਰੇ ਹੀ ਸਿੱਖ ਨੇ? ਇਤਿਹਾਸ ਕਦੇ ਦੱਸੂਗਾ ਇੰਦਰਾ ਗਾਂਧੀ ਦੇ ਕਤਲ ਤੋਂ ਪਹਿਲਾਂ ਹੀ ਉੱਥੇ ਸਿੱਖ ਘਰਾਂ ਦੀਆਂ ਲਿਸਟਾਂ ਬਣ ਗਈਆਂ ਸੀ। ਇਹ ਪਹਿਲਾਂ ਹੀ ਕੋਈ ਯੋਜਨਾਬੱਧ ਪ੍ਰੋਗਰਾਮ ਸੀ ਉਹਨਾਂ ਦਾ। ਇੰਦਰਾ ਗਾਂਧੀ ਦਾ ਕਤਲ ਬਹਾਨਾ ਮਿਲ ਗਿਆ। ਅੱਛਾ, ਸਭ ਪਹਿਲਾਂ ਹੀ ਯੋਜਨਾ ਸੀ ਕੋਈ। ਇੰਦਰਾ ਗਾਂਧੀ ਦੇ ਕਾਤਲ ਚਾਹੇ ਦੋਵੇਂ ਹੀ ਸਿੱਖ ਨਿਕਲੇ, ਪਰ ਕੀ ਪਤਾ ਉਹਨਾਂ ਪਿੱਛੇ ਕਿਹਦਾ ਹੱਥ ਸੀ। ਪਰ ਭਾਈ ਉਹ ਹੋਣਗੇ ਹੀ ਸਿੱਖ, ਤਾਂ ਹੀ ਇਹ ਕਤਲਾਮ ਵਾਪਰਦਾ। ਕਦੇ ਇਤਿਹਾਸ ਦੱਸੂ, ਪਰ ਤਾਂ ਜੇ ਕੋਈ ਸੱਚਾ ਖੋਜੀ ਹੋਇਆ ਇਤਿਹਾਸ ਦਾ। ਇਹ ਵੀ ਕਮਾਲ ਯਾਰ, ਦਿੱਲੀ 'ਚ ਹਰ ਥਾਂ ਇੱਕੋ ਵੇਲੇ ਸਾੜ ਫੂਕ ਤੇ ਕਤਲ ਸ਼ੁਰੂ ਹੋਏ। ਦਿੱਲੀ ਕੀ, ਕਾਨਪੁਰ ਤੇ ਹੋਰ ਸ਼ਹਿਰਾਂ 'ਚ ਵੀ। 31 ਅਕਤੂਬਰ ਨੂੰ ਸਵੇਰੇ 9:40 ਤੇ ਇੰਦਰਾ ਦਾ ਕਤਲ ਹੋਇਆ। 11:30 ਵਜੇ ਤੱਕ ਕੋਈ ਖਬਰ ਨਹੀਂ ਸੀ ਉਹ ਜਿਉਂਦੀ ਹੈ ਕਿ ਮਰ ਗਈ। ਆਸਟ੍ਰੇਲੀਆ ਰੇਡੀਓ ਨੇ ਉਹਦੀ ਮੌਤ ਦੀ ਖਬਰ ਸਭ ਤੋਂ ਪਹਿਲਾਂ ਦਿੱਤੀ। ਆਕਾਸ਼ਵਾਣੀ ਨੇ 6 ਵਜੇ ਖਬਰ ਕੱਢੀ। ਉਦੋਂ ਤੱਕ ਕਿਉਂ ਛੁਪਾਈ ਰੱਖੀ ਬਈ ਇਹ ਖਬਰ? ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀਆਂ ਤਿਆਰੀਆਂ ਚੱਲਦੀਆਂ ਰਹੀਆਂ। ਉੱਧਰੋਂ ਉਦੋਂ ਤੱਕ ਲੋਕ ਹਿੰਸਕ ਕਾਰਵਾਈਆਂ ਕਰ ਚੁੱਕੇ ਸੀ। ਮੈਡੀਕਲ ਇੰਸਟੀਚਿਊਟ ਦੇ ਬਾਹਰ ਹਥਿਆਰਬੰਦ ਫੌਜੀਆਂ ਦੇ ਸਾਹਮਣੇ ਕੁਝ ਲੋਕਾਂ ਨੇ ਸਿੱਖਾਂ ਨੂੰ ਮਾਰਿਆ, ਕੁੱਟਿਆ, ਉਹਨਾਂ ਦੀਆਂ ਪੱਗਾਂ ਢਾਹਤੀਆਂ। ਸਾਰੀ ਦਿੱਲੀ 'ਚ ਹਿੰਦੂ ਆਪੇ ਹੀ ਭੜਕ ਪਏ। ਭੜਕੇ ਨਹੀਂ, ਭੜਕਾਏ ਗਏ। ਜਿਨ੍ਹਾਂ ਬਸਤੀਆਂ 'ਚ ਇੱਕ ਹਿੰਸਕ ਕਾਰਵਾਈ ਹੋਈ, ਇਹ ਹਿੰਸਕ ਕਾਰਵਾਈਆਂ ਹੋਈਆਂ, ਹਰ ਥਾਂ 3 ਅਫਵਾਹਾਂ ਫੈਲਾਈਆਂ ਗਈਆਂ। ਪਹਿਲੀ ਵੱਡੀ ਅਫਵਾਹ ਇਹ ਕਿ ਸਿੱਖ ਇੰਦਰਾ ਗਾਂਧੀ ਦੇ ਕਤਲ ਉੱਤੇ ਲੱਡੂ ਵੰਡ ਕੇ ਖੁਸ਼ੀਆਂ ਮਨਾ ਰਹੇ, ਭੰਗੜੇ ਪਾ ਰਹੇ। ਦੂਜੀ ਕਿ ਪੁਰਾਣੀ ਦਿੱਲੀ ਦੇ ਰੇਲਵੇ ਸਟੇਸ਼ਨ ਉੱਤੇ ਪੰਜਾਬ 'ਚੋਂ ਗੱਡੀਆਂ ਆਈਆਂ ਖੜੀਆਂ ਜਿਨ੍ਹਾਂ 'ਚ ਹਿੰਦੂਆਂ ਦੀਆਂ ਲਾਸ਼ਾਂ ਭਰੀਆਂ ਹੋਈਆਂ। ਤੀਜੀ ਇਹ ਕਿ ਪਾਣੀ 'ਚ ਸਿੱਖਾਂ ਨੇ ਜ਼ਹਿਰ ਮਿਲਾ ਦਿੱਤਾ ਤੇ ਦਿੱਲੀ 'ਚ ਕਿਤੇ ਵੀ ਕੋਈ ਟੂਟੀ ਦਾ ਪਾਣੀ ਨਾ ਪੀਵੇ। ਅਵਤਾਰ ਦੱਸ ਰਿਹਾ ਸੀ, ਇਹ ਅਫਵਾਹਾਂ ਫੈਲਾਉਣ ਵਿੱਚ ਕਾਂਗਰਸ ਦੇ MP, ਕਾਰਪੋਰੇਸ਼ਨ ਦੇ ਮੈਂਬਰ ਤੇ ਦਿੱਲੀ ਦੇ ਕੌਂਸਲਰ ਆਪ ਸ਼ਾਮਲ ਸੀ। ਉਹਨਾਂ ਦੀਆਂ ਕਾਰਾਂ ਘੁੰਮ ਰਹੀਆਂ ਸੀ। ਉਹਨਾਂ ਨੇ ਕਾਤਲਾਂ ਨੂੰ 100-100 ਰੁਪਈਆ ਤੇ ਇੱਕ ਬੋਤਲ ਸ਼ਰਾਬ ਦੀ ਦਿੱਤੀ। ਮਿੱਟੀ ਦੇ ਤੇਲ ਦੀਆਂ ਕੇਨੀਆਂ, ਸਰੀਏ, ਮਾਚਸਾਂ ਵੰਡੀਆਂ। ਇੱਕ ਕਿਸਮ ਦਾ ਪਾਊਡਰ ਵੰਡਿਆ ਗਿਆ ਜਿਸ ਨੂੰ ਬੰਦੇ ਉੱਤੇ ਤੇਲ ਸੁੱਟ ਕੇ ਥੋੜ੍ਹਾ ਜਿਹਾ ਭੁੱਕਿਆ ਜਾਂਦਾ। ਬੰਦੇ ਨੂੰ ਭੜਕ ਦੇ ਕੇ ਅੱਗ ਲੱਗਦੀ। ਮਿੰਟਾਂ ਸਕਿੰਟਾਂ 'ਚ ਹੀ ਬੰਦਾ ਰਾਖ ਦੀ ਢੇਰੀ ਬਣ ਜਾਂਦਾ। ਪੁਲਿਸ ਅਧਿਕਾਰੀਆਂ ਨੇ ਖੁਦ ਅਫਵਾਹਾਂ ਫੈਲਾਈਆਂ ਤੇ ਹਿੰਸਾ 'ਚ ਸ਼ਾਮਲ ਹੋਏ। ਇਹ ਹਿੰਸਕ ਕਾਰਵਾਈਆਂ ਕਰਨ ਵਾਲੇ ਲੋਕ ਕੌਣ ਸੀ? ਬਸਤੀਆਂ ਦੇ ਨੇੜੇ ਦੇ ਪਿੰਡਾਂ ਦੇ ਲੋਕ, ਜਿਨ੍ਹਾਂ 'ਚ ਜਾਟ, ਗੁੱਜਰ, ਭੰਗੀ ਬਹੁਤੇ ਸੀ। ਇਹ ਲੋਕ ਛੋਟੇ-ਮੋਟੇ ਕੰਮ ਧੰਦੇ ਕਰਦੇ ਤੇ ਕਾਂਗਰਸ ਦਾ ਗੁੰਡਾ ਅਨਸਰ ਸੀ। ਉਹਨਾਂ ਨੇ ਬੰਦੇ ਮਾਰ ਦਿੱਤੇ, ਬੱਚਿਆਂ ਤੇ ਔਰਤਾਂ ਨੂੰ ਕੁਝ ਨਹੀਂ ਆਖਿਆ। ਨੌਜਵਾਨ ਸਿੱਖ ਕੁੜੀਆਂ ਨਾਲ ਸਮੂਹ ਬਲਾਤਕਾਰ ਕੀਤੇ। ਸਰੀਆਂ ਨਾਲ ਪਹਿਲਾਂ ਬੰਦੇ ਦਾ ਸਿਰ ਭੰਨਿਆ ਫਿਰਿਆ ਜਾਂਦਾ, ਫਿਰ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਜਾਂਦੀ। ਗਲਾਂ 'ਚ ਟਾਇਰ ਪਾ ਕੇ ਵੀ ਅੱਗਾਂ ਲਾਈਆਂ ਗਈਆਂ। ਸਮਾਨ ਲੁੱਟ ਕੇ ਘਰਾਂ ਨੂੰ ਫੂਕ ਦਿੱਤਾ ਜਾਂਦਾ। ਕੀ ਕਾਤਲਾਂ 'ਚ ਦਿੱਲੀ ਦਾ ਆਮ ਹਿੰਦੂ ਨਹੀਂ ਸੀ?
ਨਹੀਂ, ਦੱਸਿਆ ਨਾ ਤੈਨੂੰ। ਕਾਂਗਰਸੀ ਆਗੂ ਤੇ ਉਹਨਾਂ ਚਾਟੜਿਆਂ ਨੂੰ ਛੱਡ ਕੇ ਇਸ ਸਾੜ ਫੂਕ 'ਚ ਸਿੱਖ ਘਰਾਂ ਦੇ ਆਂਢੀ ਗੁਆਂਢੀ ਹਿੰਦੂ ਪਰਿਵਾਰ ਬਿਲਕੁਲ ਸ਼ਾਮਲ ਨਹੀਂ ਹੋਏ। ਹਿੰਦੂ ਗੁਆਂਢੀਆਂ ਨੇ ਤਾਂ ਸਗੋਂ ਬਹੁਤ ਸਾਰੇ ਸਿੱਖ ਭਰਾਵਾਂ ਦੀਆਂ ਜਾਨਾਂ ਬਚਾਈਆਂ। ਪਰਿਵਾਰ ਹਿੰਦੂ ਘਰਾਂ 'ਚ 5-5 ਦਿਨ ਛੁਪ ਕੇ ਬੈਠੇ ਰਹੇ। ਗੁੰਡਿਆਂ ਨੇ ਕਈ ਹਿੰਦੂ ਘਰ ਵੀ ਫੂਕ ਦਿੱਤੇ ਕਿਉਂਕਿ ਉਹਨਾਂ ਨੇ ਸਿੱਖਾਂ ਨੂੰ ਪਨਾਹ ਦਿੱਤੀ ਸੀ। ਦਿੱਲੀ ਦੇ ਕਈ ਬਜ਼ੁਰਗ ਜਿਹੜੇ ਪਾਕਿਸਤਾਨ 'ਚੋਂ ਉੱਜੜ ਕੇ ਸਿੱਧੇ ਉੱਥੇ ਜਾ ਵਸੇ ਸੀ, ਕਹਿੰਦੇ ਸੁਣੇ ਗਏ ਕਿ 47 ਦੇ ਫਸਾਦ ਤਾਂ ਇਹਨਾਂ ਦਿੱਲੀ ਦੰਗਿਆਂ ਸਾਹਮਣੇ ਕੁਝ ਵੀ ਨਹੀਂ ਸੀ। ਉਧਰ ਪਾਕਿਸਤਾਨ 'ਚ ਮੁਸਲਮਾਨਾਂ ਨੇ ਸਿੱਖਾਂ ਨਾਲ ਇੰਨੀ ਭੈੜੀ ਨਹੀਂ ਕੀਤੀ ਸੀ ਜਿੰਨੀ ਇੱਥੇ ਦਿੱਲੀ 'ਚ ਹਿੰਦੂਆਂ ਨੇ ਕਰ ਦਿੱਤੀ ਹੈ। ਬਸ ਫਿਰ ਉਹੀ ਗੱਲ ਹੋਈ, ਤੂੰ ਸਾਰੇ ਹਿੰਦੂਆਂ ਨੂੰ ਦੋਸ਼ ਕਿਉਂ ਦਿੰਦਾ ਹੈ? ਇੱਕ ਹੋਰ ਤੱਥ ਦੇਖ, ਇਹ ਹਿੰਸਾ ਦਿੱਲੀ ਤੋਂ ਬਾਹਰ ਹੋਰ ਪ੍ਰਾਂਤਾਂ 'ਚ ਉੱਥੇ ਭੜਕੀ ਜਿੱਥੇ ਕਾਂਗਰਸ ਆਈ ਦਾ ਰਾਜ ਸੀ। ਕਲਕੱਤੇ, ਹੈਦਰਾਬਾਦ, ਕੇਰਲ 'ਚ ਕਿਧਰੇ ਇੱਕ ਵੀ ਸਿੱਖ ਨਹੀਂ ਮਾਰਿਆ ਗਿਆ, ਨਾ ਕੋਈ ਲੁੱਟ-ਪੁੱਟ ਹੋਈ। ਉਸ ਦਿਨ ਅਵਤਾਰ ਛੇਤੀ ਕਾਲਜੋਂ ਘਰ ਆ ਗਿਆ ਸੀ। 2 ਪੀਰੀਅਡ ਲਾਏ ਤੇ ਤੁਰ ਆਇਆ। ਇੱਕ ਪੀਰੀਅਡ ਜੋ ਆਖਰੀ ਸੀ ਉਹਨੇ ਛੱਡ ਦਿੱਤਾ। ਸਰਬਜੀਤ ਕਾਲਜ ਜਾਂਦਾ ਹੁੰਦਾ, ਸਰਗੀ 9ਵੀਂ 'ਚ ਹੋ ਗਈ ਸੀ, ਉਹ ਅਜੇ ਸਕੂਲੋਂ ਨਹੀਂ ਆਈ ਸੀ। ਇਹਨਾਂ ਦਿਨਾਂ 'ਚ ਸਕੂਲ ਕਾਲਜ ਘੱਟ ਵੱਧ ਹੀ ਲੱਗਦੇ। ਮਾੜੀ ਜਿਹੀ ਕੋਈ ਦੁਰਘਟਨਾ ਵਾਪਰ ਜਾਂਦੀ ਜਾਂ ਵਾਪਰ ਜਾਣ ਦਾ ਡਰ ਹੁੰਦਾ, ਜ਼ਿਲ੍ਹੇ ਦਾ DC ਝੱਟ ਛੁੱਟੀ ਕਰ ਦਿੰਦਾ। ਦਲਬੀਰ ਦੁੱਧ ਪੀ ਕੇ ਸੌਂ ਚੁੱਕਿਆ ਸੀ। ਉਹਦੇ ਉੱਤੇ ਬੱਚਾ ਮੱਛਰਦਾਨੀ ਤਾਣੀ ਹੋਈ ਸੀ, ਉਹਦੇ ਕਰਕੇ ਮੱਖੀਆਂ ਨਹੀਂ ਬੈਠਦੀਆਂ ਸੀ। ਫਿਰ ਵੀ ਮੁੰਡੇ ਨੂੰ ਪਤਾ ਨਹੀਂ ਕੀ ਹੁੰਦਾ, ਉਹ ਪਿਆ ਧੰਦ ਕੁੱਟਦਾ। ਬਾਬੇ ਦੇ ਕਮਰੇ 'ਚ ਉਸ ਦਿਨ ਦਾ ਪਾਠ ਕਰਕੇ ਨੀਰੂ ਉਹਨਾਂ ਕੋਲ ਆ ਬੈਠੀ। ਦੁਪਹਿਰ ਦੀ ਰੋਟੀ ਉਹ 1:30-2 ਵਜੇ ਖਾਂਦੇ। ਅਵਤਾਰ ਤੇ ਨੀਰੂ ਦਾ ਨਿੱਤ ਦਾ ਨਿਯਮ ਸੀ। ਸਰਬਜੀਤ ਤੇ ਸਰਗੀ ਜਦੋਂ ਮਰਜ਼ੀ ਖਾ ਲੈਂਦੇ। ਸਵੇਰੇ ਨਾਸ਼ਤਾ ਸਭ ਦਾ ਕੀਤਾ ਹੁੰਦਾ। ਅੱਜ ਦੁਪਹਿਰ ਦੀ ਰੋਟੀ ਦਾ ਵੇਲਾ ਅਜੇ ਹੋਇਆ ਨਹੀਂ ਸੀ। ਉਂਝ ਰੋਟੀ ਤਿਆਰ ਕਰਕੇ ਜਾਲੀ 'ਚ ਰੱਖੀ ਪਈ ਸੀ। ਉਹਨਾਂ ਦੀਆਂ ਗੱਲਾਂ ਸੁਣ ਕੇ ਨੀਰੂ ਵੀ ਹਿੱਸਾ ਲੈਣ ਲੱਗ ਪਈ। ਪੁੱਛਿਆ, ਭਲਾ ਜੀ ਦਿੱਲੀ 'ਚ ਕਿੰਨੇ ਬੰਦੇ ਮਾਰੇ ਗਏ ਹੋਣਗੇ? ਸਰਕਾਰੀ ਸੂਤਰ ਬਹੁਤ ਘੱਟ ਗਿਣਤੀ ਦੱਸਦੇ ਆ, ਜਦਕਿ ਦਿੱਲੀ ਤੇ ਦੰਗਾ ਪੀੜਤ ਸਿੱਖ ਇਹ ਗਿਣਤੀ ਬਹੁਤ ਵਧਾ ਦਿੰਦੇ ਨੇ। ਪਰ ਪੱਕਾ ਅੰਦਾਜ਼ਾ ਵੀ 3000 ਤੋਂ ਵੱਧ ਬੰਦੇ ਮਾਰੇ ਗਏ। ਤਕਰੀਬਨ 50,000 ਕੈਂਪਾਂ 'ਚ ਸ਼ਰਨਾਰਥੀ ਬਣਿਆ ਬੈਠਾ। ਇੱਕ ਮਜ਼ਾਕ ਹੋਰ ਦੇਖੋ, ਜਿਨ੍ਹਾਂ ਕਾਂਗਰਸੀ ਲੀਡਰਾਂ ਨੇ ਦੰਗੇ ਖੁਦ ਭੜਕਾਏ, ਉਹੀ ਲੋਕ ਹੁਣ ਕੈਂਪਾਂ 'ਚ ਰਾਹਤ ਕਾਰਜਾਂ 'ਚ ਲੱਗੇ ਹੋਏ ਆ। ਗੱਲ ਖਤਮ ਕਰਕੇ ਅਵਤਾਰ ਨੀਰੂ ਨੂੰ ਕਹਿੰਦਾ, ਪਿਆਲਾ ਚਾਹ ਹੀ ਬਣਾ ਲੈ, ਰੋਟੀ ਤਾਂ ਅਜੇ ਠਹਿਰ ਕੇ ਖਾਵਾਂਗੇ। ਤੇ ਕਿਹਾ, ਰੋਟੀ ਗੁਰਪਾਲ ਵੀ ਖਾਊ, ਥੋੜੀਆਂ ਨੇ ਜੇ ਹੋਰ ਲਾ ਲੈ। ਉੱਠਣ ਲੱਗੀ ਉਹ ਬੋਲੀ, ਰੋਟੀਆਂ ਬਹੁਤ ਹੈ ਜੀ, ਸਬਜ਼ੀ ਵੀ ਹੈ। ਯਾਰ ਅਵਤਾਰ, ਐਡੇ ਵੱਡੇ ਮੁਲਕ ਦੀ ਰਾਜਧਾਨੀ 'ਚ ਕਿਵੇਂ ਹੋ ਗਿਆ? ਜੇ ਦਿੱਲੀ ਐ ਹੋ ਸਕਦਾ ਫਿਰ ਤਾਂ ਕਿਤੇ ਵੀ ਹੋ ਸਕਦਾ ਹੈ। ਕੀ ਹਿਫਾਜ਼ਤ ਹੋਈ ਫਿਰ ਸਿੱਖਾਂ ਦੀ? ਉਹਨਾਂ ਕੋਲ ਫੌਜ ਨਹੀਂ ਸੀ, ਕਰਫਿਊ ਲਾ ਦਿੰਦੇ। ਬਲੂ ਸਟਾਰ ਆਪਰੇਸ਼ਨ ਵੇਲੇ ਇੱਥੇ ਪੰਜਾਬ 'ਚ ਤਾਂ ਕੋਈ ਬੰਦਾ ਖੰਘਣ ਨਹੀਂ ਦਿੱਤਾ ਮਿਲਟਰੀ ਨੇ। ਪਹਿਲਾਂ ਤਾਂ ਜਵਾਬ ਇਹ ਕਿ ਦਿੱਲੀ 'ਚ ਫੌਜ ਮੌਜੂਦ ਨਹੀਂ, ਜਦੋਂ ਕਿ ਜੇ ਉਹਨਾਂ ਦੀ ਨੀਅਤ ਹੁੰਦੀ ਤਾਂ ਮੇਰਠ ਤੇ ਆਗਰਾ ਛਾਉਣੀਆਂ ਤੋਂ 31 ਅਕਤੂਬਰ ਦੀ ਰਾਤ ਤੱਕ ਜਿੰਨੀ ਮਰਜ਼ੀ ਫੌਜ ਮੰਗਵਾਈ ਜਾ ਸਕਦੀ ਸੀ। ਫਿਰ 3 ਦਿਨ ਕਰਫਿਊ ਹੀ ਨਹੀਂ ਲਾਇਆ। ਅਖੇ ਜੀ ਸਭ ਕੰਟਰੋਲ 'ਚ ਹੈ। ਜਦੋਂ ਬੰਦੇ ਫੂਕੇ ਜਾ ਰਹੇ ਸੀ, ਘਰ ਲੁੱਟੇ ਜਾ ਰਹੇ ਸੀ, ਸਾਰੀ ਦਿੱਲੀ ਅੱਗ ਦੀ ਲਪੇਟ ਸੀ, ਉਦੋਂ ਤਾਂ ਉਹਨਾਂ ਕੋਲ ਫੌਜ ਨਹੀਂ ਸੀ। ਪਰ ਇੰਦਰਾ ਗਾਂਧੀ ਦੀ ਅਰਥੀ ਲਿਜਾਣ ਵੇਲੇ 3000 ਫੌਜੀਆਂ ਦਾ ਪੂਰਾ ਬਰਗੇਡ ਕਿੱਧਰੋਂ ਆ ਗਿਆ? ਸਮੁੰਦਰੀ ਤੇ ਹਵਾਈ ਸੈਨਾ ਦੇ 1000 ਜਵਾਨ ਕਿੱਥੋਂ ਪੈਦਾ ਕਰ ਲਏ? ਗੁਰਪਾਲ ਬੋਲਿਆ, ਜਦੋਂ ਕਿਸੇ ਨੇ ਪੁੱਛਿਆ ਕਿ ਦਿੱਲੀ 'ਚ ਸਿੱਖਾਂ ਨਾਲ ਅਜਿਹਾ ਸਲੂਕ ਕਿਉਂ ਹੋਇਆ ਤਾਂ ਰਾਜੀਵ ਗਾਂਧੀ ਦਾ ਜਵਾਬ ਸੁਣ ਲਓ, ਜਬ ਕੋਈ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਕੰਪਤੀ ਹੈ। ਫਿਰ ਅਗਲਿਆਂ ਦਾ ਜਵਾਬ ਨਹੀਂ ਸੁਣਿਆ। ਅਵਤਾਰ ਨੇ ਟਿਕਾ ਕੇ ਆਖਿਆ, ਜਬ ਧਰਤੀ ਕੰਪਤੀ ਹੈ ਨਾ ਤਾਂ ਬੜੇ ਬੜੇ ਪੇੜ ਵੀ ਗਿਰ ਜਾਤੇ ਹੈ। ਅੰਗ 19ਵਾਂ। ਰਾਜਨੀਤੀ ਬੜੀ ਅਜੀਬ ਖੇਡ ਹੈ। ਇਸ 'ਚ ਪਤਾ ਨਹੀਂ ਲੱਗਦਾ ਕਿਹਨੂੰ ਕਿਸ ਵੇਲੇ ਕੀ ਚੀਜ਼ ਰਾਸ ਆ ਜਾਏ ਤੇ ਉਹਦੀਆਂ ਪੌਂ-ਬਾਰਾਂ ਹੋ ਜਾਣ। ਇੱਦਾਂ ਹੀ ਰਾਜੀਵ ਗਾਂਧੀ ਨੂੰ ਉਹਦੀ ਮਾਂ ਦਾ ਕਤਲ ਰਾਸ ਆ ਗਿਆ। ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਧੜ ਵੋਟਾਂ ਪਈਆਂ। ਦੇਖਿਆ ਜਾਏ ਤਾਂ ਉਹਨੇ ਏਕਤਾ ਤੇ ਅਖੰਡਤਾ ਦੇ ਕਿਹੜੇ ਆਧਾਰ ਮਿੱਥੇ ਸਨ? ਜੇ ਉਹ ਕੋਈ ਆਧਾਰ ਸਨ ਤਾਂ ਉਹਨਾਂ ਉੱਤੇ ਚੱਲ ਕੇ ਦੇਸ਼ 'ਚ ਕਿੰਨੀ ਕੁ ਵੱਧ ਏਕਤਾ ਪੈਦਾ ਹੋਈ? ਕਿਹੜੀ ਏਕਤਾ? ਉਹਦੀ ਪਰਿਭਾਸ਼ਾ ਦੇ ਲਾਭ, ਭਾਰਤ ਦੇ ਅਖੰਡ ਰਹਿਣ ਦੀ ਕਿਹੜੀ ਕਾਰਗੁਜ਼ਾਰੀ ਗਰੰਟੀ ਬਣਦੀ ਸੀ? ਦੇਸ਼ ਦੇ ਕਰੋੜਾਂ ਗਰੀਬ ਲੋਕਾਂ ਲਈ ਏਕਤਾ ਤੇ ਅਖੰਡਤਾ ਦੋਵੇਂ ਸ਼ਬਦਾਂ ਦਾ ਉਹਨਾਂ ਦੀ ਆਰਥਿਕ ਜ਼ਿੰਦਗੀ ਨਾਲ ਕੀ ਤਾਲੁਕ ਹੋਰ ਭਲਾ? ਅਨੰਦਪੁਰ ਮਤੇ ਵਿਰੁੱਧ ਜੀ ਭਰ ਕੇ ਬੋਲਣ ਉਪਰੰਤ ਸੰਤ ਲੌਂਗੋਵਾਲ ਨੂੰ ਬੁਲਾਇਆ ਗਿਆ। ਆਓ ਸੰਤ ਜੀ, ਹੁਣ ਆਪਾਂ ਸਮਝੌਤਾ ਕਰ ਲਈਏ। ਖੈਰ, ਪੰਜਾਬ ਸਮਝੌਤਾ ਹੋਣ ਨਾਲ ਪੰਜਾਬ ਦੇ ਲੋਕਾਂ ਨੂੰ ਕੁਝ ਸੌਖਾ ਸਾਹ ਆਇਆ। ਬਹੁਤਾ ਕਰਕੇ ਪੰਜਾਬ ਦੀ ਹਿੰਦੂ ਜਨਤਾ ਖੁਸ਼ ਹੋਈ। ਇਸ ਸਮਝੌਤੇ ਦੇ ਸਿਰੇ ਚੜ੍ਹ ਜਾਣ ਨਾਲ ਅਕਾਲੀ ਦਲ ਦੀ ਸਾਖ ਮੁੜ ਕੇ ਬਣ ਜਾਣੀ ਸੀ। ਸੰਤ ਲੌਂਗੋਵਾਲ ਦੇ ਕਤਲ ਬਾਅਦ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ। ਕਾਂਗਰਸ ਪਾਰਟੀ ਸੀਨ ਤੋਂ ਪਰੇ ਰਹੀ, ਜਿਵੇਂ ਅਕਾਲੀ ਉਮੀਦਵਾਰ ਕਾਂਗਰਸ ਦੇ ਹੀ ਉਮੀਦਵਾਰ ਹੋਣ।
ਅਕਾਲੀਆਂ ਦੀ ਵਜ਼ਾਰਤ ਬਣ ਗਈ। ਪੱਕੀਆਂ ਆਸਾਂ ਸੀ ਵੀ 86 ਦੀ 26 ਜਨਵਰੀ ਨੂੰ ਚੰਡੀਗੜ੍ਹ ਪੰਜਾਬ ਦਾ ਹੋ ਜਾਏਗਾ। ਜੇ ਇੰਜ ਹੋ ਜਾਂਦਾ ਤੇ ਫਿਰ ਇਹ ਵੀ ਹੋ ਜਾਂਦਾ ਕਿ ਜੋਧਪੁਰ ਦੇ ਕੈਦੀਆਂ ਨੂੰ ਵਾਢਿਓਂ ਲਾ ਆਮ ਮਾਫੀ ਮਿਲ ਜਾਂਦੀ। ਪਾਣੀਆਂ ਦਾ ਮਸਲਾ ਕਾਨੂੰਨਾਂ ਮੁਤਾਬਿਕ ਹੱਲ ਕਰ ਲਿਆ ਜਾਂਦਾ ਹੈ। ਇਸ ਵਿੱਚ ਕਿਸੇ ਪ੍ਰਾਂਤ ਨੂੰ ਕੋਈ ਵਿਸ਼ੇਸ਼ ਰਾਇਤ ਨਾ ਦਿੱਤੀ ਜਾਂਦੀ। ਬੈਰਕਾਂ ਛੱਡਣ ਵਾਲੇ ਫੌਜੀਆਂ ਨੂੰ ਉਹਨਾਂ ਦੀ ਧਾਰਮਿਕ ਭਾਵਨਾ ਦੀ ਵਕਤੀ ਕਸੂਰ ਮਾਫ ਕਰਕੇ ਵਾਪਸ ਉਹਨਾਂ ਨੂੰ ਉਹੀ ਰੈਂਕ 'ਚ ਲੈ ਲਿਆ ਜਾਂਦਾ। ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਂਦੀ ਤਾਂ ਸ਼ਾਇਦ ਸਿੱਖ ਸੰਸਾਰ ਦੇ ਪੀੜਤ ਮਨ ਸ਼ਾਂਤ ਹੋ ਜਾਂਦੇ ਤੇ ਪੰਜਾਬ ਆਪਣੀ ਪੁਰਾਣੀ ਸ਼ਾਨੋ ਸ਼ੌਕਤ 'ਚ ਮੁੜ ਆਉਂਦਾ। ਪਰ ਹੋਇਆ ਤਾਂ ਕੱਖ ਵੀ ਨਾ। ਇੱਕ ਵੀ ਗੱਲ ਨਹੀਂ ਮੰਨੀ ਗਈ। ਪੰਜਾਬ ਸਮਝੌਤਾ ਧੋਖਾ ਸਾਬਤ ਹੋਇਆ। ਅੱਤਵਾਦ ਹੋਰ ਵੱਧਦਾ ਗਿਆ। ਦਹਿਸ਼ਤਗਰਦੀ ਦਾ ਭੂਤ ਸ਼ਰੇਆਮ ਨੱਚਣ ਲੱਗ ਗਿਆ। ਅਕਾਲੀ ਦਲ ਦੀ ਹਕੂਮਤ ਦੌਰਾਨ ਕੇਂਦਰ ਸਰਕਾਰ ਆਖਦੀ ਪੰਜਾਬ ਸਮਝੌਤੇ ਕੇ ਲਈ ਹਮ ਵਚਨਬੱਧ ਹੈ। ਮੁੱਖ ਮੰਤਰੀ ਆਖਦਾ ਸੀ ਪੰਜਾਬ ਸਮਝੌਤੇ ਦਾ ਅੱਖਰ ਅੱਖਰ ਲਾਗੂ ਕਰਵਾ ਕੇ ਸਾਹ ਲਵਾਂਗੇ। ਇਸ ਹਿਸਾਬ 'ਚ ਇੱਕ ਪਾਸੇ ਅਕਾਲੀਆਂ ਦੀ ਕੁਰਸੀ ਕਾਇਮ ਰਹੀ, ਦੂਜੇ ਪਾਸੇ ਕੇਂਦਰੀ ਸਰਕਾਰ ਦੇ ਲਾਰਿਆਂ ਦੀ ਉਮਰ 'ਚ ਵਾਧਾ ਹੁੰਦਾ ਗਿਆ। ਫਿਰ ਰਾਸ਼ਟਰਪਤੀ ਰਾਜ ਵੀ ਠੁੱਸ, ਰੇ ਰਿਬੈਰੋ ਫੇਲ। ਵਿਰੋਧੀ ਪੱਖ ਦੀਆਂ ਸਭ ਰਾਜਨੀਤਿਕ ਪਾਰਟੀਆਂ, ਬੁੱਧੀਜੀਵੀ ਲੋਕ ਤੇ ਬਜ਼ੁਰਗ ਸਿਆਸਤਦਾਨ ਵਾਹ ਜਹਾਨ ਦੀ ਲਾ ਹਟੇ ਕਿ ਜਨਾਬ ਪੰਜਾਬ ਸਮੱਸਿਆ ਅਮਨ ਤੇ ਕਾਨੂੰਨ ਦੀ ਕੋਈ ਸਮੱਸਿਆ ਨਹੀਂ ਰਹਿ ਗਈ ਹੈ, ਇਹਦਾ ਕੋਈ ਸਿਆਸੀ ਹੱਲ ਲੱਭਿਆ ਜਾਏ। ਗੁਰਪਾਲ ਧਾਰਮਿਕ ਬਿਰਤੀ ਵਾਲਾ ਆਦਮੀ ਸੀ। ਆਪਣੇ ਧਰਮ ਪ੍ਰਤੀ ਉਹ ਇੰਨਾ ਕੱਟੜ ਨਹੀਂ ਕਿ ਦੂਜੇ ਧਰਮਾਂ ਦੇ ਲੋਕਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖੇ। ਜ਼ਿੰਦਗੀ ਦੇ ਆਮ ਵਿਹਾਰ 'ਚ ਸਾਰੇ ਧਰਮਾਂ ਦੀ ਕਦਰ ਕਰਦਾ, ਪਰ ਉਹ ਸਿੱਖ ਰਾਜਨੀਤੀ 'ਚ ਦਿਲਚਸਪੀ ਜ਼ਰੂਰ ਲੈਂਦਾ। ਦਿਲਚਸਪੀ ਕਿਉਂ ਰਾਜਨੀਤੀ 'ਚ ਉਹਦਾ ਸਰਗਰਮ ਹਿੱਸਾ ਸੀ। ਬਹੁਤ ਵਰੇ ਪਹਿਲਾਂ ਉਹ ਆਮ ਤੌਰ ਤੇ ਬਦਾਮੀ ਰੰਗ ਦੀ ਪੱਗ ਬੰਨ੍ਹਦਾ ਹੁੰਦਾ ਸੀ। ਦਾੜੀ ਵੀ ਉਦੋਂ ਬੰਨੀ ਹੁੰਦੀ। ਫਿਰ ਜਦੋਂ ਰਾਜਨੀਤੀ 'ਚ ਹਿੱਸਾ ਲੈਣ ਲੱਗਿਆ ਤਾਂ ਉਹਦੀ ਪੱਗ ਦਾ ਰੰਗ ਨੀਲਾ ਹੋ ਗਿਆ। ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਉਹ ਨੀਲਾ ਰੰਗ ਕਾਲੇ ਰੰਗ 'ਚ ਬਦਲ ਗਿਆ। ਦਾੜੀ ਉਹਨੇ ਰਾਜਨੀਤੀ 'ਚ ਆਉਣ ਵੇਲੇ ਹੀ ਖੋਲ੍ਹ ਲਈ ਸੀ। ਸ਼ਹਿਰ ਦੇ ਆੜ੍ਹਤੀਆਂ ਨਾਲ ਉਹਦੇ ਘਰੇਲੂ ਤਾਲੁਕਾਤ ਸੀ। ਗਮੀ ਖੁਸ਼ੀ 'ਚ ਉਹਨਾਂ ਦੇ ਆਉਂਦਾ ਜਾਂਦਾ। ਉਹ ਵੀ ਸਭ ਉਹਦੇ ਨਾਲ ਗਰੋਹ ਰੱਖਦੇ। ਰਮਾਇਣ, ਮਹਾਂਭਾਰਤ, ਸ਼੍ਰੀਮਦ ਭਗਵਦ ਗੀਤਾ ਦੇ ਗਰੁੜ ਪੁਰਾਣ ਸਾਹਮਣੇ ਉਹ ਸ਼ਰਧਾ ਨਾਲ ਝੁਕਦਾ। ਹਿੰਦੂਆਂ ਨੂੰ ਜਦੋਂ 13ਵੀਆਂ ਸੁਣਾਉਂਦਾ ਤਾਂ ਉਹਦੇ ਸਾਹਮਣੇ ਦੇਸ਼ ਦੀ ਕਾਂਗਰਸ ਪਾਰਟੀ ਹੁੰਦੀ। ਆੜ੍ਹਤੀਆਂ ਦੀ ਦੁਕਾਨਾਂ ਉੱਤੇ ਜਾ ਕੇ ਬੈਠਦਾ ਤਾਂ ਵਪਾਰੀ ਲੋਕ ਇਕੱਠੇ ਹੋ ਜਾਂਦੇ ਤੇ ਉਹਦੀਆਂ ਸਪਸ਼ਟ ਗੱਲਾਂ ਗੌਰ ਨਾਲ ਸੁਣਦੇ। ਜਦੋਂ ਉਹਨੇ ਆਪਣਾ ਗੁੱਬ ਗਵਾਟ ਕੱਢਣਾ ਹੁੰਦਾ, ਉਹ ਅਵਤਾਰ ਕੋਲ ਸੰਗਰੂਰ ਆਉਂਦਾ। ਪੰਜਾਬ 'ਚ ਦਹਿਸ਼ਤਗਰਦੀ ਦਾ ਦੌਰ ਇੰਨਾ ਗਰਮ ਸੀ ਕਿ ਹਿੰਦੂ ਸਿੱਖ ਦੋਵਾਂ ਦਾ ਮੂੰਹ ਬੰਦ ਹੋ ਗਿਆ। ਅੱਤਵਾਦੀਆਂ ਦੇ ਖਿਲਾਫ ਬੋਲੇ ਤਾਂ ਉਹਨਾਂ ਪਤੰਦਰਾਂ ਤੋਂ ਸੇਕ ਮਾਰਦਾ। ਅੱਤਵਾਦੀਆਂ ਦੇ ਹੱਕ 'ਚ ਬੋਲੋ ਤਾਂ ਵੇਲੇ ਦੀ ਸਰਕਾਰ ਦਾ ਡਰ। ਹਰ ਕੋਈ ਚੁੱਪ ਰਹਿਣ ਵਿੱਚ ਹੀ ਆਪਣੀ ਭਲਾਈ ਸਮਝਦਾ। 1987 ਦੇ ਸ਼ੁਰੂ ਦੇ ਦਿਨ ਸੀ। ਇੱਕ ਦਿਨ ਗੁਰਪਾਲ ਸੰਗਰੂਰ ਗਿਆ। ਉਸ ਦਿਨ ਐਤਵਾਰ ਸੀ। ਗੁਰਪਾਲ ਕਹਿ ਰਿਹਾ ਸੀ, ਅਵਤਾਰ ਪੰਜਾਬ ਮਸਲਾ ਜਿਉਂ-ਜਿਉਂ ਲਮਕਦਾ ਜਾਂਦਾ ਹੈ, ਹਾਲਾਤ ਦਾ ਰੰਗ ਵੀ ਬਦਲ ਗਿਆ। ਪਹਿਲਾਂ ਲੱਗਦਾ ਹੁੰਦਾ ਹੈ ਕਿ ਅੱਤਵਾਦੀ ਸਿਰਫ ਹਿੰਦੂਆਂ ਦਾ ਕਤਲ ਕਰਦੇ ਆ ਵੀ ਦੂਜੇ ਹਿੰਦੂ ਡਰ ਕੇ ਪੰਜਾਬ ਛੱਡ ਜਾਣ। ਹੁਣ ਉਹ ਗੱਲ ਨਹੀਂ ਰਹੀ। ਨਾ ਤਾਂ ਸਿਰਫ ਹਿੰਦੂ ਵਾਰੇ ਜਾ ਰਹੇ ਆ, ਨਾ ਉਹ ਪੰਜਾਬ ਛੱਡ ਕੇ ਕਿਧਰੇ ਜਾਂਦੇ। ਹੁਣ ਤਾਂ ਕੋਈ ਵੀ ਕਿਤੇ ਕਤਲ ਹੋ ਸਕਦਾ। ਹਿੰਦੂ ਜਾਂ ਸਿੱਖ ਹੋ ਜ਼ਰੂਰੀ ਨਹੀਂ। ਇੱਕ ਹੋਰ ਤੱਥ ਸਾਹਮਣੇ ਆਇਆ। ਪੰਜਾਬ ਦਾ ਹਿੰਦੂ ਸੋਚਦਾ ਸੀ ਕਿ ਪੰਜਾਬ 'ਚੋਂ ਨਿਕਲ ਕੇ ਜੇ ਹੋਰ ਕਿਸੇ ਸੂਬੇ 'ਚ ਜਾ ਵਸੇ ਤਾਂ ਉੱਥੇ ਸੁਰੱਖਿਅਤ ਰਹੇਗਾ, ਉੱਥੇ ਆਪਣੇ ਹਿੰਦੂ ਭਰਾਵਾਂ 'ਚ ਰਹੇਗਾ। ਪਰ ਜਿਹੜੇ ਗਏ ਉਹਨਾਂ 'ਚੋਂ ਬਹੁਤੇ ਵਾਪਸ ਮੁੜ ਆਏ, ਕਿਉਂਕਿ ਬਾਹਰਲੇ ਸੂਬਿਆਂ ਦਾ ਹਿੰਦੂ ਪੰਜਾਬੀ ਹਿੰਦੂ ਨੂੰ ਸਵੀਕਾਰ ਹੀ ਨਹੀਂ ਕਰਦਾ। ਉਹ ਕਹਿੰਦਾ ਇਹ ਪੰਜਾਬੀ ਹੈ। ਬਾਹਰਲੀਆਂ ਸਟੇਟਾਂ ਦੇ ਲੋਕ ਪੰਜਾਬ ਦੇ ਹਿੰਦੂ ਨਾਲ ਵੀ ਉਨਾ ਹੀ ਦੁਰਵਿਹਾਰ ਕਰਦੇ ਆ ਜਿੰਨਾ ਪੰਜਾਬੀ ਸਿੱਖ ਨਾਲ। ਦੱਸ ਹੁਣ ਪੰਜਾਬ ਦਾ ਹਿੰਦੂ ਫਸ ਗਿਆ ਨਾ ਕੜਕੀ 'ਚ। ਪੰਜਾਬ 'ਚ ਉਹ ਹਿੰਦੂ ਹੋਣ ਕਰਕੇ ਆਤੰਕਿਤ ਹੈ, ਪੰਜਾਬ ਤੋਂ ਬਾਹਰ ਪੰਜਾਬੀ ਹੋਣ ਕਰਕੇ। ਭਗਤੇ ਫੇਰ ਅਖੇ ਜੀ ਹਮਾਰੀ ਬੋਲੀ ਤਾਂ ਹਿੰਦੀ ਹੈ। ਨਿਰਾ ਝੂਠ ਮਾਰਿਆ ਸੀ ਇਹਨਾਂ ਨੇ। ਹੁਣ ਦੇਖ ਫਿਰ ਕਿੱਥੇ ਜਾ ਪਹੁੰਚੀ ਕਹਾਣੀ। ਗੁਰਪਾਲ ਆਖ ਰਿਹਾ ਸੀ, ਪੰਜਾਬ 'ਚ ਰਹਿਣ ਵਾਲਾ ਹਰ ਆਦਮੀ ਪੰਜਾਬੀ ਹੈ ਤੇ ਉਹਦੀ ਬੋਲੀ ਪੰਜਾਬੀ, ਚਾਹੇ ਉਹ ਸਿੱਖ ਹੈ, ਚਾਹੇ ਮੁਸਲਮਾਨ, ਚਾਹੇ ਹਿੰਦੂ ਜਾਂ ਈਸਾਈ। ਉਦੋਂ ਹਿੰਦੂਆਂ ਨੂੰ ਇਹਨਾਂ ਦੇ ਲੀਡਰਾਂ ਨੇ ਡਰਾਤਾ ਸੀ। ਅਖੇ ਜੇ ਸਾਬਤ ਹੋ ਗਿਆ ਵੀ ਪੰਜਾਬ ਦੇ ਸਾਰੇ ਲੋਕ ਪੰਜਾਬੀ ਬੋਲਦੇ ਆ ਤਾਂ ਪੰਜਾਬੀ ਸੂਬਾ ਬਣ ਜੂ। ਤੇ ਦੂਜੇ ਸ਼ਬਦਾਂ 'ਚ ਜਿਹੜਾ ਸਿੱਖ ਸੂਬਾ ਹੀ ਹੋਊ। ਹਿੰਦੂਆਂ ਨੂੰ ਫੇਰ ਕਿਹਨੇ ਪੁੱਛਣਾ? ਤੁਸੀਂ ਆਪਣੀ ਬੋਲੀ ਹਿੰਦੀ ਲਿਖਾ ਦਿਓ। ਪਰ ਹੁਣ ਆਪਣੀ ਉਸ ਗਲਤੀ ਨੂੰ ਮੰਨਦਾ ਹੈ। ਇੱਕ ਕੁੱਤੀ ਦੇ ਪਹੁੰਚੇ ਜਿੰਨਾ ਪੰਜਾਬੀ ਸੂਬਾ ਸਿੱਖਾਂ ਨੂੰ ਵੀ ਕਿਹੜਾ ਮਨਜ਼ੂਰ ਹੈ। ਕਿੰਨਾ ਪੰਜਾਬੀ ਬੋਲਦਾ ਇਲਾਕਾ ਹਰਿਆਣੇ ਤੇ ਹਿਮਾਚਲ ਪ੍ਰਦੇਸ਼ 'ਚ ਹੀ ਰਹਿ ਗਿਆ। ਗੁਰਪਾਲ ਕਹਿੰਦਾ ਜਿਹੜੀ ਤੂੰ ਹਿੰਦੂਆਂ ਦੀ ਗੱਲ ਕਰਦਾ ਨਾ, ਉਹ ਬਾਹਰਲੇ ਸੂਬਿਆਂ 'ਚ ਜਾ ਕੇ ਟਿਕ ਨਹੀਂ ਸਕਦੇ। ਇਹੀ ਹਾਲ ਬਾਹਰਲੇ ਸੂਬਿਆਂ ਦੇ ਸਿੱਖਾਂ ਦਾ। ਉਹ ਵੀ ਇੱਧਰ ਪੰਜਾਬ 'ਚ ਆਏ ਸੀ ਨਵੰਬਰ 84 ਦੇ ਦੰਗਿਆਂ ਤੋਂ ਬਾਅਦ। ਇੱਕ ਇੱਕ ਕਰਕੇ ਸਭ ਵਾਪਸ ਹੋ ਗਏ। ਇੱਥੇ ਉਹਨਾਂ ਦਾ ਕੀ ਹੈ? ਉੱਧਰ ਸਭ ਕੁਝ, ਘਰ-ਬਾਰ, ਕੰਮ-ਕਾਰ, ਉਹ ਤਾਂ ਉੱਥੋਂ ਦੇ ਲੋਕਾਂ ਨਾਲ ਉਹਨਾਂ ਵਾਂਗ ਹੀ ਰਹਿੰਦੇ ਆ। ਇੱਧਰ ਭੁੱਖੇ ਮਰਦੇ ਉਹ, ਉੱਧਰ ਮੌਜਾਂ ਕਰਦੇ ਆ।
ਉਹਨਾਂ ਦਾ ਤਾਂ ਉਹੀ ਦੇਸ਼ ਹੈ ਜਿਸ ਧਰਤੀ ਤੇ ਕੋਈ ਰਹਿੰਦਾ ਹੋਵੇ, ਉਹੀ ਉਹਦਾ ਘਰ। ਪੰਜਾਬ ਤੋਂ ਕੀ ਟਿੰਡੀਆਂ ਲੈਣੀਆਂ ਨੇ ਉਹਨਾਂ ਨੇ। ਹੁਣ ਤੂੰ ਦਿੱਲੀ, ਯੂਪੀ ਜਾਂ ਹਰਿਆਣੇ ਦੇ ਸਿੱਖਾਂ ਨੂੰ ਲੈ ਲੈ, ਉਹ ਪਾਕਿਸਤਾਨ ਬਣਨ ਵੇਲੇ ਉੱਧਰੋਂ ਆਏ, ਇੱਧਰ ਸਿੱਧੇ ਹੀ ਹਰਿਆਣੇ, ਯੂਪੀ 'ਚ ਜਾਂ ਦਿੱਲੀ 'ਚ ਜਾ ਕੇ ਵਸ ਗਏ। ਹੁਣ ਵਾਲੇ ਸਾਡੇ ਪੰਜਾਬ 'ਚ ਉਹਨਾਂ ਦਾ ਕੁਝ ਵੀ ਨਹੀਂ, ਨਾ ਜ਼ਮੀਨ ਜਾਇਦਾਦ, ਨਾ ਰਿਸ਼ਤੇਦਾਰੀ, ਨਾ ਉਹਨਾਂ ਨੂੰ ਪੰਜਾਬ ਦੀ ਰਾਜਨੀਤਿਕ ਸਮੱਸਿਆ 'ਚ ਕੋਈ ਦਿਲਚਸਪੀ ਹੈ। ਦੱਸ ਉਹ ਕਾਹਦੇ ਆਸਰੇ ਆਪਣਾ ਸਾਰਾ ਕਾਰੋਬਾਰ ਛੱਡ ਕੇ ਇੱਧਰ ਆਉਣਗੇ। ਗੁਰਪਾਲ ਬੋਲਿਆ, ਇੱਕ ਗੱਲੋਂ ਤਾਂ ਇਹ ਸਿੱਖ ਅੱਤਵਾਦ ਨੇ ਪੰਜਾਬ ਦੇ ਹਿੰਦੂਆਂ ਨੂੰ ਸੁਰਤ ਲਿਆਤੀ। ਹੁਣ ਹੋਇਆ ਇਹਨਾਂ ਨੂੰ ਆਪਣੀ ਪੰਜਾਬੀ ਹੋਣ ਦਾ ਅਹਿਸਾਸ। ਕਹਿੰਦੇ ਆ ਨਾ, ਅਸੀਂ ਇੱਥੇ ਜੰਮੇ ਆ, ਇੱਥੇ ਹੀ ਮਰਾਂਗੇ, ਨਹੀਂ ਤਾਂ ਪਹਿਲਾਂ ਹਮਾਰੀ ਬੋਲੀ ਪੰਜਾਬੀ ਨਹੀਂ। ਪਾਣੀਆਂ ਦੇ ਮਸਲੇ ਕਿ ਹਰਿਆਣੇ, ਰਾਜਸਥਾਨ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ। ਪੰਜਾਬੋਂ ਬਾਹਰ ਰਹਿ ਗਏ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਤੁਰਦੀ ਤਾਂ ਕੋਈ ਖਾਸ ਹੁੰਗਾਰਾ ਨਾ ਭਰਦੇ। ਇਹ ਤਾਂ ਯਾਰ ਅਕਾਲੀਆਂ ਨੇ ਵੀ ਜਿੰਨੀਆਂ ਮੰਗਾਂ ਪੇਸ਼ ਕੀਤੀਆਂ ਉਹਨਾਂ ਨੂੰ ਧਾਰਮਿਕ ਰੰਗਣ ਦਿੱਤੀ। ਉਹ ਮੰਗਾਂ ਧਾਰਮਿਕ ਸਟੇਜ ਤੋਂ ਮੰਗੀਆਂ ਗਈਆਂ। ਮੰਗਾਂ ਚਾਰੇ ਅਕਾਲੀ ਦਲ ਹੀ ਪੇਸ਼ ਕਰਦਾ, ਉਹਨਾਂ ਨੂੰ ਸਮੁੱਚੇ ਪੰਜਾਬ ਦੀਆਂ ਮੰਗਾਂ ਬਣਾ ਕੇ ਪੇਸ਼ ਕਰਨਾ ਚਾਹੀਦਾ ਸੀ। ਮੰਗਾਂ ਤਾਂ ਸਭ ਸਾਂਝੀਆਂ ਸੀ, ਪੰਜਾਬ ਦੀਆਂ ਹੀ ਮੰਗਾਂ ਸੀ, ਪਰ ਮਾਸ਼ੇ ਕਹਿੰਦੇ ਸੀ ਇਹ ਸਿੱਖਾਂ ਦੀਆਂ ਮੰਗਾਂ ਨੇ। ਅਵਤਾਰ ਦੱਸਣ ਲੱਗਿਆ, ਪੰਜਾਬ 'ਚ ਆਤੰਕਵਾਦ ਦਾ ਸ਼ਿਕਾਰ ਹੁਣ ਸਭ ਨੇ, ਹਿੰਦੂ ਵੀ ਸਿੱਖ ਵੀ। ਮੈਂ ਗੱਲ ਕਰਦਾ ਵੀ ਇਸ ਆਤੰਕਵਾਦ ਨੇ ਸਾਡੀ ਸੋਚ ਹੀ ਬਦਲਤੀ। ਉਦਾਹਰਨ ਦਿੰਨਾ, ਪਿੱਛੇ ਜੇ ਇੱਕ ਥਾਂ ਇੱਕ ਬੱਸ ਤੇ 40 ਮੁਸਾਫਰ ਮਰ ਗਏ। ਗੱਲ ਉੱਡੀ ਕਿ ਬੱਸ 'ਚ ਬੰਬ ਰੱਖਿਆ ਗਿਆ, ਉਹ ਚੱਲ ਗਿਆ। ਆਲੇ ਦੁਆਲੇ ਦੇ ਪਿੰਡਾਂ ਕਸਬਿਆਂ 'ਚ ਹਾਹਾਕਾਰ ਮੱਚ ਗਈ। ਬੜੀ ਮਾੜੀ ਗੱਲ ਹੋਈ। ਬੱਸ ਦੇ ਮੁਸਾਫਰ ਤਾਂ ਹਿੰਦੂ ਸਿੱਖ ਦੋਵੇਂ ਹੋਣਗੇ, ਪਰ ਇਹ ਅਫਵਾਹ ਸੀ। ਗੱਲ ਨਿਕਲੀ ਕਿ ਬੱਸ ਲੋਹੇ ਦੇ ਭਰੇ ਇੱਕ ਟਰੱਕ ਨਾਲ ਟਕਰਾ ਗਈ, ਉਲਟ ਗਈ। ਐਕਸੀਡੈਂਟ ਨਾਲ 40 ਬੰਦੇ ਮਰੇ ਆ। ਹੁਣ ਲੋਕਾਂ ਨੂੰ ਓਨਾ ਅਫਸੋਸ ਨਾ ਹੋਇਆ, ਕਹਿੰਦੇ ਤਾਂ ਕੋਈ ਗੱਲ ਨਹੀਂ। ਤੇ ਫਿਰ ਨਾਲ ਦੀ ਨਾਲ ਉਹ ਕਹਿੰਦਾ, ਅੱਛਾ ਸਾਡੀ ਮਾਨਸਿਕਤਾ ਦੇਖ ਕੀ ਬਣ ਗਈ। ਪਿਛਲੇ 24 ਘੰਟਿਆਂ ਦੌਰਾਨ ਹੋਏ 10 ਕਤਲ ਤੱਕ ਦੀ ਖਬਰ ਸਾਨੂੰ ਆਮ ਜੀ ਖਬਰ ਲੱਗਦੀ ਹੈ। ਅਜਿਹੀਆਂ ਖਬਰਾਂ ਨਿੱਤ ਸੁਣਨ ਦੇ ਅਸੀਂ ਆਦੀ ਹੋ ਗਏ ਹਾਂ। ਕਦੇ ਇੱਕ ਕਤਲ ਵੀ ਸਾਨੂੰ ਬੁਰਾ ਲੱਗਦਾ ਸੀ। ਅਵਤਾਰ, ਯਾਰ ਇਹ ਮੁੱਕੂ ਕਦੋਂ? ਕੀ ਅਸੀਂ ਕਦੇ ਪਹਿਲਾਂ ਵਾਲੇ ਪੰਜਾਬ ਨੂੰ ਮੋੜ ਲਿਆਵਾਂਗੇ? ਕੇਂਦਰੀ ਸਰਕਾਰ ਨਹੀਂ ਕੁਝ ਕਰਦੀ? ਮੈਨੂੰ ਤਾਂ ਉਹਦੇ ਹੱਥੋਂ ਨਿਕਲਦੀ ਲੱਗਦੀ ਹੈ ਗੱਲ। ਆਖੇ ਨਾਗ ਛੇੜ ਲਿਆ, ਕਾਲਾ ਮੰਤਰ ਯਾਦ ਨਹੀਂ। ਇਹ ਪਹਿਲਾਂ ਵਾਲਾ ਪੰਜਾਬ ਨਹੀਂ ਮੁੜਦਾ ਸਰਦਾਰ ਗੁਰਪਾਲ ਸਿੰਘ ਗਰੇਵਾਲ ਜੀ। ਖਾਲਿਸਤਾਨ ਬਣੇ ਤੋਂ ਵੀ ਪਹਿਲਾਂ ਵਾਲਾ ਪੰਜਾਬ ਨਹੀਂ ਮੁੜਨਾ। ਲੜਾਈਆਂ ਰਹਿਣਗੀਆਂ। ਮੇਰੀ ਗੱਲ ਸੁਣਦਾ? ਅਵਤਾਰ ਨੇ ਆਪਣੀਆਂ ਦੋਵੇਂ ਹੱਥਾਂ ਦੀਆਂ ਮੁੱਠੀਆਂ ਮੀਚੀਆਂ, ਫਿਰ ਮੁੱਠੀਆਂ 'ਚੋਂ ਇੱਕ ਪਹਿਲੀ ਉਂਗਲ ਬਾਹਰ ਕੱਢ ਕੇ ਬੋਲਿਆ, ਪੰਜਾਬ ਮਸਲੇ ਦੀ ਜੇ ਜੜ ਦੇਖਣੀ ਹੋਵੇ ਤਾਂ ਮਸਲਾ ਜੱਟ ਤੇ ਬਾਣੀਏ ਦੀ ਲੜਾਈ ਦਾ ਹੈ। ਇੱਕ ਕੋਲ ਪੈਦਾਵਾਰੀ ਸਾਧਨ ਨੇ, ਦੂਜੇ ਕੋਲ ਉਹਦੀ ਪੈਦਾਵਾਰ ਨੂੰ ਲੁੱਟਣ ਦੇ ਸਾਧਨ, ਪਰ ਦੋਵੇਂ ਇੱਕ ਦੂਜੇ ਬਗੈਰ ਰਹਿ ਵੀ ਨਹੀਂ ਸਕਦੇ, ਲੜਦੇ ਵੀ ਹੈ। ਫਿਰ ਇਹ ਲੜਾਈ ਜੱਟ ਤੇ ਗੈਰ ਜੱਟ ਦੀ ਛਿੜ ਪੈਣੀ ਹੈ। ਜੱਟਾਂ ਨੂੰ ਮਜ਼੍ਹਬੀ ਰਾਮਦਾਸੀਏ ਟੱਕਰਨਗੇ। ਇਹ ਲੜਾਈਆਂ ਨਹੀਂ ਮੁੱਕਣਗੀਆਂ ਭਾਈ ਸਾਹਿਬ। ਇੱਕੋ ਇਲਾਜ ਹੈ ਬਸ ਇਹਨਾਂ ਸਭ ਲੜਾਈਆਂ ਦੇ ਅੰਤ ਦਾ, ਸਮਾਜਵਾਦੀ ਇਨਕਲਾਬ। ਇੱਕ ਵਾਰੀ ਹੁੰਜਾ ਫਿਰਨਾ ਚਾਹੀਦਾ ਸਭ ਕਾਸੇ ਨੂੰ। ਜ਼ਮੀਨਾਂ ਕੁੱਲ, ਦਸਤਕਾਰੀ, ਸਾਰੇ ਕਾਰੋਬਾਰ ਇੱਕ ਹੋ ਜਾਣ, ਸਭ ਲੋਕਾਂ ਦੇ ਸਾਂਝੇ। ਰਾਜਨੀਤੀ 'ਚ ਧਰਮ ਦਾ ਕੋਈ ਦਖਲ ਹੀ ਨਾ ਰਹੇ। ਊਂ ਜੀ ਸਦਕੇ ਕੋਈ ਕਿਸੇ ਧਰਮ ਨੂੰ ਮੰਨੇ। ਸਭ ਬਿਮਾਰੀਆਂ ਦੀ ਅਕਸੀਰ ਦਵਾਈ ਬਸ ਇੱਕੋ ਹੈ, ਸਮਾਜਵਾਦੀ ਇਨਕਲਾਬ। ਸਰਵ ਰੋਗ ਕਾ ਔਖਦ ਨਾਮ। ਅਖੀਰਲਾ ਅੰਗ ਵੀਮਾ। ਪ੍ਰੋਫੈਸਰ ਅਵਤਾਰ ਸਿੰਘ ਦਾ ਆਪਣਾ ਇੱਕ ਖਾਸ ਨਜ਼ਰੀਆ ਸੀ। ਉਹ ਆਪਣੇ ਕਾਲਜ ਸਟਾਫ ਪੀਰੀਅਡ ਵੇਲੇ ਵਿਦਿਆਰਥੀਆਂ 'ਚ NCC ਪਰੇਡ ਤੋਂ ਬਾਅਦ ਰਿਫਰੈਸ਼ਮੈਂਟ ਵੰਡਣ ਵਕਤ ਆਮ ਹੀ ਗੱਲਾਂ ਕਰਦਾ ਰਹਿੰਦਾ। ਉਹਦੇ ਸਾਹਮਣੇ ਪੰਜਾਬ ਦੀ ਮਿਲਗੋਭਾ ਕਲਚਰ ਰਹਿੰਦੀ, ਪੰਜਾਬ ਦੀ ਮੌਜੂਦਾ ਸੰਕਟਕਾਲੀਨ ਸਥਿਤੀ ਦੇ ਕਾਰਨਾਂ ਨੂੰ ਉਹਦੇ ਰਾਜਨੀਤਿਕ, ਸੱਭਿਆਚਾਰਕ ਤੇ ਧਾਰਮਿਕ ਪਰਪੇਖ 'ਚ ਰੱਖ ਕੇ ਜਾਂਚਣ ਦੀ ਕੋਸ਼ਿਸ਼ ਕਰਦਾ। ਹਿੰਦੂ ਸਿੱਖਾਂ ਨੂੰ ਛੱਡੋ ਤਾਂ ਇੱਥੋਂ ਦੇ ਮੁਸਲਮਾਨਾਂ ਨੂੰ ਵੀ ਇਸ ਧਰਤੀ ਦਾ ਅਟੁੱਟ ਅੰਗ ਮੰਨਦਾ। ਉਹ ਆਖਦਾ ਹੈ ਮੁਸਲਮਾਨ ਵੀ ਸਾਡਾ ਹੀ ਖੂਨ ਹੈ। ਔਰੰਗਜ਼ੇਬ ਵੇਲੇ ਇਹਨਾਂ ਨੇ ਧਰਮ ਪਰਿਵਰਤਨ ਕਰ ਲਿਆ ਹੋਵੇਗਾ। ਧਰਮ ਕੋਈ ਹੋਵੇ, ਹੈ ਤਾਂ ਸਭ ਦਾ ਇੱਕੋ ਖੂਨ। ਇੱਕ ਦਿਨ ਉਹਨੂੰ ਇੱਕ ਲਿਫਾਫਾ ਮਿਲਿਆ ਕਾਲਜ ਦੇ ਐਡਰੈਸ ਉੱਤੇ। ਉਹਨਾਂ ਦਿਨਾਂ 'ਚ ਕਲਾਸਾਂ ਅਜੇ ਫ੍ਰੀ ਨਹੀਂ ਕੀਤੀਆਂ ਗਈਆਂ ਸੀ। ਲਿਫਾਫਾ ਖੋਲ੍ਹ ਕੇ ਉਹਨੇ ਦੇਖਿਆ, ਵਿੱਚ ਇੱਕ ਛੋਟੀ ਜਿਹੀ ਪਰਚੀ ਸੀ, ਬਗੈਰ ਕਿਸੇ ਸੰਬੋਧਨ ਦੇ, ਬਗੈਰ ਕਿਸੇ ਲਿਖਣ ਵਾਲੇ ਦੇ ਨਾਂ ਤੋਂ, ਟੁੱਟੇ ਫੁੱਟੇ ਅੱਖਰਾਂ 'ਚ ਸਿਰਫ 2 ਸਤਰਾਂ ਲਿਖੀਆਂ ਸੀ, ਬਕਵਾਸ ਬੰਦ, ਸਿੱਧਾ ਹੋ ਕੇ ਜਮਾਤਾਂ ਨੂੰ ਪੜ੍ਹਾਇਆ ਕਰੋ, ਨਹੀਂ ਤਾਂ ਤੁਹਾਡਾ ਸਾਰਾ ਮਾਰਕਸਵਾਦ ਕੱਢ ਦਿਆਂਗੇ। ਪਰਚੀ ਤੈਅ ਕਰਕੇ ਉਹਨੇ ਉਸੇ ਲਿਫਾਫੇ 'ਚ ਪਾ ਲਈ। ਉਹਦੀ ਜੀਭ ਤਾਲੂਏ ਨੂੰ ਲੱਗੀ ਸੀ। ਆਰਾਮ ਕੁਰਸੀ ਲੈ ਕੇ ਪਿੱਪਲ ਥੱਲੇ ਉਹ ਇਕੱਲਾ ਹੀ ਬੈਠਾ ਸੀ। ਉੱਥੇ ਚਪੜਾਸੀ ਉਹਨੂੰ ਇਹ ਲਿਫਾਫਾ ਦੇ ਗਿਆ ਸੀ। 15-20 ਮਿੰਟ ਉਹ ਚੁੱਪ ਬੈਠਾ ਰਿਹਾ। ਇਸ ਵਕਤ ਉਹ ਕੁਝ ਵੀ ਨਹੀਂ ਸੀ ਸੋਚ ਰਿਹਾ। ਕਾਲਜ ਦੀਆਂ ਦੀਵਾਰਾਂ ਵੱਲੋਂ ਖਾਲੀ ਅੱਖਾਂ ਨਾਲ ਝਾਕਦਾ ਬਸ। ਇੱਧਰ ਉੱਧਰ ਫਿਰ ਤੁਰ ਰਹੇ ਮੁੰਡੇ ਕੁੜੀਆਂ ਉਹਨੂੰ ਪਰਛਾਵੇਂ ਜੇ ਲੱਗਦੇ। ਉਹ ਉੱਠਿਆ, ਸਟਾਫ ਰੂਮ ਵੱਲ ਚੱਲ ਪਿਆ। ਉਹਦੇ ਜੀ 'ਚ ਸੀ ਕਿ ਲਿਫਾਫਾ ਪ੍ਰਿੰਸੀਪਲ ਨੂੰ ਦੇ ਦੇਵੇ ਤੇ ਪੁਲਿਸ ਨੂੰ ਇਤਲਾਹ ਕਰ ਦਿੱਤੀ ਜਾਏ। ਕੀ ਪਤਾ
ਸਟਾਫ ਰੂਮ 'ਚੋਂ ਆ ਕੇ ਬੈਠਾ ਤਾਂ ਉਹਨੇ ਚਾਹਿਆ ਕਿ ਉਹ ਕਿਉਂ ਨਾ ਆਪਣੇ ਸਾਥੀ ਪ੍ਰੋਫੈਸਰਾਂ 'ਚ ਇਹ ਗੱਲ ਇੱਕਦਮ ਆਊਟ ਕਰ ਦੇਵੇ। ਸਟਾਫ ਰੂਮ 'ਚੋਂ ਆ ਕੇ ਗਵਾਚਿਆ ਬਹੁਤ ਦੇਰ ਬੈਠਾ ਰਿਹਾ। ਉੱਥੇ 4-5 ਹੀ ਲੈਕਚਰਰ ਸੀ। ਕਾਲਜ ਦੀ ਕਿਸੇ ਸਮੱਸਿਆ ਨੂੰ ਲੈ ਕੇ ਸੋਫੇ ਤੇ ਬੈਠੇ ਬਹਿਸ ਕਰ ਰਹੇ ਸੀ। ਉਹਦੀ ਜੇਬ 'ਚ ਪਿਆ ਲਿਫਾਫਾ ਸਪੂਲੀਏ ਵਾਂਗ ਸਰਕ ਰਿਹਾ ਸੀ। ਉਹ ਕੁਝ ਵੀ ਨਾ ਕਰ ਸਕਿਆ। ਆਪਣਾ ਆਖਰੀ ਪੀਰੀਅਡ ਛੱਡ ਕੇ ਘਰ ਨੂੰ ਆ ਗਿਆ। ਰਾਹ 'ਚ ਸਕੂਟਰ ਚਲਾਉਂਦਾ ਉਹ ਸੋਚ ਰਿਹਾ ਸੀ, ਪ੍ਰਿੰਸੀਪਲ ਜਾਂ ਸਾਥੀ ਪ੍ਰੋਫੈਸਰਾਂ ਨੂੰ ਦੱਸਣ ਦਾ ਕੋਈ ਲਾਭ ਨਹੀਂ। ਅਜਿਹਾ ਕਰਕੇ ਤਾਂ ਖੁਦ ਹੀ ਗੁਨਾਹਗਾਰ ਜਿਹਾ ਸਾਬਤ ਹੋ ਜਾਏਗਾ। ਉਹ ਲੋਕ ਉਹਨੂੰ ਹੋਰ ਡਰਾਉਣਗੇ। ਘਰ ਆ ਕੇ ਉਹਨੇ ਨੀਰੂ ਨੂੰ ਵੀ ਨਹੀਂ ਦੱਸਿਆ। ਜਨਾਨੀ ਦੀ ਜਾਤ ਐਵੇਂ ਹੀ ਨਾ ਕਿਤੇ ਹੋਸ਼ ਹਵਾਸ ਖੋ ਬੈਠੇ। ਔਰਤ ਦਾ ਦਿਲ ਪਤਲਾ ਹੁੰਦਾ। ਸ਼ਾਮ ਤੱਕ ਉਹ ਚੁੱਪ ਹੀ ਰਿਹਾ। ਐਵੇਂ ਕੋਈ ਕਿਤਾਬ ਪੜ੍ਹਨ ਦਾ ਬਹਾਨਾ ਜਿਹਾ ਕਰਦਾ, ਉਬਾਸੀਆਂ ਲੈਂਦਾ, ਅੱਖਾਂ ਮੀਟ ਕੇ ਸੋਚਣ ਲੱਗਦਾ। ਇਹ ਇੱਕੋ ਗੱਲ ਉਹਦੇ ਦਿਮਾਗ 'ਚ ਚੱਕਰ ਕੱਟ ਰਹੀ ਸੀ। ਰੋਟੀ ਵੀ ਉਹਨੇ ਥੋੜ੍ਹੀ ਖਾਧੀ। ਸਾਰੀ ਰਾਤ ਬੇਚੈਨ ਜੀ ਨੀਂਦ ਸੁੱਤਾ। ਸਵੇਰੇ ਉੱਠਿਆ, ਖਾਲੀ ਲਿਫਾਫਾ ਪਾੜ ਕੇ ਘਰ ਤੋਂ ਬਾਹਰ ਗੰਦੀ ਨਾਲੀ 'ਚ ਵਗਾਹ ਮਾਰਿਆ। ਪਰਚੀ ਆਪਣੇ ਕੋਟ ਦੀ ਜੇਬ 'ਚ ਪਾਈ ਰੱਖੀ। ਫਿਰ ਕਾਲਜ ਜਾਂਦੇ ਵਕਤ ਸਕੂਟਰ 'ਤੇ ਬੈਠਿਆਂ ਉਹਨੇ ਪਰਚੀ ਦੇ ਟੁਕੜੇ ਕੀਤੇ ਤੇ ਉਹਨਾਂ ਨੂੰ ਇੱਕ-ਇੱਕ ਕਰਕੇ ਸੜਕ 'ਤੇ ਬਖੇਰਦਾ ਚਲਾ ਗਿਆ। ਉਹਨੇ ਫੈਸਲਾ ਕੀਤਾ ਸੀ ਉਹ ਚੁੱਪ ਰਹੇਗਾ। ਉਹਦਾ ਪ੍ਰਚਾਰ ਜੇ ਉਹਦੀ ਜਾਨ ਲੈਣ ਦਾ ਕਾਰਨ ਬਣਦਾ ਹੈ ਤਾਂ ਉਹਨੂੰ ਉਹਦੀ ਜਾਨ ਬਹੁਤ ਪਿਆਰੀ ਹੈ। ਉਹਦਾ ਪ੍ਰਚਾਰ ਇਸ ਕਾਲੀ ਬੋਲੀ ਹਨੇਰੀ ਨੂੰ ਥੰਮ ਨਹੀਂ ਸਕਦਾ। ਜਦੋਂ ਬੋਲੇਗਾ ਹੀ ਨਹੀਂ, ਉਹਨੂੰ ਕੀ ਕਹਿ ਸਕੇਗਾ ਕੋਈ। ਚੱਲ ਉਹ ਕਰ ਲੈਣ ਆਪਣਾ ਚਿੱਤ ਰਾਜੀ, ਮੈਨੂੰ ਚੁੱਪ ਕਰਵਾ ਕੇ। ਫੈਸਲਾ ਤਾਂ ਉਹਨੇ ਕਰ ਲਿਆ। ਕਈ ਦਿਨ ਉਹ ਚੁੱਪ ਤੇ ਬੁਝਿਆ ਜਿਹਾ ਵੀ ਰਿਹਾ, ਪਰ ਉਹ ਕੀ ਕਰਦਾ। ਉਹਦੇ ਮੂੰਹ ਆਈ ਗੱਲ ਰਹਿ ਨਾ ਸਕਦੀ। ਇੰਨੇ ਨੂੰ ਕਲਾਸਾਂ ਫ੍ਰੀ ਹੋ ਗਈਆਂ। ਫਿਰ ਕੁਛ ਹੀ ਦਿਨਾਂ ਬਾਅਦ ਸਟਾਫ ਰੂਮ 'ਚ ਬੈਠ ਕੇ ਉਹ ਪਹਿਲਾਂ ਵਾਂਗ ਹੀ ਬੋਲਣ ਲੱਗ ਪਿਆ। ਬਹਿਸਾਂ ਕਰਦਾ। ਗੁਰਪਾਲ ਘਰ ਆਉਂਦਾ, ਉਹਦੇ ਨਾਲ ਵੀ ਪਹਿਲਾਂ ਵਾਂਗ ਹੀ ਗੱਲਾਂ ਹੁੰਦੀਆਂ। ਉਹ ਸੋਚਦਾ ਕਲਾਸਾਂ 'ਚ ਪ੍ਰਚਾਰ ਮਾੜੀ ਗੱਲ ਸੀ। ਮੁੰਡਿਆਂ ਰਾਹੀਂ ਉਹਦੀਆਂ ਗੱਲਾਂ ਅੱਗੇ ਪਹੁੰਚੀਆਂ ਹੋਣਗੀਆਂ। ਉਹਨੇ ਸੋਚਿਆ ਉਹਦੇ ਸਾਥੀ ਪ੍ਰੋਫੈਸਰ ਅਜਿਹੇ ਨਹੀਂ ਹੈ। ਨਾਲੇ ਉਹਨਾਂ 'ਚ ਉਹਦੇ ਵਾਂਗ ਸੋਚਣ ਵਾਲੇ ਵੀ ਤਾਂ ਕਈ ਹੈ। ਦਿਨ ਗੁਜ਼ਰਦੇ ਜਾ ਰਹੇ ਸੀ, ਪਰ ਇੱਕ ਆਤੰਕ, ਇੱਕ ਬੇਚੈਨੀ, ਕੋਈ ਪਰਛਾਵਾਂ ਜਿਹਾ ਸਦਾ ਉਹਦੇ ਨਾਲ ਰਹਿੰਦਾ। ਕਈ ਵਾਰ ਰਾਤ ਨੂੰ ਉਹਦੀ ਅੱਖ ਭੜਕ ਦੇ ਕੇ ਖੁੱਲ੍ਹ ਜਾਂਦੀ। ਉਹ ਰਾਤ ਦੇ ਹਨੇਰੇ 'ਚ ਖਾਲੀ ਝਾਕਣ ਲੱਗਦਾ। ਉਹਨੂੰ ਕਿਸੇ ਅਣਜਾਣੀ ਆਵਾਜ਼ ਦਾ ਆਭਾਸ ਜਿਹਾ ਲੱਗਦਾ। ਜੁਲਾਈ ਦੇ ਦਿਨ ਸੀ, ਕਾਲਜ ਦੀਆਂ ਛੁੱਟੀਆਂ। ਉਹ ਘਰ ਹੀ ਰਹਿੰਦਾ। ਸਰਬਜੀਤ ਤੇ ਸਰਗੀ ਵੀ ਘਰ ਸੀ। ਸਰਗੀ ਦੇ ਸਕੂਲ 'ਚ ਵੀ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਸੀ। ਘਰ 'ਚ ਸਾਰਾ ਦਿਨ ਧਮੱਚੂ ਪਿਆ ਰਹਿੰਦਾ। ਉਹ ਦਲਬੀਰ ਨੂੰ ਆਪਣੇ ਮਨੋਰੰਜਨ ਦਾ ਸਾਧਨ ਬਣਾਉਂਦੇ। ਨੀਰੂ ਵੀ ਬੱਚਿਆਂ 'ਚ ਬੱਚੀ ਬਣੀ ਰਹਿੰਦੀ। ਅਵਤਾਰ ਇੱਕ ਪਾਸੇ ਬੈਠ ਕੇ ਪੜ੍ਹਦਾ ਜਾਂ ਸੌਂਦਾ। ਘਰ ਦੇ ਚਿੰਗੜਿਆੜੇ ਨੂੰ ਉਹ ਗੌਲਦਾ ਨਹੀਂ ਸੀ। ਕਈ ਵਾਰ ਉਹ ਸ਼ੋਰ ਸ਼ਰਾਬਾ ਉਹਨੂੰ ਚੰਗਾ ਵੀ ਲੱਗਦਾ। ਉਹਨਾਂ ਦਿਨਾਂ 'ਚ ਹਿਸਾਰ ਤੋਂ ਮੱਖਣ ਸਿੰਘ ਦੀ ਚਿੱਠੀ ਆ ਗਈ। 5 ਕੁੜੀਆਂ ਪਿੱਛੋਂ ਹੋਇਆ ਉਹਦਾ ਦੂਜਾ ਮੁੰਡਾ। 2 ਸਾਲ ਦਾ ਹੋ ਚੁੱਕਿਆ ਸੀ। ਇਹ ਤੋਂ ਪਹਿਲਾਂ ਇੱਕ ਮੁੰਡਾ ਹੋ ਕੇ ਮਰ ਗਿਆ ਸੀ। ਹੁਣ ਉਹ ਆਪਣੇ 2 ਸਾਲੇ ਮੁੰਡੇ ਦੀ ਛਟੀ ਕਰ ਰਿਹਾ ਸੀ। ਸਾਰੇ ਰਿਸ਼ਤੇਦਾਰ ਬੁਲਾਏ। ਇੱਕੋ ਇੱਕ ਮੁੰਡਾ, ਛਟੀ ਉੱਤੇ ਉਹਨੇ ਬਹੁਤ ਪੈਸਾ ਖਰਚ ਕਰਨਾ ਸੀ। ਉਹਨੇ ਲਿਖਿਆ ਸੀ ਸਾਰਾ ਟੱਬਰ ਆਵੇ। ਚਿੱਠੀ ਤੋਂ 10 ਕੁ ਦਿਨਾਂ ਬਾਅਦ ਛਪਿਆ ਕਾਰਡ ਵੀ ਆ ਗਿਆ। ਉਹਨਾਂ ਸਭ ਨੇ ਹਿਸਾਰ ਜਾਣ ਦੀ ਤਿਆਰੀ ਕਰ ਲਈ। ਅਵਤਾਰ ਕਹਿੰਦਾ ਸੀ ਘਰੇ ਤਾਈ ਨੂੰ ਪਾ ਦਿਆਂਗੇ, ਸਾਰੇ ਚੱਲਾਂਗੇ। ਛੁੱਟੀਆਂ ਨੇ, ਸਭ ਨੂੰ ਲਾ ਆਉਂਦੇ ਆ 4 ਦਿਨ। ਦਲਬੀਰ ਸ਼ਰਾਰਤੀ ਬੜਾ ਸੀ। 4 ਸਾਲ ਦਾ ਹੋ ਚੁੱਕਿਆ ਸੀ। ਪੂਰਾ ਬੋਲਦਾ, ਨੱਸਿਆ ਭੱਜਿਆ ਫਿਰਦਾ, ਭੱਜਦਾ ਬਹੁਤ, ਸਾਰਾ ਦਿਨ ਖੇਡਦਾ ਹੀ ਰਹਿੰਦਾ। ਟਿਕ ਕੇ ਨਹੀਂ ਬੈਠ ਸਕਦਾ ਸੀ। ਹਿਸਾਰ ਜਾਣ ਤੋਂ 4 ਦਿਨ ਪਹਿਲਾਂ ਉਹ ਦਿੱਲੀ 'ਚ ਅੜਕ ਕੇ ਡਿੱਗ ਪਿਆ। ਘਰ ਮੂਹਰ ਦੀ ਲੰਘਦੀ ਪੱਕੀ ਨਾਲੀ 'ਚ ਉਹਦਾ ਸਿਰ ਜਾ ਫਸਿਆ ਸੀ। ਥੱਲੇ ਵਾਲਾ ਬੁੱਲ ਬੁਰੀ ਤਰ੍ਹਾਂ ਫਟ ਗਿਆ। ਸਿਰ 'ਚ 3 ਟਾਂਕੇ ਲੱਗੇ। ਬੁੱਲ ਤੇ ਨਿੱਤ ਡਰੈਸਿੰਗ ਕਰਾਉਣੀ ਪੈਂਦੀ, ਪਰ ਉਹ ਤਾਂ ਦੂਜੇ ਦਿਨ ਹੀ ਉੱਠ ਕੇ ਖੇਡਣ ਲੱਗ ਪਿਆ ਸੀ। ਸਿਰ ਦੀ ਸੱਟ ਸੀ। ਹਿਸਾਰ ਉਹਨੂੰ ਲੈ ਕੇ ਜਾਂਦੇ ਤਾਂ ਰਾਹ 'ਚ ਜ਼ਖਮ ਖਰਾਬ ਹੋ ਜਾਣ ਦਾ ਡਰ ਸੀ। ਫਿਰ ਉੱਥੇ ਉਹਨੇ ਛੱਟੀ ਦੇ ਕੱਟ 'ਚ ਟਿਕ ਕੇ ਨਹੀਂ ਸੀ ਬੈਠ ਸਕਣਾ। ਨੀਰੂ ਤੇ ਅਵਤਾਰ ਨੇ ਫੈਸਲਾ ਕੀਤਾ ਕਿ ਅਵਤਾਰ ਤੇ ਸਰਬਜੀਤ ਚਲੇ ਜਾਣਗੇ। ਨੀਰੂ ਦਲਬੀਰ ਨੂੰ ਲੈ ਕੇ ਘਰ ਰਹੇਗੀ। ਉਹਦੇ ਨਾਲ ਸਰਗੀ ਵੀ। ਕੋਈ ਵੀ ਨਾ ਗਿਆ ਤਾਂ ਮੱਖਣ ਸਿੰਘ ਕਿੰਨਾ ਬੁਰਾ ਮਨਾਏਗਾ। ਛਟੀ ਵਾਲੇ ਦਿਨ ਦੁਪਹਿਰ ਵਕਤ 200 ਬੰਦੇ ਦੀ ਰੋਟੀ ਬਣੀ। ਲੁਧਿਆਣੇ ਤੋਂ ਇੱਕ ਪ੍ਰਸਿੱਧ ਗਾਇਕ ਜੋੜੀ ਆਈ। ਅਖਾੜਾ ਖੂਬ ਜੰਮਿਆ। ਮਹਿਮਾਨ ਲੋਕਾਂ ਨੇ ਦਿਲ ਖੋਲ੍ਹ ਕੇ ਰੁਪਈਏ ਦਿੱਤੇ ਤੇ ਫਿਰ ਸ਼ਾਮ ਨੂੰ ਪੂਰਾ ਜਸ਼ਨ ਹੋਇਆ। ਮੀਟ ਦੀਆਂ ਦੇਗਾਂ ਰਿੰਨ੍ਹੀਆਂ ਗਈਆਂ। ਸ਼ਰਾਬ ਦੀਆਂ ਬੋਤਲਾਂ ਖਾਲੀ ਹੁੰਦੀਆਂ ਤੁਰੀ ਗਈਆਂ ਤੇ ਅਵਤਾਰ ਨੂੰ ਹਰ ਕੋਈ ਪੁੱਛਦਾ, ਬੀਬੀ ਨੂੰ ਕਿਉਂ ਨਹੀਂ ਲੈ ਕੇ ਆਏ। ਉਹ ਦਲਬੀਰ ਬਾਰੇ ਦੱਸਣ ਲੱਗ ਪੈਂਦਾ। ਜਦ ਕੋਈ ਪੁੱਛਦਾ, ਸੁਣਾਓ ਜੀ ਕੀ ਹਾਲ ਹੈ ਪੰਜਾਬ ਦਾ, ਤੇ ਉਹ ਹੱਸ ਕੇ ਜਵਾਬ ਦਿੰਦਾ, ਸਥਿਤੀ ਨਿਯੰਤਰਣ ਮੇਂ। ਸਵੇਰੇ ਉੱਠ ਕੇ ਰਿਸ਼ਤੇਦਾਰ ਲੋਕ ਉਬਾਸੀਆਂ ਲੈਂਦੇ ਚਾਹ ਦੀ ਮੰਗ ਕਰ ਰਹੇ ਸੀ। ਉਦੋਂ ਤੱਕ ਸ਼ਹਿਰ ਦੇ ਲੋਕਾਂ ਨੇ BBC ਸੁਣ ਲਿਆ ਸੀ। ਸਾਰੇ ਸ਼ਹਿਰ 'ਚ ਗੱਲਾਂ ਹੋ ਰਹੀਆਂ ਸੀ ਕਿ ਕੱਲ੍ਹ ਰਾਤ 9:30 ਵਜੇ ਕਰੀਬ ਚੰਡੀਗੜ੍ਹ ਅੰਬਾਲਾ ਸੜਕ ਉੱਤੇ ਪਟਿਆਲੇ ਜ਼ਿਲ੍ਹੇ ਦੇ ਲਾਲੜੂ ਪਿੰਡ ਨੇੜੇ 38 ਬੱਸ ਮੁਸਾਫਰਾਂ ਦੀ ਹੱਤਿਆ ਕਰਤੀ ਗਈ। 30 ਹੋਰ ਜ਼ਖਮੀ ਹੈ। ਰਿਸ਼ਤੇਦਾਰ ਮੁੰਡੇ ਨੂੰ ਸ਼ਗਨ ਫੜਾਉਂਦੇ ਮੱਖਣ ਸਿੰਘ ਤੋਂ ਵਿਦਾਇਗੀ ਲੈ ਕੇ ਆਪੋ ਆਪਣੇ ਟਿਕਾਣਿਆਂ ਨੂੰ ਤੁਰ ਪੈਂਦੇ। ਲਾਲੜੂ ਵਾਲੀ ਖਬਰ ਦਾ ਪ੍ਰਭਾਵ ਸਭ ਦੇ ਚਿਹਰਿਆਂ ਤੇ ਪ੍ਰਤੱਖ ਸੀ। ਹਰ ਕੋਈ ਚਾਹੁੰਦਾ ਹੋਏਗਾ ਉਹ ਸੁਖੀ ਸਾਂਦੀ ਆਥਣ ਤੱਕ ਆਪਣੇ ਘਰ ਪਹੁੰਚ ਜਾਏ। ਮੱਖਣ ਸਿੰਘ ਦੀ ਘਰਵਾਲੀ ਤੇ
ਅਵਤਾਰ ਨੂੰ ਨਹੀਂ ਜਾਣ ਦਿੱਤਾ। ਕਹਿ ਰਹੀ ਸੀ, ਆਪਾਂ ਭੈਣ ਭਰਾਵਾਂ ਨੇ ਗੱਲਾਂ ਤਾਂ ਰੱਜ ਕੇ ਕਰੀਆਂ ਹੀ ਨਹੀਂ। ਅੱਜ ਦੀ ਰਾਤ ਹੋ ਰਹੇ, ਕੱਲ ਨੂੰ ਚਲੇ ਜਾਇਓ, ਛੁੱਟੀਆਂ ਤਾਂ ਹਨ। ਕਿਹੜਾ ਕਾਲਜ ਜਾਣਾ ਤੁਸੀਂ? ਸਰਬਜੀਤ ਵੀ ਇੱਕ ਦਿਨ ਹੋਰ ਰਹਿ ਲੂਗਾ, ਭੈਣਾਂ ਜੇ ਦਾ ਜੀ ਲੱਗਿਆ ਹੋਇਆ। ਉਸ ਦਿਨ ਸ਼ਾਮ ਫਿਰ ਮਹਿਫਿਲ ਜੰਮੀ। ਮੁਰਗਾ ਬਣਾਇਆ ਗਿਆ ਅਵਤਾਰ ਤੇ ਮੱਖਣ ਤੋਂ ਬਿਨਾਂ। ਮੱਖਣ ਦੇ 2 ਭਾਈਬੰਦ ਹੋਰ ਵੀ ਸੀ, ਸ਼ਹਿਰ ਵਿੱਚੋਂ ਹੀ। ਉਹ ਕੱਲ ਆ ਨਹੀਂ ਸਕੇ ਸੀ। ਸਵੇਰੇ ਉੱਠੇ ਤਾਂ ਖਬਰ ਗਰਮ ਸੀ। ਕੱਲ ਰਾਤ ਉਹਨਾਂ ਦੇ ਗੁਆਂਢ ਵਿੱਚ ਹੀ ਦਿੱਲੀ ਫਿਰੋਜ਼ਪੁਰ ਸੜਕ ਉੱਤੇ ਦਰਿਆਪੁਰ ਪਿੰਡ ਨੇੜੇ ਇੱਕ ਪੁਲ ਉੱਤੇ 2 ਬੱਸਾਂ 'ਚੋਂ ਉਤਾਰ ਕੇ 34 ਮੁਸਾਫਰਾਂ ਦੀ ਹੱਤਿਆ ਕਰ ਦਿੱਤੀ ਗਈ। ਇੱਕ ਬੱਸ ਦਿੱਲੀ ਤੋਂ ਫਿਰੋਜ਼ਪੁਰ ਨੂੰ ਜਾ ਰਹੀ ਸੀ ਤੇ ਦੂਜੀ ਸਰਸਾ ਤੋਂ ਹਿਸਾਰ ਨੂੰ। ਇਲਾਕੇ 'ਚ ਹਾਹਾਕਾਰ ਮਚ ਉੱਠੀ। ਇੱਕਦਮ ਵਾਤਾਵਰਨ ਤਣਾਅਪੂਰਨ ਹੋ ਗਿਆ। ਮੱਖਣ ਸਿੰਘ ਨੇ ਆਪਣੀ ਦੁਕਾਨ ਅੱਜ ਚੌਥੇ ਦਿਨ ਖੋਲ੍ਹੀ ਸੀ। ਉਹ ਘਰੋਂ ਨਹਾ ਧੋ ਕੇ ਦੁਕਾਨ ਤੇ ਆ ਬੈਠੇ, ਨਾਲ ਅਵਤਾਰ ਤੇ ਸਰਬਜੀਤ ਮੁੰਡਾ ਵੀ। ਮੱਖਣ ਸਿੰਘ ਨੇ ਕਿਹਾ ਸੀ, ਚਲੋ ਦੁਕਾਨ ਤੇ ਬੈਠਦੇ ਹਾਂ, ਸਰਬਜੀਤ ਨੂੰ ਦੁਕਾਨ ਦਿਖਾ ਦੇਗੀ। 11-12 ਵਜੇ ਰੋਟੀ ਖਾ ਕੇ ਤੁਰਿਓ, ਆਥਣ ਤੱਕ ਪਹੁੰਚ ਜਾਓਗੇ। ਆਹ ਤਾਂ ਖੜਾ ਸੰਗਰੂਰ। ਭੀੜ ਪਹਿਲਾਂ ਤਾਂ ਬੱਸ ਸਟੈਂਡ ਦੇ ਬਾਹਰ ਇਕੱਠੀ ਹੋਈ। 2-3 ਭੜਕਾਊ ਤਕਰੀਰਾਂ ਹੋਈਆਂ। ਗੁੱਸੇ 'ਚ ਆਈ ਭੀੜ ਨੇ ਬੱਸ ਸਟੈਂਡ ਕੋਲ ਖੜੇ 2 ਟਰੱਕਾਂ ਨੂੰ ਅੱਗ ਲਾਤੀ। ਉਹਨਾਂ ਕੋਲ ਲਾਠੀਆਂ ਸੀ। ਫਿਰ ਉਹ ਸ਼ਹਿਰ ਨੂੰ ਤੁਰ ਪਏ। ਸਿੱਖਾਂ ਦੀਆਂ ਦੁਕਾਨਾਂ ਫੂਕਣੀਆਂ ਸ਼ੁਰੂ ਕਰਤੀਆਂ। ਮੱਖਣ ਸਿੰਘ ਦੀ ਦੁਕਾਨ ਰਾਹ 'ਚ ਸੀ। ਅਵਤਾਰ ਸਿੰਘ ਨੇ ਦੁਕਾਨ ਦੇ ਥੜੇ ਤੋਂ ਥੱਲੇ ਉਤਰ ਕੇ ਭੀੜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਹ ਦੱਸ ਰਿਹਾ ਸੀ ਕਿ ਉਹ ਪੰਜਾਬ ਤੋਂ ਆਇਆ, ਉਹ ਪੰਜਾਬ 'ਚ ਹੋ ਰਹੇ ਹਿੰਦੂ ਕਤਲਾਂ ਦੇ ਵਿਰੁੱਧ ਹੈ। ਇੱਕ ਨੌਜਵਾਨ ਮੁੰਡਾ ਤੇਜ਼ੀ ਨਾਲ ਉਹਦੇ ਵੱਲ ਆਇਆ। ਉਹਨੂੰ ਕੋਈ ਪਤਾ ਨਹੀਂ ਸੀ ਕਿ ਉਹ ਕੀ ਬੋਲ ਰਿਹਾ। ਉਹਨੇ ਆਪਣੀ ਲਾਠੀ ਹਵਾ 'ਚ ਲਹਿਰਾਈ, ਅਵਤਾਰ ਦੇ ਸਿਰ ਤੇ ਧਰਤੀ। ਮੱਖਣ ਤੇ ਸਰਬਜੀਤ ਭੱਜ ਕੇ ਅਵਤਾਰ ਨੂੰ ਛੁਡਾਉਣ ਆਏ। ਭੀੜ ਦੇ 10-12 ਬੰਦੇ ਲਾਠੀਆਂ ਲੈ ਉਹਨਾਂ ਉੱਤੇ ਵੀ ਟੁੱਟ ਪਏ। ਦੁਕਾਨ ਨੂੰ ਅੱਗ ਲਾ ਦਿੱਤੀ ਗਈ। ਭੀੜ ਆਪਣਾ ਕਾਰਾ ਕਰਕੇ ਗਾਂਹ ਤੁਰ ਗਈ। ਹਰਿਆਣਵੀ ਪੁਲਿਸ ਦੂਰ ਖੜੀ ਭੀੜ ਦਾ ਮੂੰਹ ਦੇਖਦੀ ਰਹੀ। ਉਸ ਦਿਨ ਸ਼ਹਿਰ ਦੀ ਵਾਟਰ ਸਪਲਾਈ ਬੰਦ ਸੀ। ਫਾਇਰ ਬ੍ਰਿਗੇਡ ਵਾਲੇ ਦੇਰ ਨਾਲ ਆਏ। ਉਦੋਂ ਤੱਕ ਦੁਕਾਨਾਂ ਸੁਆਹ ਹੋ ਚੁੱਕੀਆਂ ਸੀ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ। ਉਹ 50 ਸਨ। 15 ਨੂੰ ਤਾਂ ਸ਼ਾਮ ਤੱਕ ਛੁੱਟੀ ਦੇ ਦਿੱਤੀ ਗਈ। 6 ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਅਵਤਾਰ ਸਿੰਘ ਤੇ ਉਹਦਾ ਲੜਕਾ ਸਰਬਜੀਤ ਸਿੰਘ ਵੀ ਸੀ। ਮੱਖਣ ਸਿੰਘ ਬਚ ਗਿਆ। ਉਹਨੂੰ ਚੌਥੇ ਦਿਨ ਛੁੱਟੀ ਮਿਲੀ। ਉਹਦੇ ਸਿਰ 'ਚ ਡੂੰਘੀ ਸੱਟ ਸੀ ਤੇ ਸੱਜੀ ਬਾਂਹ ਦੀ ਹੱਡੀ ਟੁੱਟ ਗਈ ਸੀ। ਉਹਦਾ ਖੱਬਾ ਪੈਰ ਸੁੱਜ ਕੇ ਪਾਥੀ ਬਣਿਆ ਹੋਇਆ ਸੀ। ਪੋਸਟਮਾਰਟਮ ਤੋਂ ਬਾਅਦ ਮੱਖਣ ਸਿੰਘ ਦੇ ਸ਼ਰੀਕੇ ਵਾਲੇ 4 ਬੰਦੇ ਟਰੱਕ 'ਚ ਦੋਵੇਂ ਲਾਸ਼ਾਂ ਨੂੰ ਸੰਗਰੂਰ ਛੱਡ ਗਏ। ਨੀਰੂ ਨਾ ਜਿਉਂਦੀ ਨਾ ਮਰਦੀ। ਰੋ ਰੋ ਕੇ ਦੁਹੱਥੜੀ ਪਿੱਟ ਉਹਨੇ ਆਪਣਾ ਬੁਰਾ ਹਾਲ ਕਰ ਲਿਆ। ਤਾਂ ਹੀ ਉਹਨੂੰ ਸੰਭਾਲਦੀ, ਬਿੰਦੇ ਬਿੰਦੇ ਉਹਦੇ ਮੂੰਹ 'ਚ ਪਾਣੀ ਪਾਉਂਦੀ। ਇੱਕ ਗੁਆਂਢੀ ਦਲਵੀਰ ਨੂੰ ਚੁੱਕ ਕੇ ਆਪਣੇ ਘਰ ਲੈ ਗਿਆ। ਸਰਗੀ ਨੂੰ ਲਾਸ਼ਾਂ ਦੇ ਨੇੜੇ ਨਹੀਂ ਜਾਣ ਦਿੱਤਾ। ਉਹ ਗੁੰਮਸੁੰਮ ਬਣੀ ਸੀ, ਨਾ ਰੋ ਰਹੀ ਸੀ ਨਾ ਕੁਝ ਬੋਲਦੀ। ਦੋਵਾਂ ਦੇ ਦਾਹ ਸੰਸਕਾਰ ਤੋਂ ਬਾਅਦ ਨੀਰੂ ਨੇ ਜਿਵੇਂ ਕਿਵੇਂ ਉਹਨਾਂ ਦੇ ਭੋਗ ਤੱਕ ਮਸਾਂ ਦਿਨ ਕੱਢੇ। ਅਵਤਾਰ ਦੇ ਆਂਢੀ ਗੁਆਂਢੀ ਤੇ ਸ਼ਰੀਕੇ ਵਾਲੇ ਸਾਰੇ ਕੰਮ ਕਰਦੇ ਰਹੇ। ਨੀਰੂ ਬੈਠੀ ਰਹਿੰਦੀ ਜਾਂ ਪੈ ਜਾਂਦੀ, ਅਫਸੋਸ ਕਰਨ ਆਈਆਂ ਔਰਤਾਂ ਦੀਆਂ ਗੱਲਾਂ ਸੁਣਦੀ। ਦਲਬੀਰ ਦੇ ਸਿਰ ਦੀ ਸੱਟ ਤੇ ਬੁੱਲ੍ਹ ਦੇ ਜ਼ਖਮ ਦੀ ਕਿਸੇ ਨੂੰ ਪਰਵਾਹ ਨਹੀਂ ਸੀ। ਇੱਕ ਦਿਨ ਇੱਕ ਗੁਆਂਢੀ ਮੁੰਡਾ ਉਹਨੂੰ ਡਾਕਟਰ ਕੋਲ ਲੈ ਗਿਆ। ਉਹਨੇ ਟਾਂਕੇ ਖੁਲਵਾ ਦਿੱਤੇ। ਗੁਰਪਾਲ ਸਿੰਘ ਇਹ ਬੁਰੀ ਖਬਰ ਸੁਣਨ ਸਾਰ ਸੰਗਰੂਰ ਆ ਗਿਆ। ਭੋਗ ਤੱਕ ਉੱਥੇ ਹੀ ਰਿਹਾ। ਉਹ ਦਿਨ 'ਚ ਕਈ ਵਾਰ ਨੀਰੂ ਕੋਲ ਬੈਠਦਾ, ਉਹਨੂੰ ਹੌਸਲਾ ਦਿੰਦਾ, ਉਹਦਾ ਧੀਰਜ ਬਣਾਉਣ ਦੀ ਕੋਸ਼ਿਸ਼ ਕਰਦਾ। ਨੀਰੂ ਨੂੰ ਆਪਣਾ ਪੱਕਾ ਹਮਦਰਦੀ ਦਿਸਦਾ। ਉਹਨੂੰ ਲੱਗਦਾ ਬਾਕੀ ਲੋਕਾਂ ਦੀਆਂ ਗੱਲਾਂ ਜਿਵੇਂ ਰਸਮੀ ਜਿਹੀਆਂ ਹੈ। ਲੁਧਿਆਣੇ ਤੋਂ ਮਨਜੀਤ 2 ਵਾਰ ਆ ਚੁੱਕੀ ਸੀ। ਭੋਗ ਤੋਂ ਬਾਅਦ ਹੌਲੀ-ਹੌਲੀ ਦਿਨ ਪੈ ਕੇ ਸਭ ਸ਼ਾਂਤ ਹੋ ਗਿਆ। ਨੀਰੂ ਨੂੰ ਲੱਗਦਾ ਜਿਵੇਂ ਉਹਦਾ ਘਰ ਸ਼ਮਸ਼ਾਨ ਭੂਮੀ ਹੋਵੇ। ਦਲਬੀਰ ਜਦੋਂ ਉਹਦੇ ਕੋਲ ਨਾ ਹੁੰਦਾ, ਉਹ ਇਕੱਲੀ ਬੈਠ ਕੇ ਰੋਂਦੀ, ਘਰ ਦੀਆਂ ਕੰਧਾਂ ਨਾਲ ਗੱਲਾਂ ਕਰਦੀ। ਗੁਰਪਾਲ ਦੂਜੇ ਚੌਥੇ ਦਿਨ ਗੇੜਾ ਮਾਰਦਾ। ਮੱਖਣ ਸਿੰਘ ਭੋਗ ਉੱਤੇ ਆ ਗਿਆ ਸੀ। ਉਹਦੇ ਨਾਲ ਉਹਦੀ ਘਰਵਾਲੀ ਤੇ ਸ਼ਰੀਕੇ 'ਚੋਂ 4-5 ਬੁੜੀਆਂ ਸੀ, 2 ਆਦਮੀ ਵੀ ਸੀ। ਦੂਜੀ ਵਾਰ ਵੀ ਆਇਆ। ਫਿਰ ਕਹਿ ਰਿਹਾ ਸੀ, ਸਰਗੀ ਨੂੰ ਮੇਰੇ ਨਾਲ ਤੋਰ ਦੇ ਭੈਣ, ਮੈਂ ਸਮਝੂੰਗਾ। ਮੇਰੀਆਂ 6 ਧੀਆਂ ਨੇ, ਮੈਂ ਹੀ ਇਹਨੂੰ ਪੜ੍ਹਾਊਂ, ਮੈਂ ਹੀ ਇਹਨੂੰ ਮੰਗੂ ਵਿਆਹੂੰ। ਪਰ ਨੀਰੂ ਨਹੀਂ ਮੰਨੀ। ਆਪਣੀ ਸਕੀ ਭੈਣ ਵਾਂਗ ਹੀ ਉਹਨੇ ਨੀਰੂ ਦਾ ਦਰਦ ਵੰਡਾਇਆ ਸੀ ਤੇ ਤੁਰ ਢਿੱਡੋਂ ਗੱਲਾਂ ਕੀਤੀਆਂ। ਉਹ ਭੋਗ ਤੋਂ ਬਾਅਦ ਪਹਿਲਾਂ ਵਾਂਗ ਹੀ ਬਾਬੇ ਦੇ ਕਮਰੇ 'ਚ ਆਥਣ ਸਵੇਰ ਜਾਂਦੀ, ਪਾਠ ਕਰਦੀ। ਗੁਰਬਾਣੀ ਦੀਆਂ ਤੁਕਾਂ ਉਹਨੂੰ ਧਰਵਾਸ ਦਿੰਦੀਆਂ। ਉਹਦੇ ਮਨ 'ਚ ਪਲ ਦੀ ਪਲ ਧੀਰਜ ਪੈਦਾ ਹੁੰਦਾ। ਕੋਈ ਤੁਕ ਉਹਨੂੰ ਹੋਰ ਉਦਾਸ ਕਰ ਜਾਂਦੀ। ਕਦੇ-ਕਦੇ ਉਹਦਾ ਰੋਣ ਵੀ ਨਿਕਲ ਜਾਂਦਾ, ਅੱਖਰ ਦਿਸਣੋਂ ਹਟ ਜਾਂਦੇ। ਇੱਕ ਦਿਨ ਗੁਰਪਾਲ ਆਇਆ। ਦੁੱਖ ਸੁੱਖ ਦੀਆਂ ਗੱਲਾਂ ਕਰਦੇ ਰਹੇ। ਫਿਰ ਅਵਤਾਰ ਸਿੰਘ ਨੂੰ ਲੈ ਕੇ ਬੈਠ ਗਏ। ਨੀਰੂ ਕਹਿੰਦੀ, ਉਹ ਮੈਨੂੰ ਅੰਮ੍ਰਿਤਸਰ ਨਹੀਂ ਲੈ ਕੇ ਗਏ ਨਾ, ਉਹਨਾਂ ਨੂੰ ਇਹੀ ਪਾਪ ਮਾਰ ਗਿਆ, ਸੁੱਖ ਝੂਠੀ ਪੈ ਗਈ। ਗੁਰਪਾਲ ਆਖ ਰਿਹਾ ਸੀ, ਅੰਮ੍ਰਿਤਸਰ ਤੈਨੂੰ ਮੈਂ ਲੈ ਕੇ ਜਾਊਂ, ਹਾਲਾਤ ਠੀਕ ਹੋ ਲੈਣ। ਹੁਣ ਤੂੰ ਆਪਣੇ ਦਲਬੀਰ ਸਿੰਘ ਦੀ ਸੁੱਖ ਮਨਾਇਆ ਕਰ, ਨਿਰੁਪਮ ਕਰੇ। ਵਾਹਿਗੁਰੂ ਸੱਚੇ ਪਾਤਸ਼ਾਹ ਇਹਦੀ ਲੰਮੀ ਉਮਰ ਕਰੇ। ਕੁਛ ਦੇਰ ਉਹ ਚੁੱਪ ਬੈਠੇ ਰਹੇ। ਫਿਰ ਨੀਰੂ ਬੋਲੀ, ਗੁਰਪਾਲ ਸਿੰਘ ਤੁਸੀਂ ਮੇਰੀ ਕਰਜ਼ ਮੰਨ ਲਓ। ਕੀ? ਦੱਸ। ਤੁਸੀਂ ਸਰਗੀ ਨੂੰ ਬੜਬਰ ਲੈ ਜਾਓ। ਮੈਂ ਇੱਥੇ ਨਹੀਂ ਰਹਿ ਸਕਦੀ, ਮੈਂ ਨਾਗਪੁਰ ਜਾ ਕੇ ਰਹੂੰਗੀ।
ਘਰ ਦੀਆਂ ਚਾਬੀਆਂ ਵੀ ਤੁਸੀਂ ਲੈ ਜਾਓ। ਇਹ ਉਹ ਪੰਜਾਬ ਤਾਂ ਰਿਹਾ ਨਹੀਂ ਜਿਹਨੂੰ ਦਿਮਾਗ 'ਚ ਲੈ ਕੇ ਮੈਂ ਇੱਥੇ ਆਈ ਸੀ। ਹੁਣ ਇਹ ਅਵਤਾਰ ਸਿੰਘ ਦਾ ਪੰਜਾਬ ਨਹੀਂ, ਪਹਿਲਾਂ ਵਾਲਾ ਪੰਜਾਬ ਜੇ ਮੁੜ ਆਇਆ ਮੈਂ ਵੀ ਮੁੜ ਆਊਂਗੀ। ਫਿਰ ਦਲਬੀਰ ਸਿੰਘ ਨੂੰ ਅੰਮ੍ਰਿਤਸਰ ਲੈ ਕੇ ਜਾਊਂਗੀ। ਦਲਬੀਰ ਸਿੰਘ ਆਪਣੇ ਪਿਤਾ ਦੀ ਸੁੱਖ ਪੂਰੀ ਕਰੂਗਾ। ਗੁਰਪਾਲ ਸਿੰਘ ਸਰਗੀ ਨੂੰ ਲੈ ਜਾਣ ਲਈ ਤਾਂ ਝੱਟ ਮੰਨ ਗਿਆ, ਪਰ ਉਹ ਇਹ ਨਹੀਂ ਚਾਹੁੰਦਾ ਸੀ ਕਿ ਉਹਦੇ ਮਿੱਤਰ ਦੀ ਪਤਨੀ ਨਿਰੂਪਮ ਕੌਰ ਪੰਜਾਬ ਛੱਡ ਕੇ ਜਾਏ। ਪਰ ਕੀ ਕਰਦਾ ਗੁਰਪਾਲ ਸਿੰਘ, ਉਹ ਚੰਗੀ ਤਰ੍ਹਾਂ ਜਾਣਦਾ ਸੀ ਨਿਰੂਪਮ ਕੌਰ ਜ਼ਿੱਦੀ ਬਹੁਤ ਹੈ। ਧੰਨਵਾਦ। ਸਮਾਪਤ।